ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਅਸੀਂ ਆਪਣੇ ਸਮੇਂ ਮੁਤਾਬਕ ਰੋਜ਼ ਦੀ ਤਰ੍ਹਾਂ ਪਹੁੰਚ ਗਏ ਹਾਂ। ਪ੍ਰੋਗਰਾਮ ਦਾ ਨਾਮ ਪ੍ਰਾਈਮ ਫੋਕਸ ਦੀ, ਚੈਨਲ ਉਹੀ ਪ੍ਰਾਈਮ ਏਸ਼ੀਆ ਟੀਵੀ, ਨਾਲ ਆਪਣੇ ਵੀਰ ਪਰਮਵੀਰ ਬਾਠ ਹੋਰੀ, ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ, ਇੱਕੋ ਜਿਹੇ ਕੰਮ। ਹੋਰ WhatsApp ਚੜ੍ਹਦੀ ਕਲਾ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਮਹਾਰਾਜ। ਸਿਹਤਾਂ ਕਿੱਦਾਂ ਜੀ? ਸਿਹਤਾਂ ਵਧੀਆ ਮਹਾਰਾਜ, ਠੀਕ ਹੈ। ਜਦੋਂ ਤੁਸੀਂ ਸਵੇਰੇ ਆਉਂਦਿਆਂ ਜਦੋਂ ਕਿਹਾ ਕਿ ਅੱਜ ਚਾਹ ਪੀਣੇ ਨਾਲ ਮੱਠੀਆਂ ਖਵਾਉਣਾ, ਧੰਨ ਧੰਨ। ਦੇਖੋ, ਮੈਨੂੰ ਇਹ ਹੈ ਵੀ ਵਿਰਸਾ ਨਹੀਂ ਭੁੱਲਣਾ ਚਾਹੀਦਾ। ਨਹੀਂ, ਵਿਰਸੇ ਦੀ ਗੱਲ ਹੀ ਨਹੀਂ। ਮੈਂ ਜਿਹੜੀ ਗੱਲੋਂ ਖੁਸ਼, ਚਾਹ ਤੋਂ ਨਾ ਖੁਸ਼ ਨਾ ਮੱਠੀਆਂ ਤੋਂ ਖੁਸ਼। ਮੈਂ ਜਿਹੜੇ 2 ਬਿਸਕੁਟ ਘਰਦਿਆਂ ਨੇ ਦਿੱਤੇ ਸੀ, ਮੈਂ ਨਾਲ ਹੀ ਲਿਫਾਫੇ ਨੂੰ ਐਂ ਕਰਕੇ 2 ਗੰਢਾਂ ਨਹੀਂ ਮਾਰ ਲਈਆਂ ਵੀ ਕੱਲ੍ਹ ਨੂੰ ਲਿਆਵਾਂਗੇ। ਇਹ ਤੇ ਗੱਲ ਮਾੜੀ ਕੀਤੀ ਨਾ। ਅੱਜ ਲੈ ਆਉਂਦੇ ਇੱਕ ਦੋਵੇਂ ਵੀਰ ਖਾਂਦੇ। ਮਹਾਰਾਜ ਸਾਨੂੰ ਅਗਲੇ ਦਿਨ ਦਾ ਹੁੰਦਾ ਵੀ ਕੱਲ ਦਾ ਝੱਟ ਸਰ ਜੂਗਾ, ਤੁਹਾਨੂੰ ਤੁਸੀਂ ਤਾਂ ਹੱਥ ਮਾਰ ਲੈਣਾ ਦੁਕਾਨਾਂ ਦੇ ਕਿਤੇ ਨਾ ਕਿਤੇ। ਚਲੋ ਇਦਾਂ ਕਰ ਲੈਂਦੇ ਆ। ਅੱਛਾ, ਗੱਲ ਇਹ ਆ ਕੀ ਆ, 2 ਦਰਖਤਾਂ ਦੇ ਮੁੱਢ ਵੱਢਣੇ 1000 ਰੁਪਈਆ ਬਣ ਗਿਆ ਤੁਹਾਡਾ। ਨਹੀਂ, ਇੱਦਾਂ ਦੀ ਗੱਲ ਨਹੀਂ ਕਰਨੀ, ਅਜੇ ਉਹ ਕੇਸ ਚੱਲਦਾ ਹੈ। ਠੀਕ ਹੈ। ਅੱਛਾ, ਮੈਂ ਇਹ ਸੋਚਦਾ ਸੀ ਕਿ ਥੋੜ੍ਹਾ ਜਿਹਾ ਰੋਜ਼ ਖਬਰਾਂ ਦੀ ਗੱਲ ਤਾਂ ਆਪਾਂ ਕਰਦੇ ਹੀ ਹਾਂ। ਕੁਦਰਤੀ ਮੇਰੇ ਦਿਮਾਗ 'ਚ ਇਹ ਗੱਲ ਆਉਂਦੀ ਸੀ ਕਿ ਵੀ ਜਦੋਂ ਆਪਾਂ ਪੰਜਾਬ ਨੂੰ ਓਵਰਆਲ ਦੇਖਦੇ ਹਾਂ, ਹੁਣ ਤੁਸੀਂ ਦੇਖੋ, ਇੱਕ ਪੰਜਾਬ ਜਿਹੜਾ 47 ਪਹਿਲਾਂ ਦਾ ਪੰਜਾਬ ਆਪਾਂ ਦੇਖਦੇ ਹਾਂ ਵੀ ਭਾਵੇਂ ਸਾਧ ਮਰਾਦਾ ਸੀਗਾ, ਸਾਂਝੇ ਜਿਹੇ ਪਿੰਡ ਸੀ, ਕੋਈ ਧਰਮ ਦਾ ਵੀ ਕੋਈ ਬਹੁਤਾ ਰੌਲਾ ਨਹੀਂ ਸੀ। ਆਮ ਆਪਾਂ ਨੂੰ ਬਜ਼ੁਰਗ ਟੱਕਰ ਜਾਂਦੇ ਜਿਨ੍ਹਾਂ ਦੇ ਅਜੇ ਵੀ ਯਾਰਾਂ ਦੇ ਨਾਮ ਜਾਂ ਤਾਂ ਉਹ ਮੁਸਲਿਮ ਨੇ ਜਾਂ ਹਿੰਦੂ ਨੇ, ਜਾਂ ਜੇ ਕੋਈ ਮੁਸਲਮਾਨ ਆ ਅਤੇ ਉੱਧਰੋਂ ਕੋਈ ਪਾਕਿਸਤਾਨ ਵਾਲੇ ਪਾਸਿਓਂ ਕੋਈ ਵੀਡੀਓ ਦੇਖ ਲਈਏ, ਉਹ ਸਰਦਾਰਾਂ ਦੇ ਨਾਂ ਲਈ ਜਾਂਦਾ ਰਹਿੰਦਾ, ਜਾਂ ਆਪਣੇ ਹਿੰਦੂ ਯਾਰਾਂ ਦੋਸਤਾਂ ਦੇ ਨਾਂ ਲੈਂਦਾ ਵੀ, ਕਿਉਂਕਿ ਉਹ ਸਾਂਝਾ ਸੀ ਕੰਮ। ਫਿਰ ਪੰਜਾਬ ਆਪਾਂ 47 ਬਾਅਦ ਬਣਾ ਲਿਆ, ਫਿਰ ਆਪਾਂ ਜਿਉਂ ਨੂੰ ਛਾਂਗਣ ਲੱਗੇ, ਨਾ ਨਿੱਕਾ ਚਾਹੀਦਾ ਸਾਨੂੰ, ਐਡਾ ਕੀ ਚਾਹੀਦਾ, ਚਲੋ ਸੂਬੀ ਬਣਾ ਲਈ ਨਿੱਕੀ ਜੀ। ਫਿਰ ਹੁਣ ਜੋ ਬਣਾ ਲਿਆ ਜਾਂ ਜੋ ਬਚ ਗਿਆ, ਜਿਹਨੂੰ ਆਪਾਂ ਪੰਜਾਬ ਕਹਿੰਦੇ ਹਾਂ, ਉਹਦੇ 'ਚ ਜੇ ਆਪਾਂ ਰੋਗਾਂ ਦੀ ਗੱਲ ਕਰਨ ਲੱਗੀਏ ਤਾਂ ਮੈਨੂੰ ਲੱਗਦਾ ਹੁੰਦਾ ਵੀ ਜਿੱਦਾਂ ਕਿਸੇ ਮਾੜੇ ਮਰੀਜ਼ ਦੀ ਲਿਸਟ ਨਹੀਂ ਕੱਢ ਲੈਂਦਾ ਡਾਕਟਰ, ਵੀ ਇਹਨੂੰ ਆ ਵੀ ਹੈਗਾ, 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 ਹੁਣ ਤਾਂ ਸੇਵਾ ਹੀ ਹੈ। ਅਤੇ ਦੂਸਰੇ ਪਾਸੇ ਜੇ ਆਪਾਂ ਇਹ ਗੱਲ ਕਰੀਏ ਵੀ ਉੱਥੋਂ ਜਿਹੜੇ ਹੁਣ ਗਾਂਹ ਵਾਲੇ ਵਿਛੰਦੇ ਨੇ, ਆਪਾਂ ਹੁਣ ਦੀ ਅੱਜ ਦੀ ਸਟੇਜ ਦੇ ਹਿਸਾਬ ਨਾਲ ਦੇਖੀਏ ਤਾਂ ਸਕੂਲਾਂ ਕਾਲਜਾਂ ਦੇ ਵਿੱਚ ਆਪਾਂ ਨੂੰ ਜਿੰਨੇ ਕੁ ਵਿਦਿਆਰਥੀ ਉੱਥੇ ਟਿਕ ਗਏ, ਭਵਿੱਖ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਰਹਿ ਗਿਆ। ਉਹਦੇ ਤੋਂ ਹੀ ਅੰਦਾਜ਼ਾ ਲੱਗਦਾ ਵੀ ਯਾਰ ਹੁਣ ਗਾਂਹ ਬਣੂ ਕੀ। ਮੈਂ ਇਹ ਸੋਚਦਾ ਸੀ ਵੀ 47 ਤੋਂ 66 ਵਾਲਾ, 66 ਤੋਂ ਹੁਣ 22 ਵਾਲਾ, ਅਤੇ 22 ਤੋਂ ਆਪਾਂ 20 ਸਾਲ ਦੇ ਵਿੱਚ ਹੋਰ ਪਾ ਲੈਂਦੇ। ਮੰਨ ਲਓ ਆਪਾਂ ਇਹ ਮੰਨ ਕੇ ਚੱਲੀਏ ਵੀ 42 ਜਾਂ 44 ਵਾਲਾ, ਉਹ ਪੰਜਾਬ ਕਿਹੋ ਜਿਹਾ ਹੋਊਗਾ? ਸੰਧਾਲੀਆ ਸਾਹਿਬ ਬਹੁਤ ਬੜਾ ਕਲੀਅਰ ਆ, ਬਹੁਤ ਜ਼ਿਆਦਾ। ਮੈਂ ਅੱਜ ਹੀ ਸਵੇਰੇ ਕਿਸੇ ਸੱਜਣ ਦਾ ਫੋਨ ਆਇਆ, ਉਹ ਬੜੇ ਚਿਰਾਂ ਦਾ ਪ੍ਰਵਾਸ ਉਹਨਾਂ ਨੇ ਕੀਤਾ, ਪੰਜਾਬੋਂ ਬਾਹਰ ਨੇ। ਤਾਂ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਸਿਆਲ ਆ ਗਿਆ ਪੰਜਾਬ 'ਚ, ਗਰਮੀ ਮੁੱਕ ਚੱਲੀ ਆ, ਜਾਣਾ ਹੈ? ਉਹ ਕਹਿੰਦੇ ਜਾਣਾ ਤਾਂ ਹੈਗਾ, ਪਰ ਕਿਹਦੇ ਕੋਲ ਜਾਈਏ? ਨਾ ਕੋਈ ਰਿਸ਼ਤੇਦਾਰ ਉੱਥੇ, ਨਾ ਕੋਈ ਪਰਿਵਾਰ ਦਾ ਮੈਂਬਰ ਉੱਥੇ। ਪਿਛਲੇ ਵਾਰੀ ਕਹਿੰਦੇ ਗਏ ਸੀ ਤਾਂ ਨਿਆਣੇ ਪਛਾਣੇ ਨਹੀਂ ਜਾਂਦੇ, ਬਾਕੀ ਬੰਦੇ ਬਹੁਤ ਹੋ ਗਏ ਆ, ਅਤੇ ਹੁਣ ਪਰ ਜੀਅ ਨਹੀਂ ਕਰਦਾ। ਜੇ ਤੁਸੀਂ ਜਾਣਾ 2-4 ਜਣੇ ਇਕੱਠੇ ਹੋ ਕੇ ਚੱਲ ਜਿਆ ਕਰੀਏ। ਤੁਸੀਂ ਇਹਦੇ ਤੋਂ ਅੰਦਾਜ਼ਾ ਲਾ ਲਓ ਕਿ ਉਹ ਪੰਜਾਬ 20-25 ਸਾਲ ਵਾਲਾ ਕਿਹੋ ਜਿਹਾ ਹੋਊਗਾ, ਕਿ ਜਿਹੜੀ ਸਾਡੇ ਤੋਂ ਪਹਿਲੀ ਪੀੜ੍ਹੀ ਹੈ ਉਹ ਜਦੋਂ ਹੁਣ ਪੰਜਾਬ ਜਾਂਦੀ ਆ ਅਤੇ ਬੂਹਾ ਖੋਲ੍ਹ ਕੇ ਉਹਨਾਂ ਨੂੰ ਜੀ ਆਇਆਂ ਨੂੰ ਕਹਿਣ ਵਾਲਾ ਕੋਈ ਨਹੀਂ ਹੁੰਦਾ। ਉਹ ਫਿਲਮਾਂ ਦੀਆਂ ਗੱਲਾਂ ਬੀਤੇ ਦੀਆਂ ਹੋ ਗਈਆਂ। ਜਦੋਂ ਇੱਕ ਜਣੇ ਨੇ ਵਿਦੇਸ਼ ਜਾਣਾ ਹੁੰਦਾ ਸੀ ਤਾਂ 12 ਛੱਡਣ ਆਉਂਦੇ ਸੀ, ਹੁਣ 12 ਜਣੇ ਆਉਂਦੇ ਆ ਤਾਂ ਟੈਕਸੀ ਡਰਾਈਵਰ ਲੈਣ ਆਉਂਦਾ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ, ਉਹਨਾਂ ਦਾ ਇੱਕੋ ਹੀ ਕੰਮ ਹੁੰਦਾ ਕਿ ਇਹ ਦੂਰ ਇੱਕ ਵਾਰੀ ਸਾਡੇ ਆਉਣ ਤੋਂ ਪਹਿਲਾਂ ਜਿੰਦੇ ਖਿਲਾ ਕੇ ਸਫਾਈ ਤਾਂ ਕਰਾ ਦਿਓ, ਮਾੜਾ ਜਿਹਾ ਬਹਿਣ ਉੱਠਣ ਜੋਗਾ, ਹੋਰ ਕਿਸੇ ਨੂੰ ਮਾੜਾ ਜਿਹਾ ਇੱਦਾਂ ਕਰਿਓ, ਥੋੜ੍ਹਾ ਜਿਹਾ ਆਹ ਸਮਾਨ ਤੁਹਾਨੂੰ ਲਿਸਟ ਭੇਜ ਦਿੱਤੀ ਆ, ਥੋੜ੍ਹੇ ਪੈਸੇ ਭੇਜ ਦਿੱਤੇ ਆ, ਇੰਨਾ ਕੁ ਸਮਾਨ ਰਖਾ ਦਿਓ, ਟੂਟੀਆਂ ਟਾਟੀਆਂ ਸਾਫ਼ ਕਰਾ ਦਿਓ, ਅਤੇ ਪਾਣੀ ਹੋਵੇ ਟੈਂਕੀ ਦੇ ਵਿੱਚ, ਮੋਟਰ ਦੇਖਿਓ ਚੱਲਦੀ ਕਿ ਨਹੀਂ ਚੱਲਦੀ, ਕਿਸੇ ਤਾਕੀ ਦਾ ਜੇ ਸ਼ੀਸ਼ਾ ਟੁੱਟਾ ਤੇ ਉਹ ਪਵਾ ਦਿਓ। ਕਹਿਣ ਦਾ ਭਾਵ ਹੈ ਕਿ ਮਜਬੂਰੀ 'ਚ, ਲਾਲਸਾ ਵਸ, ਕਿਸੇ ਤਰੀਕੇ ਕਹਿ ਲਓ, ਇੰਨਾ ਜ਼ਿਆਦਾ ਪ੍ਰਵਾਸ ਹੋ ਗਿਆ ਕਿ ਪੰਜਾਬ ਸੱਚੀ ਪਹਿਲਾਂ ਵਾਲਾ ਪੰਜਾਬ ਨਹੀਂ ਰਹਿਣਾ। ਹਾਂ, ਉਹਦੇ ਇਵਜ਼ ਦੇ ਵਿੱਚ ਆਪਾਂ ਨੂੰ ਕੈਨੇਡਾ ਦੇ ਵਿੱਚ ਕਿੰਨੇ ਪੰਜਾਬ ਮਿਲੇ ਆ? ਸਰੀ 'ਚ ਪੰਜਾਬ ਹੈ, ਐਬਸਫੋਰਡ ਦੇ ਵਿੱਚ ਪੰਜਾਬ ਹੈ, ਵੈਨਕੂਵਰ 'ਚ ਪੰਜਾਬ ਹੈ, ਐਡਮਿੰਟਨ 'ਚ ਪੰਜਾਬ ਹੈ, ਇੱਧਰਲੇ ਪਾਸੇ ਕੈਲਗਰੀ ਦੇ ਵਿੱਚ, ਉੱਧਰਲੇ ਪਾਸੇ ਬਰੈਂਪਟਨ ਦੇ ਵਿੱਚ, ਆਸਟ੍ਰੇਲੀਆ 'ਚ ਕਈ ਜਗ੍ਹਾ ਪੰਜਾਬ ਵਰਗੀਆਂ ਥਾਵਾਂ ਨੇ, ਇੰਗਲੈਂਡ ਦੇ ਵਿੱਚ ਹੈਗੀਆਂ, ਅਮਰੀਕਾ 'ਚ ਹੈਗੀਆਂ। ਜਾਣੀ ਪੰਜਾਬ ਹੁਣ ਇੱਕੋ ਜਿਹਾ ਤਾਂ ਨਹੀਂ ਰਹਿਣਾ। ਜੇ ਇੱਥੇ ਆਣ ਕੇ ਅਸੀਂ ਬਹੁਤ ਵੱਡੀ ਗਿਣਤੀ 'ਚ ਇਕੱਠੇ ਹੋ ਗਏ ਹਾਂ ਅਤੇ ਉਹ ਘਾਟ ਉੱਥੇ ਕਿਸੇ ਹੋਰ ਨੇ ਪੂਰੀ ਕਰਨੀ ਆ। ਸਾਨੂੰ ਥੋੜ੍ਹੇ ਜਿਹਾ ਹੋਰ ਤਰੀਕੇ ਦੇ ਬੋਲਦੇ ਲੋਕ, ਸਾਨੂੰ ਥੋੜ੍ਹੇ ਜਿਹਾ ਹੋਰ ਤਰੀਕੇ ਦੇ ਨਜ਼ਰ ਆਉਂਦੇ ਲੋਕ, ਹੋਰ ਤਰੀਕੇ ਦਾ ਖਾਣਾ ਖਾਂਦੇ ਲੋਕ ਹੁਣ ਪੰਜਾਬ 'ਚ ਮਿਲ ਸਕਦੇ 20 ਸਾਲ ਬਾਅਦ? ਨਹੀਂ ਮਿਲ ਸਕਦੇ। ਮੈਂ ਤਾਂ ਹੀ ਕਿਹਾ ਕਿ ਵੀ ਕਿਸੇ ਵੇਲੇ ਇਹ ਹੁੰਦਾ ਕਿ ਵੀ ਆਪਾਂ ਗਾਂਹ ਅਗਲਾ ਭਵਿੱਖ ਜਿਹੜਾ ਆਉਣ ਵਾਲਾ ਉਹ ਨਹੀਂ ਵੇਖਦੇ, ਤਾਂ ਉਹ ਹੌਲੀ ਹੌਲੀ ਦਿਸਣ ਲੱਗ ਪਿਆ। ਮੈਂ ਤਾਂ ਇਹ ਜ਼ਿਕਰ ਕੀਤਾ। ਹੁਣ ਇਹਦੇ 'ਚ 2 ਗੱਲਾਂ ਨੋਟ ਕਰਨ ਵਾਲੀਆਂ। ਪਹਿਲਾਂ ਤਾਂ ਆਪਾਂ ਮੈਡਮ ਮੇਰਾ ਖਿਆਲ ਹੁਣ ਮੰਤਰੀ ਬਣ ਗਏ ਨੇ, ਅਨਮੋਲ ਗਗਨ ਮਾਨ ਹੋਰੀ ਜੀ, ਉਹਨਾਂ ਦਾ ਬਿਆਨ ਸੀ ਹੈ ਨਾ, ਵੀ ਉਹਨਾਂ ਨੇ ਕਿਹਾ ਕਿ ਪ੍ਰਵਾਸੀ ਆਉਣ, ਵੀ ਪੰਜਾਬ ਇੱਕ ਰਾਂ ਮੁੜਨ। ਮੈਨੂੰ ਐਂ ਲੱਗਦਾ ਵੀ
ਹੋ ਸਕਦਾ ਵੀ ਹੁਣ ਉਹ ਮੰਤਰੀ ਬਣੇ ਨੇ ਉਹਨਾਂ ਨੇ ਇਹ ਬਿਆਨ ਦਿੱਤਾ, ਪਰ ਇਹ ਬਿਆਨ ਨਵਾਂ ਨਹੀਂ। ਇਹਦੋਂ ਪਹਿਲਾਂ ਜਿਹੜੇ ਮੰਤਰੀ ਹੁੰਦੇ ਸੀ ਉਹਨਾਂ ਦੇ ਵੀ ਇਹੀ ਬਿਆਨ ਸੀ, ਉਦੋਂ ਪਿਛਲੇ ਮੰਤਰੀ ਲਾ ਲਓ ਤੁਸੀਂ, ਉਹਨਾਂ ਦਾ ਵੀ ਇਹੀ ਬਿਆਨ ਆ। ਪਰ ਤੁਸੀਂ ਇਹ ਦੇਖੋ ਵੀ ਲੀਡਰ ਬੇਨਤੀਆਂ ਕਰਦੇ ਨੇ ਵੀ ਆਇਓ, ਪ੍ਰਵਾਸੀ ਆਉਣ, ਸਾਡੇ ਕੋਲੇ ਆਉਣ, ਤੁਹਾਡਾ ਆਪਣਾ ਪੰਜਾਬ ਹੈ ਨਾ, ਤਰੱਕੀ ਕਰੀਏ ਜੇ ਵੋ, ਪਰ ਪ੍ਰਵਾਸੀਆਂ ਦਾ ਜੀ ਨਹੀਂ ਕਰਦਾ ਵੀ ਉੱਧਰ ਨੂੰ ਜਾਣ ਨੂੰ। ਹੁਣ ਗੱਲ ਇਹ ਆ ਵੀ ਇਹ ਨੌਬਤ ਜਿਹੜੀ ਆ ਇਹ ਕਿੰਨੇ ਲਿਆਂਦੀ, ਸਵਾਲ ਸਭ ਤੋਂ ਵੱਡਾ ਇਹ ਆ। ਹੁਣ ਜੇ ਕੋਈ ਇਹਦੇ ਲਈ ਆਖੇ ਹੋਣ ਵਾਲੀ ਸਰਕਾਰ, ਇਹਦੋਂ ਪਿਛਲੀ ਸਰਕਾਰ ਜਾਂ ਉਹ ਤੋਂ ਪਿਛਲੀ ਸਰਕਾਰ, ਜਾਂ ਜਿਹੜਾ ਕੋਈ ਚੱਲਦਾ ਹੋਣ ਵਾਲਾ ਲੀਡਰ ਜਾਂ ਉਦੋਂ ਪਹਿਲਾਂ ਚੱਲ ਹਟਿਆ ਲੀਡਰ, ਕੋਈ ਵੀ ਮੇਰਾ ਖਿਆਲ ਆਪਣੇ ਆਪ ਨੂੰ ਇਹਦੇ 'ਚੋਂ ਮਨਫੀ ਨਹੀਂ ਕਰ ਸਕਦਾ ਵੀ ਹਾਂ ਭਾਈ ਸਾਹਿਬ ਸਾਡਾ ਕਸੂਰ ਹੈ ਨਹੀਂ। ਕਰ ਸਕਦੇ ਆ, ਗੱਲਾਂ ਬਾਤਾਂ ਕਰ ਸਕਦੇ ਆ। ਤੁਸੀਂ 54 ਮਿੰਟਾਂ ਦੇ ਪ੍ਰੋਗਰਾਮ 'ਚ ਗੱਲਾਂ ਬਾਤਾਂ ਕਈ ਕੁਝ ਕਰ ਜਾਣਾ, ਲੀਡਰ ਬੰਦੇ ਹੋ, ਉਹਨਾਂ ਨੇ ਤਾਂ ਬਹੁਤ ਕੁਝ ਕਰ ਜਾਣਾ। ਤੁਸੀਂ ਦੇਖੋ ਸੰਧਾਵਾਲੀਆ ਸਾਹਿਬ, ਜਿਹੜਾ ਫਿਕਰ ਤੁਸੀਂ ਜ਼ਾਹਿਰ ਕੀਤਾ ਨਾ ਕਿ ਪੰਜਾਬ ਕਿੱਦਾਂ ਦਾ ਹੋਊਗਾ, ਕਿੱਦਾਂ ਦਾ ਪੰਜਾਬ ਅਸੀਂ ਅਗਲੀ ਪੀੜ੍ਹੀ ਦੇ ਹੱਥਾਂ 'ਚ ਦੇਣ ਜਾ ਰਹੇ ਹਾਂ। ਆਮ ਤੌਰ ਦੇ ਉੱਤੇ ਬਜ਼ੁਰਗ ਜਦੋਂ ਇਹਨਾਂ ਨੂੰ ਪਤਾ ਹੁੰਦਾ ਕਿ ਹੁਣ ਜੇ ਦਿਨ ਨਹੀਂ, ਹਫ਼ਤੇ ਨੇ, ਮਹੀਨਿਆਂ ਸਾਲਾਂ 'ਚ ਨਹੀਂ ਮੈਂ ਜਾਂਦਾ, ਉਦੋਂ ਹੀ ਕਰਨ ਲੱਗ ਪੈਂਦਾ ਹੁੰਦਾ ਬਜ਼ੁਰਗ। ਉਹ ਗੂਠਾ ਗਾਠਾ ਲਵਾ ਲਓ, ਉਹ ਆ ਇੱਥੇ ਆ ਚੀਜ਼ਾਂ, ਮੇਰੀ ਨਾ ਮਾੜੀ ਜਿਹੀ ਅਲਮਾਰੀ ਖੋਲੋ, ਇਹਦੇ ਵਿੱਚ ਆ ਚੀਜ਼ ਪਈ ਆ, ਲੈਣ ਦੇਣ ਆ। ਆਮ ਤੌਰ ਤੇ ਬਜ਼ੁਰਗ ਬੜੇ ਮਾਣ ਨਾਲ ਕਹਿੰਦੇ ਹੁੰਦੇ ਆ, ਦੇਖੋ ਤੁਹਾਡਾ ਦਾਦਾ ਮੈਨੂੰ ਆਹ ਕੁਛ ਦੇ ਕੇ ਗਿਆ ਸੀ, ਮੈਂ ਇੰਨਾ ਕੁ ਕੁਛ ਬਣਾਤਾ, ਤੁਸੀਂ ਅੱਗੇ ਸਾਂਭ ਕੇ ਰੱਖਿਓ। ਇਹ ਕੀ ਕਹਿਣਗੇ ਕਿ ਸਾਨੂੰ ਬੜਾ ਵਧੀਆ ਪੰਜਾਬ ਮਿਲਿਆ ਸੀ, ਜਿਹਦੇ 'ਚ ਪਾਣੀ ਸਾਫ਼ ਸੀ, ਫਸਲਾਂ ਵਧੀਆ ਸੀ, ਭਾਈਚਾਰਾ ਪੂਰਾ ਸੀ, ਇਲਾਕਾ ਖੁੱਲ੍ਹਾ ਸੀ। ਆਹ ਲਓ ਅਸੀਂ ਤੁਹਾਨੂੰ ਬਿਮਾਰੀਆਂ ਵਾਲਾ ਪੰਜਾਬ ਦੇ ਚੱਲੇ ਹਾਂ, ਜਿਹਦੇ 'ਚ ਪਾਣੀ ਥੱਲੇ ਆ, ਜਿਹੜਾ ਪਾਣੀ ਉੱਪਰ ਦਰਿਆਵਾਂ 'ਚ ਹੈ ਉਹ ਗੰਦਲਾ ਹੈ, ਫਸਲਾਂ ਜ਼ਹਿਰੀਲੀਆਂ, ਬਿਮਾਰੀ ਠੋਕ ਕੇ ਹੈ, ਹਸਪਤਾਲਾਂ 'ਚ ਡਾਕਟਰ ਨਹੀਂ, ਸਕੂਲਾਂ 'ਚ ਮਾਸਟਰ ਨਹੀਂ। ਆਹ ਫੜੋ ਚਾਬੀਆਂ, ਅਗਲੇ ਨੇ ਵਗਾ ਕੇ ਮੱਥੇ 'ਚ ਹੀ ਮਾਰਨੀਆਂ। ਹੁਣ ਤੁਸੀਂ ਕਮਾਲ ਦੀ ਗੱਲ ਦੇਖੋ ਕਿ ਪਿਛਲੇ 4-5 ਦਿਨਾਂ ਦੇ ਵਿੱਚ 9 ਤੇ ਪਾਉਣ ਜੋਗਾ ਵੀ ਜੇ ਕਿਸੇ ਪੰਜਾਬ ਦੇ ਲੀਡਰ ਨੂੰ ਚੇਤਾ ਆਇਆ ਹੋਵੇ, ਬੜੀ ਚਰਚਾ ਚੱਲਦੀ ਸੀ ਪਿਛਲੇ ਦਿਨੀ, ਗੈਂਗਸਟਰ ਬੜੇ ਵੱਧ ਗਏ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ। ਹਰ ਲੀਡਰ ਹੀ ਕਹੀ ਜਾਂਦਾ ਸੀ ਪੰਜਾਬ 'ਚ ਕਿਤੇ ਰਹਿਣ ਵਾਲਾ ਪੰਜਾਬ 'ਚ ਸੱਤਾਧਾਰੀ ਧਿਰ ਨੂੰ ਕੰਮ ਕਰਨਾ ਚਾਹੀਦਾ। ਸੱਤਾਧਾਰੀ ਧਿਰ ਵਾਲੇ ਕਹਿੰਦੇ ਸੀ ਸਾਨੂੰ ਪਿਛਲੇ ਬੰਦੇ ਦੇਖ ਕੇ ਗਏ ਆ। ਜਦੋਂ ਦਾ 25 ਕਰੋੜ ਵਾਲਾ ਮਾਮਲਾ ਆਇਆ, ਕਿਸੇ ਲੀਡਰ ਨੂੰ ਚੇਤਾ ਗੈਂਗਸਟਰਾਂ ਦਾ? SYL ਦਾ ਚਰਚਾ ਚੱਲਿਆ ਸੀ, 3 ਦਿਨ ਮਿੱਟੀ ਉਡਾ ਰੱਖੀ ਸਾਡੇ ਲੀਡਰਾਂ ਨੇ, ਨਹੀਂ ਜਾਣ ਦਿਆਂਗੇ ਪਾਣੀ ਨਹੀਂ। ਜਿੱਦਾਂ ਨਲਕੇ ਦੇ ਮੂਹਰੇ ਇਹਨਾਂ ਨੇ ਹੱਥ ਰੱਖ ਲੈਣਾ ਹੁੰਦਾ, ਤੇ ਦੂਜੇ ਬੰਦਿਆਂ ਨੇ ਜਿੱਦਾਂ ਸੂਟਾ ਮਾਰ ਕੇ ਖਿੱਚ ਲੈਣਾ ਹੁੰਦਾ, ਹਰਿਆਣੇ ਵਾਲਿਆਂ ਨੇ, ਨਹੀਂ ਜਾਣ ਦਿਆਂਗੇ ਪਾਣੀ, ਏਦਾਂ ਕਰੀ ਗਏ। 25 ਕਰੋੜ ਦਾ ਮਸਲਾ ਹੈ, SYL ਭੁੱਲ ਗਈ, ਪਾਣੀ ਭੁੱਲ ਗਿਆ। ਹੋਰ ਦੇਖੋ ਸਕਾਲਰਸ਼ਿਪ ਸਕੀਮ ਦਾ ਮਸਲਾ ਸੀ, ਜਾਣੀ ਇਹ ਲੀਡਰ ਕੀ ਦੇ ਰਹੇ ਅੱਗੇ, ਅੱਖਾਂ 'ਚੋਂ ਅੱਥਰੂ ਕਈਆਂ ਨੇ ਕੇਰੇ ਪ੍ਰੈਸ ਕਾਨਫਰੰਸਾਂ ਕਰਕੇ ਸਾਡੇ ਬੱਚਿਆਂ ਦਾ ਭਵਿੱਖ ਤਬਾਹ ਕਰਤਾ। 25 ਕਰੋੜ ਵਾਲਾ ਮਸਲਾ ਐਸਾ ਆਇਆ, ਅੰਦਰੋਂ ਨਵਾਂ ਛੱਜ ਚੱਕ ਲਿਆ, ਉਹ ਨਿਆਣਿਆਂ ਦਾ ਚੇਤਾ ਹੀ ਨਹੀਂ, ਉਹ ਅੱਥਰੂ ਸੁੱਕ ਹੀ ਗਏ, ਪੱਟਾਂ ਤੇ ਥਾਪੀਆਂ ਮਾਰੀ ਜਾਂਦੇ ਜਾ ਕੇ ਚੰਡੀਗੜ੍ਹ। ਹੁਣ ਜਿਨ੍ਹਾਂ ਨੇ ਤਾਂ ਆਹ ਕੁਛ ਕਰਨਾ ਲੀਡਰਾਂ ਨੇ, ਫਿਰ ਤਾਂ ਠੀਕ ਹੈ ਭਾਈ। ਜੇ ਪੰਜਾਬ ਦੇ ਵਿੱਚੋਂ ਹੋ ਸਕਦਾ ਕੱਲ੍ਹ ਨੂੰ ਇਹ ਮਾਝਾ ਮਾਲਵਾ ਤੇ ਦੁਆਬੇ ਦੇ ਆਧਾਰ ਦੇ ਉੱਤੇ ਵੀ ਕੰਮ ਕਰਨਾ, ਪਰ ਨਹੀਂ ਯਾਰ ਇੱਥੇ ਨਹੀਂ ਸੂਤ ਆਉਂਦਾ, 4-5 ਜ਼ਿਲ੍ਹਿਆਂ ਦਾ ਸੂਬਾ ਹੋਵੇ, ਅਸੀਂ ਉੱਥੇ ਮੁੱਖ ਮੰਤਰੀ ਹੋਈਏ, ਕੋਈ ਪਤਾ ਨਹੀਂ ਇਹਨਾਂ ਦਾ, ਤੁਹਾਡੇ ਬੰਦੇ ਨੇ ਭਾਈ, ਕੁਝ ਵੀ ਕਰ ਸਕਦੇ ਆ। ਹਾਂ ਨਹੀਂ, ਇਹ ਤਾਂ ਗੱਲ ਹੈਗੀ ਆ। ਇਹ ਪਰ ਨਾ ਕਾਰਨ ਇਹ ਆ WhatsApp, ਤੁਸੀਂ ਲੀਡਰਾਂ ਨੂੰ ਵੀ ਨਾ ਬਹੁਤਾ ਦੋਸ਼ ਦੇ ਦਿਆ ਕਰੋ, ਕਿਉਂਕਿ ਲੀਡਰ ਵੀ ਤਾਂ ਲੋਕਾਂ 'ਚੋਂ ਨਿਕਲਦੇ ਆ। ਅੱਛਾ, ਲੋਕਾਂ 'ਚੋਂ ਨਿਕਲਦੇ ਆ? ਹਾਂ, ਮੁੜ ਕੇ ਲੋਕਾਂ 'ਚ ਵੜਦੇ ਨੇ, ਨਿਕਲਦੇ ਲੋਕਾਂ 'ਚੋਂ। ਮੈਂ ਤਾਂ ਜਿਹੜੀ ਲਾਈਨ ਸੱਚੀ ਉਹ ਬੋਲੀ। ਅੱਛਾ, ਤੁਸੀਂ ਦੇਖੋ ਵੀ ਲੀਡਰ ਲੋਕਾਂ 'ਚੋਂ ਨਿਕਲਦੇ ਆ ਤੇ ਲੋਕਾਂ ਦਾ ਸੁਭਾਅ ਤੇ ਲੀਡਰਾਂ ਦੇ ਨਾਲ ਰਹਿੰਦਾ ਨਾ। ਹੁਣ ਆਪਾਂ ਚਲੇ ਜਾਈਏ ਕਿਤੇ ਹੋਰ ਕੁਝ ਹੋਵੇ ਨਾ ਹੋਵੇ, ਮੰਨ ਲਓ ਤੁਸੀਂ ਫੁਲਕਾ ਹੀ ਛਕਦੇ ਪਏ ਕਿਤੇ, ਹੈ ਨਾ, ਰੋਟੀ ਖਾਂਦਾ ਪਿਆ ਬੰਦਾ, ਇੱਥੋਂ ਦਾਲ ਪਾ ਲਈ, ਉੱਥੋਂ ਸਬਜ਼ੀ ਸਲਾਦ ਪਾ ਲਈ, ਤੁਸੀਂ ਫੁਲਕਿਆਂ ਵਾਲੀ ਟਰੇ ਦੇ ਕੋਲ ਜਾ ਕੇ ਨਾਲ ਤੱਤਾ ਜਾਂ ਕਿਹੜਾ ਦੋ ਥੱਲੇ ਹੀ ਚੱਕਣਾ, ਹੈ ਨਾ। ਹੁਣ ਤੁਸੀਂ ਦੇਖੋ ਉਹੀ ਕੰਮ ਲੀਡਰਾਂ ਦਾ, ਉਹ ਕਹਿੰਦਾ ਵੀ ਯਾਰ ਆਹ ਦੋ ਕੁ ਜਿਹੜੀਆਂ ਤੁਸੀਂ SYL ਨਹਿਰ ਨਹੀਂ ਠੰਡਾ, ਉਹ ਯਾਰ ਉਹਦਾ ਵਜੀਫਾ ਜਾਂ ਕੋਈ ਹੋਰ ਦਾ, ਕਹਿੰਦਾ ਯਾਰ ਤੱਤਾ ਆਇਆ ਜੀ ਹੁਣੇ 25, ਇਹ ਲਿਆ, ਕਹਿੰਦਾ ਫੁੱਲ ਦਾ ਫੁਲਕਾ ਜਿਹਾ ਲਿਆ। ਹੁਣ ਤੁਸੀਂ ਦੇਖੋ ਲਿਆ ਬਈ, ਤੱਤੀਆਂ ਲਿਆ, ਉੱਥੇ ਖੜੇ ਹੋ ਜਾਣਾ 2-3 ਮਿੰਟ, ਸਾਰੀ ਲਾਈਨ ਰੋਕ ਦੇਣੀ। ਹਾਂ, ਸੋ ਉਹ ਜੇ ਤੱਤਾ ਫੁਲਕਾ ਖਾਣ ਦੇ ਆਦੀ ਆਪਾਂ ਆ, ਤੇ ਉਸੇ ਤਰ੍ਹਾਂ ਲੀਡਰ ਵੀ ਉਹ ਕਹਿੰਦਾ ਵੀ ਤੱਤੀ ਖਬਰ ਕਿਹੜੀ, ਉਹਦੇ ਤੇ ਬਿਆਨ ਦਿਓ, ਕਿਉਂਕਿ ਮੀਡੀਆ ਵਾਲੇ ਆਪਣੇ ਵਾਲੇ ਭਾਈਚਾਰੇ ਨੇ ਵੀ ਉੱਤੇ ਸਵਾਲ ਕਰਨਾ, ਖਬਰਾਂ ਵੀ ਉਹਦੀਆਂ ਲੱਗਣੀਆਂ, ਵੀਡੀਓ ਵੀ ਉਹਦੀਆਂ ਚੱਲਣੀਆਂ, ਫੋਟੋਆਂ ਵੀ ਉਹਦੀਆਂ ਆਉਣੀਆਂ। ਇਸ ਕਰਕੇ ਜਿਹੜਾ ਮੁੱਦਾ ਗਰਮ ਹੈ, ਜਿਹੜਾ ਫੁਲਕਾ ਤੱਤਾ, ਉਹੀ ਅਗਲਾ ਚੁੱਕਦਾ। ਨਹੀਂ, ਗੱਲ ਠੀਕ ਹੈ ਸੰਧਾਵਾਲੀਆ ਸਾਹਿਬ ਤੁਹਾਡੀ, ਉਹ ਜੇ ਚੁੱਕਦੇ ਆ ਤਾਂ ਫਿਰ ਚੁੱਕ ਲੈਣ ਭਾਈ, ਆਪਾਂ ਕੀ ਕਰ ਸਕਦੇ ਹਾਂ। ਬਿਕਰਮ ਸਿੰਘ ਮਜੀਠੀਆ ਸਾਹਿਬ ਨੇ ਸਵਾਲ ਹੀ ਚੁੱਕ ਦਿੱਤਾ। ਤੁਸੀਂ ਫੁਲਕੇ ਦੀ ਗੱਲ ਕੀਤੀ, ਫੁਲਕੇ ਤੋਂ ਸਵਾਲ ਤੇ ਆ ਜੀ, ਤੱਤੇ ਹੋ ਗਏ ਉਹ ਵੀ। ਉਹ ਕਹਿੰਦੇ ਜੀ ਦੇਖੋ, ਮੈਨੂੰ ਅਕਾਲੀ ਦਲ ਦਾ ਲੀਡਰ ਜਾਂ ਵਰਕਰ ਨਾ ਜਾਣਿਓ, ਸਿਪਾਹੀ ਨਾ ਜਾਣਿਓ, ਮੈਂ ਪੰਜਾਬ ਦਾ ਬਸ਼ਿੰਦਾ, ਮੈਂ ਪੰਜਾਬ ਦਾ ਨਾਗਰਿਕ, ਇੱਥੋਂ ਦਾ ਰਹਿਣ ਵਾਲਾ, ਤੇ ਮੈਂ ਇੱਕ ਬੇਨਤੀ ਕਰਦਾ ਕਿ ਕਈ ਘੰਟੇ ਹੋ ਗਏ FIR ਦਰਜ ਕਰਾਈ ਆਮ ਆਦਮੀ ਪਾਰਟੀ ਵਾਲਿਆਂ ਨੇ DGP ਸਾਹਿਬ ਕੋ ਕਿ 25 ਕਰੋੜ ਰੁਪਈਆ ਦਿੰਦੇ ਸਾਡੇ ਬੰਦਿਆਂ ਨੂੰ। ਇਹਨੇ ਮੈਂ ਕਈ ਅਫਸਰਾਂ ਨੂੰ ਫੋਨ ਕੀਤਾ,
ਮੈਂ ਕੋਸ਼ਿਸ਼ ਕੀਤੀ, ਮੈਂ ਸਰਚ ਕੀਤੀ, ਮੈਨੂੰ FIR ਦੀ ਕਾਪੀ ਨਹੀਂ ਲੱਭੀ। ਜੇ ਕਹਿੰਦੇ ਮੈਨੂੰ FIR ਨਹੀਂ ਮਿਲ ਰਹੀ, ਉਹ ਪੰਜਾਬ ਦੇ ਆਮ ਬੰਦੇ ਨੂੰ ਕਿੱਥੋਂ ਮਿਲ ਜੂ? ਉਹ ਕਹਿੰਦੇ FIR ਦੀ ਕਾਪੀ ਸਾਨੂੰ ਦਿਓ, ਅਸੀਂ ਦੇਖਣਾ ਚਾਹੁੰਦੇ ਹਾਂ ਕਿ ਆਮ ਆਦਮੀ ਪਾਰਟੀ ਨੇ ਕਿਹਦੇ ਤੇ ਕਿੱਦਾਂ ਦਾ ਦੋਸ਼ ਲਾਇਆ। ਗੋਲਮੋਲ ਵਾਰਡਿੰਗ ਲਿਖੀ ਹੈ ਜਾਂ ਪ੍ਰੈਸ ਕਾਨਫਰੰਸ ਦੇ ਵਿੱਚ ਜਿੱਦਾਂ ਅਗਲਿਆਂ ਦਾ ਨਾਂ ਲੈਂਦੇ ਅਸੀਂ ਨਾਂ ਲਿਖਿਆ। ਬਾਕੀ ਉਹਨਾਂ ਨੇ ਨਾਲ ਲੱਗਦਾ ਇੱਕ ਹੋਰ ਕਹਿਤਾ, ਕਿਉਂਕਿ ਕੱਲ ਸ਼ੀਤਲ ਅੰਗਰਾਲ ਸਾਹਿਬ ਜਿਹੜੇ ਕਿ ਜਲੰਧਰ ਵੈਸਟ ਤੋਂ ਪੱਛਮ ਤੋਂ MLA ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਦਾ ਉਹਨਾਂ ਨੇ ਜ਼ਿਕਰ ਕੀਤਾ। ਕਹਿੰਦੇ ਜੀ ਉਹ ਮੈਨੂੰ ਤਾਂ ਨਾਂ ਨਹੀਂ ਲੈਣਾ ਆਉਂਦਾ, ਕੀ ਨਾਮ ਹੈ ਸ਼ੀਤਲ, ਦੂਜੀ ਵਾਰੀ ਉਹਨਾਂ ਨੇ ਸਹੀ ਨਾਂ ਲੈਤਾ। ਕਹਿੰਦੇ ਹੁਣ ਮੈਂ ਤੁਹਾਨੂੰ ਦੱਸਦਾ ਹੀ ਕਿ ਇਹ ਦੋਸ਼ ਤਾਂ ਭਾਜਪਾ ਤੇ ਲਾਉਂਦੇ ਆ ਦੇਖਿਓ, ਐ ਕਾਗਜ਼ ਚੱਕਿਆ, ਆਹ ਦੇਖਿਓ, ਤੇ ਕਹਿੰਦੇ ਉਹੀ ਖੜੇ ਨੇ ਪਿੱਛੇ, ਅਮਿਤ ਸ਼ਾਹ ਸਾਹਿਬ ਦੇ ਨਾਲ ਉਹਨਾਂ ਦੀ ਫੋਟੋ ਹੈ, ਪੁਰਾਣੀ ਹੋਣੀ ਕਿਉਂਕਿ ਹੁਣੇ ਹੀ ਸ਼ਾਮਲ ਹੋਇਓ। ਆਹ ਕਹਿੰਦੇ ਜੀ ਵਿਜੇ ਸਾਂਪਲਾ ਸਾਹਿਬ ਨਾਲ ਕੱਪੜੇ ਵੀ ਕਹਿੰਦੇ ਇੱਕੋ ਦਰਜੀ ਤੋਂ ਸੌਂਦੇ ਲੱਗਦੇ ਮੈਨੂੰ, ਇੱਕੋ ਜਿਹੀਆਂ ਕੁੜਤੀਆਂ ਪਾਈਆਂ ਸੀ ਉਹਨਾਂ ਨੇ। ਯਾਨੀ 4-5 BJP ਦੇ ਜਿਹੜੇ ਸਿਰੇ ਦੇ ਲੀਡਰ ਆ, ਮੇਰੇ ਖਿਆਲ ਨੱਡਾ ਸਾਹਿਬ ਨਾਲ ਵੀ ਫੋਟੋ ਹੋਣੀ ਹੈ। ਕਹਿੰਦੇ ਜੀ ਆਹੀ ਬੰਦਿਆਂ ਨੂੰ ਕਹਿੰਦੇ ਨਾ ਧਮਕੀਆਂ ਆਉਂਦੀਆਂ ਉਹਨਾਂ ਵਾਲੇ ਪਾਸਿਓਂ। ਕਹਿੰਦੇ ਮੈਂ ਤਾਂ ਅਮਿਤ ਸ਼ਾਹ ਸਾਹਿਬ ਨੂੰ ਬੇਨਤੀ ਕਰਦਾ ਕਿ ਤੁਹਾਡਾ ਨਾਂ ਲਾਉਂਦੇ ਆ, ਤੁਸੀਂ ਕੇਂਦਰ ਸਰਕਾਰ ਦੀ ਕਿਸੇ ਏਜੰਸੀ ਤੋਂ ਜਾਂਚ ਪੜਤਾਲ ਕਰਾ ਲਓ ਕਿ ਝੂਠ ਬੋਲਦੇ ਆ ਕਿ ਸੱਚ ਬੋਲਦੇ ਆ, ਪਰ FIR ਦੀ ਕਾਪੀ ਦਿਓ। ਨਹੀਂ ਦੇਖੋ, ਆਪਾਂ ਕੱਲ ਵੀ ਗੱਲ ਕੀਤੀ ਸੀ ਇਹ ਵੀ ਮੁੱਦਾ ਭਾਵੇਂ ਕੁਛ ਹੈਗਾ ਭਾਵੇਂ ਨਹੀਂ ਹੈਗਾ, ਵੀ ਜੇ ਤੇ ਆਮ ਆਦਮੀ ਪਾਰਟੀ ਹੁਣ ਇਹਨੂੰ ਕਲੀਅਰ ਕਰਨ 'ਚ ਕਾਮਯਾਬ ਹੋ ਗਈ, ਲੋਕਾਂ ਦੇ ਵਿੱਚ ਅਕਸ ਕਲੀਅਰ ਹੋ ਗਿਆ ਵੀ ਗੱਲ ਸੀਗੀ ਤੇ ਆਹ ਗੱਲ ਇੱਦਾਂ ਹੋਈ ਹੈ ਤੇ ਤਾਂ ਕਰਕੇ ਰੌਲਾ ਪਿਆ, ਫਿਰ ਤਾਂ ਗੱਲ ਲੱਗ ਜੂਗੀ ਇੱਕ ਪਾਸੇ। ਤੇ ਜੇ ਇਕੱਲਾ ਛਾਜੀ ਸੀਗਾ ਵੀ ਥੋੜ੍ਹੇ ਦਾਣੇ ਪਾਏ ਤੇ ਜਦੋਂ ਆਵਾਜ਼ ਦਾ ਬੁੱਲਾ ਜਾਇਆ ਤੇ ਉਦੋਂ ਡਾਵਾਂਗੇ, ਜੇ ਤੇ ਉੱਦਾਂ ਦੀ ਗੱਲਬਾਤ ਸੀਗੀ ਫਿਰ ਇਹ ਕੰਮ ਫਸ ਜਾਣਾ। ਤੇ ਮੈਨੂੰ ਲੱਗਦਾ ਇਹ ਕੰਮ ਹੋ ਗਿਆ। ਹੁਣ ਮਜੀਠੀਆ ਸਾਹਿਬ ਨੇ ਤਾਂ ਇਹ ਵੀ ਗੱਲ ਕਹੀ ਨਾ, ਉਹ ਕਹਿੰਦੇ ਦੇਖੋ FIR ਵਾਲੇ ਰਾਹ ਨਹੀਂ ਗਏ ਬੰਦੇ, ਕਿਉਂਕਿ FIR ਤਾਂ ਕਹਿੰਦੇ ਬੜਾ ਸਿੰਪਲ ਕੰਮ ਹੈ ਵੀ DGP ਸਾਹਿਬ ਜਿਹੜੇ ਨੇ, DGP ਸਾਹਿਬ ਨੂੰ ਕਹਿਣਾ ਤੇ FIR ਹੋ ਜਾਣੀ ਤੇ ਉੱਤੇ ਕਾਰਵਾਈ ਹੋਣੀ। ਕਹਿੰਦੇ ਜਾਂ ਤਾਂ ਫਿਰ ਉਹਨਾਂ ਨੂੰ DGP ਸਾਹਿਬ ਤੋਂ ਡਰ ਲੱਗਦਾ, ਕਿਉਂਕਿ DGP ਸਾਹਿਬ ਜਿਹੜੇ ਨੇ ਹੋ ਸਕਦਾ ਵੀ ਇਹਨਾਂ ਦੀ ਘੱਟ ਤੇ ਕਿਸੇ ਹੋਰ ਦੀ ਜ਼ਿਆਦਾ ਮੰਨਦੇ ਹੋਣ, ਹੈ ਨਾ, ਇਹ ਵੀ ਹੁਣ ਇੰਡਾਇਰੈਕਟ ਵੇ ਨਾਲ ਇਸ਼ਾਰਾ। ਦੂਜੀ ਗੱਲ ਕਹਿੰਦੇ ਕਿਉਂਕਿ ਉਹਨਾਂ ਨੇ ਜੁਡੀਸ਼ੀਅਲ ਜਿਹੜੀ ਜਾਂਚ ਆ ਉਹਦੀ ਮੰਗ ਵੀ ਕਰ ਦਿੱਤੀ। ਉਹ ਕਹਿੰਦੇ ਵੀ ਜੁਡੀਸ਼ੀਅਲ ਜਿਹੜੀ ਜਾਂਚ ਆ ਉਹਦੀ ਮੰਗ ਕਰਨ ਨਾਲੋਂ FIR ਵਾਲਾ ਕੰਮ ਜਦ ਜ਼ਿਆਦਾ ਵਧੀਆ, ਵੀ ਜਨਾਬ ਹੋਰੀ ਜਾਣਗੇ ਲਿਆ ਕੇ ਚੁੱਕ ਕੇ ਬੰਦਾ ਅੰਦਰ ਤੇ ਪੁੱਛਣਗੇ ਵੀ ਹਾਂ ਮੈਂ ਤੇਰਾ ਕਿਉਂ ਕੀਤਾ ਇੱਦਾਂ। ਕਿਉਂਕਿ ਜਿਹੜੀ ਜੁਡੀਸ਼ੀਅਲ ਜਾਂਚ ਆ ਉਹ ਤਾਂ ਜੱਜ ਸਾਹਿਬ ਦੀ ਡਿਊਟੀ ਲੱਗ ਜੂਗੀ, ਉਹ ਭਾਵੇਂ ਰਿਟਾਇਰਡ ਹੋਣ ਜਾਂ ਮੌਜੂਦਾ ਜੱਜ ਹੋਣ, ਸਿਟਿੰਗ ਜੱਜ ਹੋਣ, ਉਹ ਜਾਂਚ ਪੜਤਾਲ ਕਰਕੇ ਇੱਕ ਰਿਪੋਰਟ ਦੇ ਦੇਣਗੇ। ਰਿਪੋਰਟ ਦਾ ਮੁੜ ਕੇ ਕੁਛ ਬਣਦਾ ਕਿ ਨਹੀਂ ਬਣਦਾ ਉਹ ਕਿਸੇ ਨੂੰ ਕੀ ਪਤਾ। ਹੁਣ ਜਿਸ ਹਿਸਾਬ ਨਾਲ ਮੁੱਦਾ ਚੱਲਿਆ ਸੀ, ਲੱਗਦਾ ਤਾਂ ਇਹ ਸੀ ਕਿ ਆਮ ਆਦਮੀ ਪਾਰਟੀ ਦੇ ਇਸ ਮੁੱਦੇ ਤੋਂ ਬਾਅਦ ਹੁਣ ਵਿਰੋਧੀਆਂ ਨੂੰ ਹੱਥਾਂ ਪੈਰਾਂ ਦੀ ਪਊਗੀ। ਪਰ ਮੈਨੂੰ ਲੱਗਦਾ ਵੀ ਜਿਸ ਹਿਸਾਬ ਨਾਲ ਵਿਰੋਧੀ ਟਾਈਮ ਨਾਲ ਫੋਨ ਕਰ ਦਿੰਦੇ ਵੀ ਸਵੇਰੇ ਤੜਕੇ ਪਰੌਂਠੀ ਖਾ ਕੇ ਆ ਜਾਵੇ ਭਾਜੀ, ਕੀ ਆਪਾਂ ਚੰਡੀਗੜ੍ਹ ਜਾਣਾ, ਉੱਥੇ ਕਰਨਾ, ਉੱਥੇ ਗਵਰਨਰ ਸਾਹਿਬ ਨੂੰ ਜਾ ਕੇ ਮਿਲ ਕੇ ਆਉਣਾ, BJP ਵਾਲੇ ਗਏ ਨੇ। ਉਹਦੇ ਤੋਂ ਮੈਨੂੰ ਲੱਗਦਾ ਵੀ ਹੁਣ ਮੁੱਦਾ ਵਿਰੋਧੀਆਂ ਨੇ ਜ਼ਿਆਦਾ ਚੱਕ ਲਿਆ ਆਮ ਆਦਮੀ ਪਾਰਟੀ ਨਾਲੋਂ। ਨਹੀਂ, ਉਹਨਾਂ ਨੇ ਤਾਂ ਕੈਂਪ, ਕਿਉਂਕਿ ਸਿੱਧੇ ਤੌਰ ਤੇ ਜਦੋਂ ਦੋਸ਼ ਲੱਗਦੇ ਆ ਕਿ ਆਹ ਪਾਰਟੀ ਖਰੀਦੀ ਹੈ, ਨਾਲ ਇਹ ਸਵਾਲ ਪੈਦਾ ਹੁੰਦਾ ਪੈਸੇ ਕਿੱਥੋਂ ਆਏ, ਭ੍ਰਿਸ਼ਟਾਚਾਰ ਦਾ ਦਿਮਾਗ ਦੇ ਵਿੱਚ ਆਉਂਦਾ। ਅਗਲੇ ਕਹਿੰਦੇ ਸਾਡਾ ਕੋਈ ਬੰਦਾ ਇਦਾਂ ਕਰ ਹੀ ਨਹੀਂ ਸਕਦਾ, ਹੈ ਹੀ ਨਹੀਂ ਗੱਲ, ਅਸੀਂ ਆਪ ਜਾਂਚ ਕਰਾਉਣੇ। ਇੱਕ ਤਾਂ ਹੁੰਦਾ ਨਾ ਕਿ ਅਗਲਾ ਬੰਦਾ ਕਹੇ ਜੀ ਸਾਡਾ ਝੂਠਾ ਨਾਂ ਲਾਉਂਦੇ ਆ ਜਾਂ ਚੁੱਪ ਕਰ ਰਹੇ ਲੋਕਾਂ ਦੇ ਮਨ 'ਚ ਸ਼ੱਕ ਪੈਦਾ ਹੁੰਦਾ, ਉਹ ਕਹਿੰਦੇ ਕੋਈ ਗੱਲ ਨਹੀਂ ਅੱਗੇ ਜਾ। ਹੁਣ ਨਾਰਮਲੀ ਹੁੰਦਾ ਕੋਈ ਬੰਦਾ ਕਿਸੇ ਨੂੰ ਕਹੇ ਯਾਰ ਤੁਸੀਂ ਸਾਡਾ ਬਾਲਣ ਚੱਕ ਲਿਆ, ਕਿਹੜਾ ਕਹਿੰਦਾ ਬਾਹਰ ਲਿਆਓ, ਸਾਹਮਣੇ ਲੱਤਾਂ ਭੰਨਾਂਗੇ ਉਹਦੀਆਂ। ਅਗਲੇ ਬੰਦੇ ਮੂਹਰੇ ਹੋ ਗਏ, ਰਾਜਪਾਲ ਸਾਹਿਬ ਨੂੰ ਜਾ ਕੇ ਕਹਿੰਦੇ ਜੀ ਆਹ ਦੇਖੋ ਇਹ ਤਾਂ ਲੋਕਤੰਤਰ ਦੇ ਉੱਤੇ ਸਿੱਧਾ ਹਮਲਾ, ਵੋਟ ਪਾ ਕੇ ਲੋਕਾਂ ਨੇ MLA ਬਣਾਏ ਹੁੰਦੇ ਆ, ਉਹਨਾਂ ਦੇ ਖਰੀਦ ਵੇਚ ਦੀ ਗੱਲ ਹੈ, ਤੁਸੀਂ ਜਾਂਚ ਕਰਾਓ, ਇਹ ਬੰਦੇ ਐਂ ਕਰਦੇ ਪਏ। ਨਾਲ ਹੀ ਉਹਨਾਂ ਨੇ ਕਹਿਤਾ ਕਹਿੰਦੇ ਨਾਟਕ ਕਰਦੇ ਆ, ਸੁਦਾ ਹੀ ਨਾਟਕ ਕਹਿੰਦੇ। ਫੌਜਾ ਸਿੰਘ ਸਰਾਰੀ ਦਾ ਨਾਂ ਲਿਆ ਅਸ਼ਵਨੀ ਸ਼ਰਮਾ ਸਾਹਿਬ ਨੇ, ਉਹ ਕਹਿੰਦੇ ਜੀ ਅਸਲ ਦੇ ਵਿੱਚ ਤਾਂ ਇਹਨਾਂ ਦੇ ਇੱਕ ਬੰਦੇ ਦੀ ਆਡੀਓ ਜਨਤਕ ਹੋ ਗਈ, ਕਾਰਵਾਈ ਤਾਂ ਉਹਦੇ ਉੱਤੇ ਕਰਨੀ ਬਣਦੀ ਸੀ, ਲੋਕਾਂ ਦੇ ਮਨਾਂ 'ਚ ਸਵਾਲ ਆਉਣ ਲੱਗ ਪਏ ਤੇ ਇਹਨਾਂ ਨੇ ਫਿਰ ਦੂਜਾ ਹੀ ਮੁੱਦਾ ਚੱਕ ਦਿੱਤਾ ਕਿ ਭਾਈ ਉਸ ਮੁੱਦੇ ਨੂੰ ਆਪਾਂ ਬਿਠਾ ਹੀ ਦਈਏ, ਉਸ ਮੁੱਦੇ ਨੂੰ ਆਪਾਂ ਨਾਪੀ ਦਈਏ। ਆਹੀ ਮੁੱਦਾ ਇੰਨਾ ਜ਼ਿਆਦਾ ਉੱਪਰ ਨੂੰ ਚੱਕ ਦੇਣਾ, ਤਾਂ ਹੀ ਤਾਂ ਕਹਿੰਦੇ ਇਹਨਾਂ ਦੇ ਇੱਕ ਦਿਨ 'ਚ 4-4 ਬੰਦੇ ਇੱਕੋ ਹੀ ਮੁੱਦੇ ਤੇ ਪ੍ਰੈਸ ਕਾਨਫਰੰਸ ਕਰਦੇ ਆ ਕਿ ਉਹਦੀ ਖਬਰ ਹੀ ਫੌਜਾ ਸਿੰਘ ਸਰਾਰੀ ਦੀ ਲੋਕਾਂ ਨੂੰ ਲੱਭੇ ਨਾ। ਪਰ ਕਹਿੰਦੇ ਨਾ, ਅਸੀਂ ਰਾਜਪਾਲ ਸਾਹਿਬ ਨੂੰ ਕਹਿ ਕੇ ਆਏ ਹਾਂ ਕਿ ਇਸ ਮਾਮਲੇ ਦੀ ਵੀ ਕੇਂਦਰ ਤੋਂ ਹੀ ਤੁਸੀਂ ਜਾਂਚ ਕਰਾ ਲਓ, ਉੱਪਰਲੇ ਕਿਸੇ ਏਜੰਸੀ ਤੋਂ ਜਾਂਚ ਕਰਾ ਲਓ, ਸਾਨੂੰ ਮੰਤਰੀ ਦੇ ਮਨ 'ਚ ਕੁਛ ਨਾ ਕੁਛ ਕਾਲਾ ਲੱਗਦਾ ਹੈ। ਨਹੀਂ ਦੇਖੋ, ਜਾਂਚ ਵੀ CBI ਤੇ ED ਦੀ ਮੰਗੀ ਸ਼ਾਇਦ ਜੀ। ਹੁਣ ਤੁਸੀਂ ਦੇਖੋ ਵੀ CBI ਤੇ ED 'ਚ ਜਿਹੜੇ ਵਿਚਾਰੇ ਅਫਸਰ ਕੰਮ ਕਰਦੇ ਹੋਣਗੇ, ਉਹਨਾਂ ਦੀ ਮਨੋਦਸ਼ਾ ਕਿੱਦਾਂ ਦੀ ਹੋਊਗੀ। ਮੈਂ ਨਾ ਵੀ ਸੋਚਦਾ, ਵੈਸੇ ਮੈਂ ਘਰੇ ਸੋਚਦਾ ਵੀ ਉਸਦਾ ਵੀ ਹਨੇਰੇ ਸਵੇਰੇ ਕਿਤੇ ਘਰੇ ਆਉਂਦੇ ਹੋਣ ਤੇ ਉਹ ਜਵਾਕ ਆਉਂਦੇ ਨੂੰ ਵੀ ਪਾਪਾ ਆ ਗਏ। ਯਾਰ ਤੁਸੀਂ ਮੈਨੂੰ ਇੱਕ ਗੱਲ ਸਮਝਾਓ, ਦੋ ਕੰਮ ਇੱਕੋ ਟਾਈਮ ਤੇ ਕਿੱਦਾਂ ਕਰ ਲੈਂਦੇ ਹੋ? ਮਤਲਬ ਯਾਨੀ ਉਧਰੋਂ ਨੋਟ ਗਿਣੀ ਜਾਣੇ, ਉਧਰੋਂ ਸੋਚੀ ਜਾਣਾ। ਇਹੀ ਤੇ ਗੱਲ ਹੁੰਦਾ ਵੀ ਜਦੋਂ ਸੋਚਣਾ ਉਦੋਂ ਹੀ ਤਾਂ ਪਤਾ ਲੱਗਣਾ ਵੀ ਹਾਂ ਭਾਈ ਸਾਹਿਬ ਇਹ ਨੋਟ ਆਏ ਕਿੱਥੋਂ, ਗਾਂ ਫਿੱਟ ਕਿੱਥੇ ਕਰ। ਨਹੀਂ ਮੈਂ ਤਾਂ ਉਹਨਾਂ ਅਫਸਰਾਂ ਦੀ ਗੱਲ ਕਰਦਾ ਸੀ ਵੀ ਤੁਸੀਂ ਦੇਖੋ ਨਾ ਵੀ ਇਹਦੀ ਜਾਂਚ ਵੀ ਕਰਨੀ ਆ, ਉਹਦੀ ਜਾਂਚ ਵੀ ਕਰਨੀ, ਇੱਥੇ ਵੀ ਛਾਪਾ ਮਾਰਨਾ, ਉੱਥੇ ਵੀ ਛਾਪਾ ਮਾਰਨਾ।
ਹੁਣ ਇੱਕ ਆਮ ਨਾਰਮਲ ਸਧਾਰਨ ਬੰਦੇ ਨੂੰ ਕੋਈ ਕੰਮ ਦਿੱਤਾ ਹੋਵੇ ਨਾ ਤੇ ਉਹ ਕਹਿੰਦਾ ਚਲੋ ਯਾਰ ਇੱਕ ਨਿਬੇੜ ਲੈਨੇ ਆ, ਫਿਰ ਦੂਸਰਾ ਕਰ ਲੈਨੇ, ਫਿਰ ਤੀਸਰਾ ਕਰ ਲਵਾਂਗੇ। ਹੁਣ ਤੁਸੀਂ ਦੇਖੋ ਵੀ ਇੱਥੇ ਵੀ ਛਾਪਾ, ਇਹਦੇ ਤੇ ਵੀ ਛਾਪਾ। ਹੁਣ ਤਾਂ ਹੋਰ ਕੁਝ ਹੋਵੇ ਨਾ ਹੋਵੇ, ਇੱਕ ਤਾਂ ਹੁੰਦਾ ਵੀ ਸਰਕਾਰ ਸੋਚਦੀ ਆ ਵੀ ਇੱਥੇ ਜਾਂਚ ਕੀਤੀ ਜਾਵੇ। ਹੁਣ ਜਿਹੜੇ ਬੰਦੇ ਸਰਕਾਰ 'ਚ ਹੈ ਵੀ ਨਹੀਂ ਗੇ, ਉਹ ਵੀ ਬੰਦੇ ਆਣ ਕੇ ਅਸੀਂ ਡਿਮਾਂਡ ਕਰਦੇ ਹਾਂ ਵੀ ਜਾਂਚ ਕੀਤੀ ਜਾਵੇ ਤੇ ਇਹਨਾਂ ਤੋਂ ਕਰਾਈ ਜਾਵੇ। ਉਹ ਬੰਦੇ ਸੋਚਦੇ ਆ ਵੀ ਯਾਰ ਵੀਰ ਸਾਹ ਦੇ ਲੈ ਲੈਣ ਦੇ। ਮੈਂ ਤੇ ਛੁੱਟੀ ਅਪਲਾਈ ਕੀਤੀ ਸੀ ਉੱਥੇ, ਉਹ ਸਾਲੀ ਦੇ ਮੁੰਡੇ ਦਾ ਵਿਆਹ ਉੱਥੇ ਨਹੀਂ ਜਾਇਆ ਗਿਆ ਤੇ ਤੁਸੀਂ ਆਖੀ ਨੇ ਇੱਕ ਹੋਰ ਜਾਂਚ ਕਰਾ ਦਿਓ। ਕਿੰਨੀਆਂ ਜਾਂਚਾਂ ਕਰਦੇ? ਸਾਰੇ ਹੀ ਗੁੱਸੇ ਨੇ। ਉਹ ਕਹਿੰਦੇ ਜੀ ਤੁਹਾਡੇ ਕੰਮ ਹੀ ਨਹੀਂ ਮੁੱਕਦੇ, ਕਰੀਏ ਕਿ ਉੱਪਰੋਂ ਲਿਆਉਣੇ ਕੁਛ ਨਹੀਂ, ਤਨਖਾਹ ਨਾ ਬਣਦਾ ਕੁਛ ਨਹੀਂ। ਚਲੋ ਆਪਾਂ ਬਹੁਤਾ ਇਧਰਲੇ ਪਾਸੇ ਨੂੰ ਨਹੀਂ ਜਾਂਦੇ। ਬਾਕੀ ਸੰਧਾਲੀਆ ਸਾਹਿਬ ਇੱਕ ਗੱਲ ਹੈਗੀ ਆ, ਅਸ਼ਵਨੀ ਸ਼ਰਮਾ ਸਾਹਿਬ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ, ਕਹਿੰਦੇ ਜੀ ਫਿਰ ਮਾਣਹਾਨੀ ਦਾ ਦਾਅਵਾ ਕਰੋਗੇ ਵੀ ਤੁਹਾਡੀ ਪਾਰਟੀ ਦਾ ਲੈ? ਉਹ ਕਹਿੰਦੇ ਜੀ ਰਾਜਨੀਤਿਕ ਤੌਰ ਦੇ ਉੱਤੇ ਜੋ ਵੀ ਕਰਨਾ ਪਿਆ ਕਰਾਂਗੇ। ਨਹੀਂ, ਉਹ ਕਹਿੰਦੇ ਜੀ ਮਾਣਹਾਨੀ ਦਾ ਦਾਅਵਾ ਕਰੋਗੇ ਫਿਰ? ਉਹ ਕਹਿੰਦੇ ਜੀ ਦੇਖੋ ਕਾਨੂੰਨੀ ਤੌਰ ਦੇ ਉੱਤੇ, ਰਾਜਨੀਤਿਕ ਤੌਰ ਦੇ ਉੱਤੇ ਜੋ ਵੀ ਕਰਨਾ ਪਿਆ ਕਰਾਂਗੇ। ਜਦ ਤੁਹਾਨੂੰ ਆਖ ਦਿੱਤਾ ਕਿ ਜੋ ਵੀ ਕਰਨਾ ਪਿਆ, ਉਹਨਾਂ ਨੇ ਨਹੀਂ ਸਿੱਧਾ ਕਿਹਾ ਕਿ ਭਾਈ ਮਾਣਹਾਨੀ ਦਾ ਦਾਅਵਾ ਕਰਾਂਗੇ। ਨਹੀਂ ਵੀ ਠੀਕ ਹੈ, ਉਹ ਕਿੱਦਾਂ ਕਹਿ ਦੇਣ? ਦੇਖੋ ਕੱਲ ਇਹ ਆ ਵੀ ਹੋ ਸਕਦਾ ਉਹਨਾਂ ਨੂੰ ਵੀ ਨਾ ਪਤਾ ਹੋਵੇ ਵੀ ਵਿੱਚੋਂ ਕੁਝ ਹੋਇਆ ਕਿ ਨਹੀਂ ਹੋਇਆ, ਵੀ ਕੱਲ ਨੂੰ ਕੀ ਨਿਕਲਦਾ ਕੀ ਨਹੀਂ ਨਿਕਲਦਾ, ਇਹ ਤਾਂ ਦੱਸੂਗਾ ਟਾਈਮ। ਪਰ ਇੱਕ ਗੱਲ ਹੈਗੀ, ਆਪਾਂ ਮੈਨੂੰ ਲੱਗਦਾ ਵੀ ਇਹਦੇ ਦੋਵੇਂ ਐਸਪੈਕਟ ਥੋੜ੍ਹੇ ਜਿਹੇ ਵਿਚਾਰ ਲਈਏ। ਹੁਣ ਤੁਸੀਂ ਦੇਖੋ ਵੀ ਇਹ ਗੱਲ ਪਹਿਲੀ ਵਾਰਾਂ ਤੇ ਹੋਈ ਨਹੀਂ। ਜਦੋਂ ਪਹਿਲੀ ਵਾਰਾਂ, ਜੇ ਮੈਂ ਗਲਤ ਨਹੀਂ ਤੇ ਸ਼ਾਇਦ ਕਰਨਾਟਕ ਤੋਂ ਕੰਮ ਚੱਲਿਆ ਸੀ ਜੀ। ਜਦੋਂ ਪਹਿਲੀ ਵਾਰ ਆਉਂਦੇ ਸੀ ਵੀ ਉਹ ਅਚਾਨਕ ਤੋਂ ਪਤਾ ਨਹੀਂ ਕੀ ਹੋ ਗਿਆ ਜੀ, ਇੱਕ ਬੱਸ ਭਰ ਲਈ ਹੈ, ਉਹਦੇ ਵਿੱਚ ਐਮਐਲਏ ਦੇ ਫੋਨ ਨਹੀਂ ਲੱਗਦੇ ਪਏ, ਘਰ ਦੇ ਚੀਕਾਂ ਮਾਰਦੇ ਪਏ ਜੀ, ਹਾਏ ਹਾਏ ਸਾਡਾ ਪਾਪਾ ਨਹੀਂ ਲੱਭਦਾ, ਕਿੱਥੇ ਚਲ ਗਿਆ। ਥੋੜੀ ਦੇਰ ਬਾਅਦ ਮੀਡੀਆ ਵਾਲਿਆਂ ਲੱਭ ਲੁੱਭ ਕੇ ਦੱਸਦਾ ਵੀ ਪਾਪਾ ਤੁਹਾਡਾ ਹੈਗਾ ਇਸ ਬੱਸ 'ਚ, ਉਹ ਖੱਬੇ ਪਾਸੇ ਬੈਠਾ ਹੀ ਪਾਪਾ ਹੈ ਨਾ। ਉੱਥੋਂ ਕੰਮ ਚੱਲਦਾ ਹੌਲੀ ਹੌਲੀ ਫਿਰ ਲੋਕਾਂ ਨੂੰ ਉਦੋਂ ਪਹਿਲੀ ਵਾਰ ਲੱਗਿਆ ਵੀ ਅੱਛਾ ਇੱਦਾਂ ਵੀ ਹੋ ਜਾਂਦਾ ਵੀ ਬਹੁਤ ਸਾਰੇ ਐਮਐਲਏ ਸਾਹਿਬਾਨ ਕਹਿੰਦੇ ਵੀ ਅਸੀਂ ਆਪਣੀ ਪਾਰਟੀ 'ਚ ਨਹੀਂ ਰਹਿਣਾ, ਅਸੀਂ ਕਿਸੇ ਹੋਰ ਪਾਰਟੀ 'ਚ ਜਾਣਾ। ਫਿਰ ਉਹ ਰਾਤੋਂ ਰਾਤ ਸਹੁੰ ਚੁੱਕਣ ਵਾਲਾ ਕੰਮ, ਅੱਧੀ ਰਾਤ ਨੂੰ ਜਿਹੜਾ ਵਿਧਾਨ ਸਭਾ ਦੇ ਵਿੱਚ ਕਿਹਦਾ ਬਹੁਮਤ ਹੈ ਉਹ ਸਾਬਤ ਕਰਨ ਵਾਲੇ ਕੰਮ, ਤੜਕੇ 2:30-3 ਵਜੇ ਮੁੱਖ ਮੰਤਰੀ ਦੀ ਸਹੁੰ ਚੁੱਕਣ ਵਾਲੇ ਕੰਮ, ਕਈ ਕੁਛ ਆਪਾਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਵੱਖ-ਵੱਖ ਸਟੇਟਾਂ 'ਚ ਹੋਇਆ। ਹੁਣ ਤਾਂ ਐਂ ਲੱਗਣ ਲੱਗ ਪਿਆ ਵੀ ਮਤਲਬ ਜੇ ਕੋਈ ਗੱਲ ਚੱਕ ਵੀ ਦੇਵੇ ਤੇ ਲੋਕ ਹੀ ਸੱਚ ਹੀ ਮੰਨਦੇ ਵੀ ਹੋਣਾ ਭਰਾਵਾ। ਦੇਖੋ ਅਸੀਂ ਆਮ ਲੋਕਾਂ ਨੂੰ ਇੱਕ ਬੇਨਤੀ ਕਰਦੇ ਹਾਂ ਕਿ ਤੁਸੀਂ ਕਿਸੇ ਦੀ ਗੱਲ ਸੁਣਨ ਲੱਗਿਆ ਘਬਰਾਉਣਾ ਨਹੀਂ। 5 ਸਾਲ ਪਹਿਲਾਂ ਤੱਕ ਇੱਦਾਂ ਹੁੰਦਾ ਸੀ, ਦੇਖੋ ਜੀ ਪਾਪਾ ਹੀ ਰਾਤ ਨੂੰ ਸੁੱਤੇ ਆ ਫੇਰ ਨਹੀਂ ਉੱਠੇ। ਹੁਣ ਕੀ ਕਹਿੰਦੇ ਜੀ, ਉਹ ਲੀਡਰ ਸਾਹਿਬ ਰਾਤ ਨੂੰ ਸੁੱਤੇ ਆ, ਉਹ ਕਹਿੰਦੇ ਅੱਛਾ ਜੀ ਸਵੇਰੇ ਦੂਜੀ ਪਾਰਟੀ 'ਚ ਹੋ ਗਿਆ, ਉਹਨੇ ਵਿਚਾਰਧਾਰਾ ਬਦਲ ਗਈ ਰਾਤੋਂ। ਜਾਣੀ ਕਿ ਰਾਤ ਨੂੰ ਕੀ ਆ, ਰਾਤ ਨੂੰ ਕਾਂਗਰਸੀ ਸੁੱਤੇ ਆ, ਸਵੇਰ ਨੂੰ ਬੀਜੇਪੀ 'ਚ ਹੀ ਉੱਠੇ ਆ। ਰਾਤ ਨੂੰ ਕੀ ਆ, ਰਾਤ ਨੂੰ ਬੀਜੇਪੀ 'ਚ ਸੁੱਤੇ ਆ, ਸਵੇਰ ਨੂੰ ਸਮਾਜਵਾਦੀ ਪਾਰਟੀ 'ਚ ਉੱਠੇ ਆ। ਜਾਣੀ ਕਿ ਇਹ ਪਤਾ ਨਹੀਂ ਕਿਹੜੀ ਗੱਲ ਹੈ ਕਿ ਸੁੱਤਿਆਂ ਦੇ ਕਿਹੜਾ ਸੌਫਟਵੇਅਰ ਜਿਹੜਾ ਉਹ ਆਣ ਕੇ ਤਬਦੀਲ ਹੋ ਜਾਂਦਾ ਕਿ ਸਵੇਰ ਨੂੰ ਪ੍ਰੋਸੈਸਰ ਦੂਸਰੀਆਂ ਚੀਜ਼ਾਂ ਪ੍ਰੋਸੈਸ ਕਰਨ ਲੱਗ ਪੈਂਦਾ। ਹੁਣ ਇੰਨੀ ਛੇਤੀ ਵਿਚਾਰਧਾਰਾ ਦੇ ਵਿੱਚ ਜਿੱਦਾਂ ਤਬਦੀਲੀਆਂ ਸੰਧਾਲੀਆ ਸਭ ਆਉਣ ਡਈਆਂ ਨਾ, ਇਹਨੇ ਕੰਮ ਬਹੁਤ ਖਰਾਬ ਕਰਨਾ ਆਉਣ ਵਾਲੇ ਦਿਨਾਂ ਦੇ ਵਿੱਚ। ਹੁਣ ਕਹਿੰਦੇ ਆ ਗੋਆ ਦੇ ਵਿੱਚ 5-4 ਹੋਰ ਭੱਜਣ ਨੂੰ ਫਿਰਦੇ ਆ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਆ। ਉਹ ਕਹਿੰਦੇ ਅਸੀਂ ਕਾਹਤੋਂ ਐਵੇਂ ਬਾਹਰਲੇ ਪਾਸੇ ਡਾਲੇ ਤੇ ਲੱਤਾਂ ਲਮਕਾ ਕੇ ਬੈਠੇ ਰਹੇ, ਟਰਾਲੀ ਦੇ ਵਿੱਚ ਬਹਿਨੇ ਆ। ਨਹੀਂ ਟਰਾਲੀ ਦੇ ਗਾਉਂ ਦੋਹਾਂ ਚੋਂ ਉਹਨਾਂ ਨੇ ਇਕਰਾਰ ਕੀਤਾ ਦਾ ਵੀਰ ਤੈਨੂੰ ਟਰੈਕਟਰ ਤੇ ਮਡਗਾੜ ਤੇ ਬਿਠਾਉਣਾ ਹੈ, ਤੂੰ ਨਾਲ ਬਹਿਣਾ ਵੀਰ ਦੇ, ਹੌਲੀ ਹੌਲੀ ਚਲਾਉਣਾ ਸਿੱਖ ਲਈ, ਹੌਲੀ ਹੌਲੀ ਚਲਾਉਣਾ ਸਿੱਖ ਲਈ, ਜਿਹੜਾ ਗਾਣਾ ਕਹੇਗਾ ਉਹ ਲਾਵਾਂਗੇ, ਸਪੀਕਰ ਜਮਾਂ ਤੇਰੇ ਕੰਨ ਦੇ ਕੋਲ ਲੱਗਾ ਹੋਊਗਾ। ਹੁਣ ਦੇਖੋ ਇਹ ਜੋ ਵੀ ਤੰਤਰ ਹੈ, ਮੈਨੂੰ ਲੱਗਦਾ ਵੀ ਜਿਸ ਹਿਸਾਬ ਨਾਲ ਰੌਲਾ ਰੱਪਾ ਪੈ ਗਿਆ, ਹੁਣ ਦੋ ਕੰਮ ਹੋ ਸਕਦੇ ਜੀ। ਪਹਿਲਾ ਕੰਮ ਤੇ ਜਿਹਦੀ ਬਹੁਤੀ ਆਸ ਹੋਈ ਆ ਵੀ ਹੌਲੀ ਹੌਲੀ ਲੋਕਾਂ ਦੇ ਮਨਾਂ ਦੇ ਵੀ ਅਸਰ ਹੋਣ ਲੱਗ ਪੈਣਾ। ਉਹਨੇ ਇਦਾਂ ਵੇਖ ਵੁੱਕ ਜਾਂਦੇ ਹੁੰਦੇ, ਪਹਿਲਾਂ ਲੋਕ ਵੋਟ ਪਾਉਂਦੇ ਹੁੰਦੇ ਆ, ਫਿਰ ਉਹ ਸਹੁੰ ਚੁੱਕਦੇ ਹੁੰਦੇ ਆ ਵੀ ਮੈਂ ਸੰਵਿਧਾਨ ਦੀ ਸਹੁੰ ਖਾਨਾ, ਵੀ ਸਾਰੇ ਭੇਤ ਮੈਂ ਗੁਪਤ ਰੱਖੂੰਗਾ। ਫਿਰ ਗੁਪਤ ਹੀ ਪਤਾ ਨਹੀਂ ਕਦੋਂ ਕਿੱਥੇ ਕਿਹੜੀ ਗੱਲ ਕਰ ਲੈਂਦੇ ਤੇ ਫਿਰ ਮੁੜ ਕੇ ਦੂਜੀ ਪਾਰਟੀ ਚੱਲ ਜਾਂਦੇ। ਜਾਂ ਤਾਂ ਲੋਕ ਮਨਾਂ 'ਚ ਜਿਹੜਾ ਵੀ ਇਦਾਂ ਹੀ ਹੁੰਦਾ ਤੇ ਜਾਂ ਫਿਰ ਇਹ ਹੋ ਸਕਦਾ ਵੀ ਜਿੱਦਾਂ ਪਹਿਲਾਂ ਜਦੋਂ ਦਲ ਬਦਲੀ ਵਾਲਾ ਕੰਮ ਹੁੰਦਾ ਵੀ ਬੰਦਾ ਇੱਕ ਇੱਧਰ ਗਿਆ ਜੀ, ਅਗਲੀ ਵਾਰ ਉਹ ਦਲ ਬਦਲੀ ਕਰ ਗਿਆ, ਫਿਰ ਉਹ 'ਤੇ ਰੋਕ ਲੱਗ ਗਈ ਕਿ ਜੇ ਕੋਈ ਦਲ ਬਦਲੀ ਕਰਦਾ ਤੇ ਉਹਦਾ ਉਹ ਜਿਹੜਾ ਅਹੁਦਾ ਉਹ ਜਾਂਦਾ ਲੱਗੂਗਾ, ਉਹਨੂੰ ਦੁਬਾਰਾ ਮਤਲਬ ਇਲੈਕਸ਼ਨ ਲੜਨੀ ਪਊਗੀ। ਹੁਣ ਹੋ ਸਕਦਾ ਵੀ ਇਹਦੇ 'ਤੇ ਵੀ ਕੋਈ ਨਾ ਕੋਈ ਕਾਨੂੰਨ, ਕੋਈ ਕਿਸੇ ਪਾਸੋਂ ਸਟਰਗਲ ਚੱਲੇ ਤੇ ਕੋਈ ਆਉਂਦੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਕਾਨੂੰਨ ਬਣ ਜਾਵੇ ਜਿਹਦੇ 'ਚ ਇਹ ਹੋਵੇ ਵੀ ਹਾਂ ਜੇ ਪਤਾ ਲੱਗ ਗਿਆ ਵੀ ਬੰਦਾ ਇੰਨਾ ਸੀ, ਉਹ 5-4 ਜਣੇ ਇਕੱਠੇ ਹੋਏ, ਉਹਨਾਂ ਨੇ ਕੋਈ ਸੌਦਾ ਮਾਰਿਆ ਜਾਂ ਕੁਛ ਕੀਤਾ ਜਾਂ ਕੀਤਾ ਨਹੀਂ ਕੀਤਾ, ਉਹ ਦੂਜੀ ਪਾਰਟੀ ਚੱਲ ਗਏ। ਪਹਿਲਾਂ ਉਹ ਇੱਕ ਸਧਾਰਨ ਐਮਐਲਏ ਸੀ, ਫਿਰ ਉਹ ਕੋਈ ਮੁੱਖ ਮੰਤਰੀ ਕੋਈ ਵੱਡਾ ਮੰਤਰੀ ਬਣ ਗਿਆ, ਤੇ ਜੇ ਇਦਾਂ ਦਾ ਕੁਛ ਲੱਭ ਗਿਆ ਤੇ ਫਿਰ ਉਹ ਭਾਈ ਸਾਹਿਬ ਉਹਦੀ ਜਿਹੜੀ ਕੁਰਸੀ ਉਹ ਜਾਂਦੀ ਲੱਗੂਗੀ। ਇਹ ਜੇ ਹੋ ਸਕਦਾ, ਇਹ ਤੇ ਬੜੇ ਘੱਟ ਚਾਂਸ ਨੇ, ਪਰ ਜੇ ਹੋ ਜਵੇ ਫਿਰ ਸ਼ਾਇਦ ਇਹ ਚੀਜ਼ ਰੁਕ ਸਕਦੀ, ਅਦਰਵਾਈਜ਼ ਤਾਂ ਮੇਲਾ ਚੱਲਣ ਨਹੀਂ ਡਿਆ। ਬਣੇ ਕਾਨੂੰਨ ਨੂੰ ਲਾਗੂ ਕਰਨਾ ਸੰਧਾਲੀਆ ਸਾਹਿਬ ਓਨਾ ਹੀ ਔਖਾ। ਜਦੋਂ ਸਿਆਲਾਂ ਦੇ ਵਿੱਚ ਪਹਿਲਾਂ ਹੀਟਰ ਨਹੀਂ ਸੀ ਹੁੰਦੇ ਘਰਾਂ 'ਚ, ਤੇ ਜਦੋਂ ਹੁਣ ਤਾਂ ਚਲੋ ਮੈਂ ਦੇਖਿਆ ਸੀ ਜਦੋਂ ਮੈਂ ਤੁਹਾਡੇ ਕੋਲ ਗਿਆ, ਤੁਸੀਂ ਤਾਂ ਉਹ ਬੈੱਡ ਦੇ ਕੋਲ ਹੀ ਸਵਿੱਚ ਲਵਾਇਆ ਹੋਇਆ ਸੀ ਬੱਤੀ ਔਨ ਆਫ ਕਰਨ ਦਾ। ਕਾਹਦੀ ਬੱਤੀ ਔਨ ਆਫ? ਵੇ ਗਲਤ ਕਰ ਲੈਣ ਦਿਓ, ਕਾਹਦੀ ਬੱਤੀ, ਮੈਨੂੰ ਵੀ ਦੱਸ ਦੇ ਯਾਰ, ਕਾਹਦੀ ਬੱਤੀ ਔਨ ਕਰਨ ਲੱਗੇ? ਅੱਗੇ ਹੁੰਦਾ ਸੀ ਕਿ ਇੱਕ ਜਗ੍ਹਾ ਤੇ ਇੱਕੋ ਹੀ ਬੋਰਡ ਹੋਣਾ, ਤਾਰਾਂ ਥੱਲੇ ਨੂੰ ਐ ਲਟਕਦੀਆਂ ਆਉਣੀਆਂ,
ਤੇ ਉਸ ਵੇਲੇ ਜੇ ਬੱਤੀ ਕਿਤੇ ਜਗਦੀ ਰਹਿ ਜਾਣੀ ਆਖਰੀ ਬੰਦੇ ਕੋਲੋਂ, ਫਿਰ ਸਾਰੇ ਟੱਬਰ ਨੇ ਰਜਾਈ 'ਚ ਪਈ, ਓਏ ਬੱਤੀ ਬੁਝਾ ਦਿਓ। ਉਹ ਸਾਰਿਆਂ ਨੇ ਯਾਰ ਵੀ ਮੇਰੇ ਹਵਾ 'ਚ ਰਜਾਈ ਵੜ ਜਾਣੀ, ਰਜਾਈ 'ਚ ਹਵਾ ਵੜ ਜਾਣੀ ਆ ਤੇ ਫਿਰ ਔਖਾ ਹੋ ਜਾਣਾ। ਜਿੰਨਾ ਔਖਾ ਉੱਠ ਕੇ ਉਹ ਬੱਤੀ ਬੁਝਾਉਣਾ ਹੁੰਦਾ ਸੀ ਨਾ, ਉਨਾ ਹੀ ਔਖਾ ਬਣੇ ਕਾਨੂੰਨ ਨੂੰ ਅੱਜ ਲਾਗੂ ਕਰਨਾ। ਨਹੀਂ ਤਾਂ 20 ਕਾਨੂੰਨ ਨੇ, ਸਿੱਖਿਆ ਦਾ ਅਧਿਕਾਰ ਕਾਨੂੰਨ, ਸੇਵਾ ਦਾ ਕਾਨੂੰਨ, ਜਾਣੀ ਹੋਰ 20 ਤਰ੍ਹਾਂ ਦੇ ਕਾਨੂੰਨ ਨੇ ਜਿਹੜੇ ਕਿ ਲਾਗੂ ਹੀ ਨਹੀਂ ਹੁੰਦੇ। ਕਿਰਤ ਹੀ ਨਹੀਂ ਚਾਹੀਦੀ ਆ ਪੰਜਾਬ 'ਚ ਹੀ ਦੇਖ ਲਓ, ਘੱਟੋ ਘੱਟ ਮਿਹਨਤਾਂ ਨਾਲ ਨਿਰਧਾਰਤ ਆ। ਸਰਕਾਰੀ ਅਸਾਮੀਆਂ ਦੇ ਉੱਤੇ ਜਿਹੜੇ ਬੰਦੇ ਕੰਟਰੈਕਟ ਤੇ ਭਰਤੀ ਹੁੰਦੇ ਉਹਦੇ ਨਾਲੋਂ ਘੱਟ ਤਨਖਾਹ ਉਹਨਾਂ ਨੂੰ ਮਿਲਦੀ ਹੈ, ਕਿਤੇ ਸਰਕਾਰਾਂ ਨੂੰ ਪਤਾ ਨਹੀਂ ਹੁੰਦਾ। ਪਰ ਕਹਿੰਦੇ ਕੋਈ ਗੱਲ ਨਹੀਂ, ਕਾਨੂੰਨ ਹੈ, ਲਾਗੂ ਬਣਾਉਣਾ ਕਹਿੰਦੇ ਜੀ ਪਾਰਲੀਮੈਂਟ ਦਾ ਕੰਮ ਆ, ਲਾਗੂ ਤਾਂ ਅਸਾਂ ਕਰਨਾ ਹੀ। ਬਣਾਉਣਾ ਵਿਧਾਨ ਸਭਾ ਦਾ ਕੰਮ ਹੈ, ਲਾਗੂ ਤਾਂ ਅਸਾਂ ਕਰਨਾ ਹੀ। ਹੁਣ ਤੁਸੀਂ ਦੇਖੋ, ਕੇਂਦਰ ਸਰਕਾਰ ਦੇ ਜ਼ਿੰਮੇ ਜਾਂ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਇੱਕ ਕੰਮ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣੀਆਂ। ਉਹ ਕੇਂਦਰ ਸਰਕਾਰ ਨੇ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਜਿਹੜਾ ਉਹਦੇ ਮੈਂਬਰ ਨਿਰਧਾਰਿਤ ਕਰਨੇ ਹੁੰਦੇ, ਉਹਨਾਂ ਨੇ ਗਾਂਹ ਕੰਮ ਚਲਾਉਣਾ ਹੁੰਦਾ। 11 ਸਾਲ ਹੋ ਗਿਆ, ਪਿਛਲੇ ਦਿਨੀ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਕਿਹਾ, ਉਹ ਕਹਿੰਦੇ ਜੀ SGPC ਦੀਆਂ ਚੋਣਾਂ ਕਰਾਉਣੀਆਂ। SGPC ਕਹਿੰਦੇ ਜੀ ਕਹਿੰਦੀ ਹੀ ਨਹੀਂ ਵੀ ਸਾਡੀਆਂ ਚੋਣਾਂ ਕਰਾਓ, 11 ਸਾਲ ਹੋ ਗਿਆ ਬੈਠੇ ਆਰਾਮ ਨਾਲ। ਤੇ ਉਹਨਾਂ ਨੇ ਕਿਹਾ ਸੀ ਕਿ ਜੇ ਕਿਸੇ ਨੇ ਹੁੰਗਾਰਾ ਨਾ ਭਰਿਆ ਤੇ ਅਸੀਂ ਫਿਰ ਸ਼੍ਰੀ ਦਰਬਾਰ ਸਾਹਿਬ ਦੇ ਸਾਹਮਣੇ ਇਕੱਠ ਕਰਨਾ, ਸੰਗਤ ਦਾ ਇਕੱਠ ਕਰ ਲਿਆ। ਇਕੱਠ ਠੀਕ ਹੋਇਆ, MP ਸਾਹਿਬ ਮਾਨ ਸਾਹਿਬ ਉੱਥੇ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਇੱਕੋ ਹੀ ਗੱਲ ਆਖੀ। ਉਹ ਕਹਿੰਦੇ ਜੀ ਦੇਖੋ, ਅਸੀਂ ਹੁਣ ਇੱਕ ਗੱਲ ਆਖ ਦਿੰਨੇ ਤੁਹਾਨੂੰ ਕਿ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਪਵਾਓ, ਇਹ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ, ਇਹਦੀਆਂ 11 ਸਾਲ ਹੋ ਗਏ ਵੋਟਾਂ ਨਹੀਂ ਪਈਆਂ, ਇਹ ਧੋਖਾ ਹੈ। ਕੇਂਦਰ ਸਰਕਾਰ ਇਹਦੀਆਂ ਵੋਟਾਂ ਪਵਾਵੇ, ਨਹੀਂ ਤਾਂ ਕਹਿੰਦੇ ਜੀ ਮਜਬੂਰਨ ਸਾਨੂੰ ਵੋਟਾਂ ਆਪ ਪਵਾਉਣੀਆਂ ਪੈਣੀਆਂ। ਫਿਰ ਨਾ ਆਖਿਓ ਆ ਜਿਹੜੀ SGPC ਹੈ ਲੋਕਾਂ ਦੀ ਚੁਣੀ ਹੋਈ ਪ੍ਰਤੀਨਿਧ ਜਮਾਤ ਨਹੀਂ ਹੈਗੀ, ਕਿਉਂਕਿ 6 ਸਾਲ ਤਾਂ ਇਹਨਾਂ ਨੂੰ ਉੱਪਰ ਹੋ ਗਏ। ਹੋਰ ਵੀ ਉਹਨਾਂ ਨੇ ਕਈ ਕੁਛ ਕਿਹਾ ਕਿ ਇਸ ਕਰਕੇ ਨਹੀਂ ਭਾਰਤ ਸਰਕਾਰ ਵੋਟਾਂ ਪਾਉਂਦੀ, ਉਸ ਕਰਕੇ ਨਹੀਂ ਪਾਉਂਦੀ। SGPC ਦੇ ਮੈਂਬਰਾਂ ਤੇ ਅਹੁਦੇਦਾਰਾਂ ਦੇ ਉੱਤੇ ਵੀ ਵਾਹਵਾ ਭਰੇ। ਹੁਣ ਜੇ ਇਸ ਤਰੀਕੇ ਦੇ ਨਾਲ ਸਿਮਰਨਜੀਤ ਸਿੰਘ ਮਾਨ ਇੱਧਰਲੇ ਪਾਸੇ ਨੂੰ ਸਿੱਧੇ ਹੋ ਗਿਆ, ਲੱਗਦਾ ਕਿ ਮਾਮਲਾ ਉੱਪਰ ਚਲੇ ਜਾਣਾ। ਨਹੀਂ, ਚਲੇ ਹੀ ਜਾਣਾ। ਪਰ ਇੱਕ ਚੀਜ਼ ਮੈਨੂੰ ਲੱਗਦਾ ਜਿਹੜੀ ਮਹਿਸੂਸ ਕਰਨ ਵਾਲੀ ਹੈ ਉਹ ਇਹ ਆ ਵੀ ਇਹ 5-6 ਸਾਲਾਂ ਦਾ ਹੀ ਰੌਲਾ ਪੈਂਦਾ ਆਉਂਦਾ। ਜਦੋਂ ਦੀ ਉਹ ਕੋ ਟਰਮ ਪੂਰੀ ਹੋਈ ਆ, ਉਦੋਂ ਬਾਅਦ ਮੰਨ ਲਓ ਵੀ ਉਹ ਅਦਾਲਤ ਨੇ ਵੀ ਆਖਿਆ ਵੀ ਹਾਂਜੀ ਠੀਕ ਆ, ਕੋਈ ਗੱਲ ਨਹੀਂ, ਕਰਦੇ ਆ। ਉਹਦੇ ਤੋਂ ਬਾਅਦ ਆਏ ਸਾਲ ਰੌਲਾ ਪੈਂਦਾ, ਆਏ ਸਾਲ ਡਿਮਾਂਡ ਹੁੰਦੀ ਹੈ। ਪਰ ਆਏ ਸਾਲ ਰੌਲਾ ਪਾਉਣ ਵਾਲੀ ਜਾਂ ਡਿਮਾਂਡ ਕਰਨ ਵਾਲੀ ਜਥੇਬੰਦੀ ਬਦਲ ਜਾਂਦੀ ਹੈ। ਹੁਣ ਮਾਨ ਸਾਹਿਬ, ਸਿਮਰਨਜੀਤ ਸਿੰਘ ਮਾਨ ਸਾਹਿਬ, ਉਹਨਾਂ ਨੇ ਹੁਣ ਇਕੱਠ ਕੀਤਾ, ਉਹਨਾਂ ਨੇ ਜਿਹੜੀਆਂ ਮੰਗਾਂ ਰੱਖੀਆਂ, ਡਿਮਾਂਡ ਰੱਖੀ, ਉਹਦੇ ਵਿੱਚ ਵੀ ਗੱਲ ਕਾਮਨ ਹੀ ਆ ਵੀ ਹਾਂਜੀ ਇੱਕ SGPC ਦੀਆਂ ਇਲੈਕਸ਼ਨਾਂ ਹੋਣੀਆਂ ਚਾਹੀਦੀਆਂ, ਨੀਅਤ ਉਹ ਹੁੰਦੀਆਂ ਨਹੀਂ। ਇਹਦੋਂ ਪਹਿਲਾਂ ਆਪਾਂ ਡਿਮਾਂਡਾਂ ਵੇਖਦੇ ਹਾਂ, ਉਹ ਵੀ ਰੱਖੀਆਂ ਜਾਂਦੀਆਂ ਨਹੀਂ ਆ, ਪਰ ਡਿਮਾਂਡ ਸੇਮ ਹੈ। ਵੋਟਾਂ ਪਾਉਣ ਵਾਲੇ ਸਿੱਖ ਵੀ ਸੇਮ ਹੋਣੇ ਆ, ਜਿਸ ਕਮੇਟੀ ਦੀਆਂ ਵੋਟਾਂ ਪਾਉਣੀਆਂ ਉਹ ਵੀ ਸੇਮ ਹੈ, ਜਿਹੜੇ ਉਹਨਾਂ ਨੇ ਪ੍ਰਬੰਧ ਕਰਨਾ ਉਹ ਵੀ ਸੇਮ ਹੈ, ਜਿਹੜੇ ਗੁਰਦੁਆਰਾ ਸਾਹਿਬਾਨ ਨੇ ਉਹ ਵੀ ਉਹੀ ਨੇ। ਪਰ ਉਹ ਸਾਰੇ ਕੁਛ ਨੂੰ ਡਿਮਾਂਡ ਕਰਨ ਵਾਲੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਕਿਸੇ ਇੱਕ ਪਲੇਟਫਾਰਮ 'ਤੇ ਹੈ ਹੀ ਨਹੀਂ। ਮੈਨੂੰ ਲੱਗਦਾ ਸਭ ਤੋਂ ਵੱਡੀ ਗੱਲ ਤਾਂ ਇਹ ਨੋਟ ਕਰਨ ਵਾਲੀ ਆ ਵੀ ਜੇ ਆਪਾਂ ਡਿਮਾਂਡ ਕਰ ਰਹੇ ਹਾਂ, ਜੇ ਆਪਾਂ ਨੂੰ ਲੱਗਦਾ ਵੀ ਹਾਂਜੀ ਆਹ ਇੱਕ ਚੀਜ਼ ਹੈ ਜਿਹੜੀ ਸਿੱਖਾਂ ਦੇ ਲਈ ਜਾਂ ਸਿੱਖ ਭਾਈਚਾਰੇ ਦੇ ਲਈ ਬੜੀ ਜ਼ਰੂਰੀ ਆ, ਤਾਂ ਇਸ ਜਮਾਤ ਦਾ ਕੰਮ ਹੋਣਾ ਬੜਾ ਜ਼ਰੂਰੀ ਹੈ ਜੀ, ਬੜੀ ਦੇਰ ਤੋਂ ਲਟਕਦਾ ਆਉਂਦਾ। ਜੇ ਆਪਾਂ ਉਸ ਡਿਮਾਂਡ ਦੇ ਲਈ, ਉਸ ਮੰਗ ਦੇ ਲਈ ਇਕੱਠੇ ਨਹੀਂ ਹੋ ਸਕਦੇ, ਤੇ ਫਿਰ ਆਪਾਂ ਕਿਵੇਂ ਆਸ ਕਰ ਸਕਦੇ ਹਾਂ ਵੀ ਗਾਂ ਆਉਣ ਵਾਲੇ ਵੱਡੇ ਵੱਡੇ ਮਸਲੇ ਜਿਹੜੇ ਨੇ ਹੋਰ ਨਾ ਚੀਜ਼ਾਂ ਨਾਲ ਰਿਲੇਟਡ, ਉਹਨਾਂ ਨੂੰ ਸਾਂਝੇ ਤੌਰ ਤੇ ਹੱਲ ਕਰਾ ਲਾਂਗੇ। ਨਹੀਂ, ਇਹ ਜ਼ਰੂਰੀ ਹੈ ਜੀ। ਦੇਖੋ, ਇਹ ਮਾਨ ਸਾਹਿਬ ਦਾ ਮੈਂ ਦੋਸ਼ ਨਹੀਂ ਕੱਢਦਾ, ਮੈਂ ਓਵਰਆਲ ਗੱਲ ਕਰਦਾ ਜੀ। ਜਿੰਨੇ ਵੀ ਬੰਦੇ ਨੇ, ਪਿਛਲੇ ਦਿਨ ਇੱਕ ਕਮੇਟੀ ਵੀ ਬਣੀ ਸੀ, ਇੱਕ ਦਿਨ ਬੰਦੇ ਇਕੱਠੇ ਹੋਏ, ਉਦੋਂ ਬਾਅਦ ਫਿਰ ਬੰਦੇ ਇਕੱਠੇ ਨਹੀਂ ਹੋਏ। ਨਹੀਂ, ਉਹ ਦੇਖੋ ਇੱਕ ਦਿਨ ਵੀ ਇਕੱਠੇ ਹੋਏ, ਮਾਨ ਸਾਹਿਬ ਨੇ ਮਤਾ ਤਾਂ ਪਾਸ ਕਰਾ ਹੀ ਲਿਆ ਸੀ, ਹੈ ਨਾ, ਆਪਣੇ ਹਿਸਾਬ ਕਿਤਾਬ ਦੇ ਨਾਲ ਕਿ ਭਾਈ ਮੈਂ ਸਾਰਿਆਂ ਵੱਲ ਦੇਖਾਂਗਾ, ਤੇ ਫਿਰ ਮਤਾ ਉਸ ਦਿਨ ਪਾਸ ਹੋ ਗਿਆ। ਮੁੜ ਕੇ ਬੈਠਕ ਹੁੰਦੀ ਕਿ ਨਹੀਂ ਹੁੰਦੀ, ਉਹ ਗੱਲ ਵੱਖਰੀ ਹੈ। ਚਲੋ ਸੰਧਾਵਾਲੀਆ ਸਾਹਿਬ, ਆਪਾਂ ਹੁਣ ਭੋਰਾ ਅਗਲੇ ਪਾਸੇ ਨੂੰ ਜਾਣਾ ਹੈ। ਪੰਜਾਬ ਦੇ ਵਿੱਚ ਇੱਕ ਮਿਨਿਸਟਰ ਸਾਹਿਬ ਨੇ, ਹਰਜੋਤ ਸਿੰਘ ਬੈਂਸ, ਉਹਨਾਂ ਦੇ ਕੋਲੇ ਜੇਲ੍ਹਾਂ ਦਾ ਮਹਿਕਮਾ, ਤੇ ਆਪਾਂ ਨੂੰ ਪਤਾ ਹੈ ਕਿ ਜੇਲ੍ਹਾਂ ਜਾਣੀ ਕਿ ਇੱਕ ਨਿਰਧਾਰਤ ਥਾਂ, ਉੱਚੀਆਂ ਕੰਧਾਂ, ਉੱਪਰ ਕੰਡਿਆਲੀ ਤਾਰ, ਚਾਰੇ ਪੰਜੇ ਪਾਸੇ ਉੱਚੀਆਂ ਚੌਂਕੀਆਂ ਜਿਹੀਆਂ ਬਣਾ ਕੇ ਹਥਿਆਰਬੰਦ ਪੁਲਿਸ ਵਾਲੇ ਬੈਠੇ, ਅੰਦਰਲੇ ਪਾਸੇ ਬੰਦਸ਼ਾਂ। ਜਾਣੀ ਜੇਲ੍ਹ ਦਾ ਮਤਲਬ ਕੀ ਹੈ ਕਿ ਤੁਸੀਂ ਇਸ ਥਾਂ ਤੋਂ ਬਾਹਰ ਨਹੀਂ ਜਾ ਸਕਦੇ, ਇੰਨੇ ਵਜੇ ਤੁਹਾਡੀਆਂ ਬੱਤੀਆਂ ਬੰਦ, ਇੰਨੇ ਵਜੇ ਸੌਣਾ, ਇੰਨੇ ਵਜੇ ਉੱਠਣਾ, ਇੰਨੇ ਵਜੇ ਨਹਾਉਣਾ, ਇੰਨੇ ਵਜੇ ਆਹ ਖਾਣਾ, ਤੁਹਾਡੀ ਆਜ਼ਾਦੀ ਕੋਈ ਨਹੀਂ, ਤੁਹਾਨੂੰ ਸਿੱਧੇ ਕਰਨ ਦੇ ਲਈ ਜੇਲ੍ਹਾਂ ਨੇ। ਤੇ ਸੁਧਾਰ ਘਰ ਉਹਨਾਂ ਦਾ ਨਾਂ ਆ। ਆਪਾਂ ਪਹਿਲਾਂ ਵੀ ਕਈ ਵਾਰ ਇਸ ਮੁੱਦੇ ਤੇ ਚਰਚਾ ਕੀਤੀ ਕਿ ਸੁਧਾਰ ਹੋ ਨਹੀਂ ਰਿਹਾ। ਹਰਜੋਤ ਸਿੰਘ ਬੈਂਸ ਹੋਰਾਂ ਨੇ ਹੁਣ ਇੱਕ ਨਵੀਂ ਸਕੀਮ ਸ਼ੁਰੂ ਕੀਤੀ ਹੈ। ਉਹ ਕਹਿੰਦੇ ਜੀ ਅਸੀਂ ਪੰਜਾਬ ਦੀਆਂ, ਮੇਰਾ ਖਿਆਲ ਤਕਰੀਬਨ 2 ਦਰਜਨ ਜੇਲ੍ਹਾਂ ਦੀ ਉਹਨਾਂ ਨੇ ਗੱਲ ਕੀਤੀ ਕਿ ਉਹਦੇ ਵਿੱਚ ਜਿਹੜੇ ਬਿਹਤਰੀਨ ਚਾਲ ਚੱਲਣ ਵਾਲੇ ਕੈਦੀ ਹੋਣਗੇ, ਜਿਹੜੇ ਕਾਨੂੰਨ ਦੀ ਪਾਲਣਾ ਕਰਨਗੇ, ਜਿਨ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਹੋਊਗੀ, ਕੋਈ ਲੜਾਈ ਝਗੜਾ ਨਹੀਂ ਹੋਊਗਾ, ਕੋਈ ਗੈਰ ਕਾਨੂੰਨੀ ਚੀਜ਼ ਉਹਨਾਂ ਤੋਂ ਫੜੀ ਨਹੀਂ ਜਾਊਗੀ, ਜੇ ਉਹਨਾਂ ਦਾ ਚਾਲ ਚੱਲਣ ਬਿਹਤਰ ਹੋਊਗਾ, ਤੇ ਹਰ 3 ਮਹੀਨੇ ਬਾਅਦ ਉਹਨਾਂ ਨੂੰ 1 ਘੰਟਾ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਬਿਤਾਉਣ ਸਮਾਂ ਦੇਵਾਂਗੇ ਕਿ ਤੁਸੀਂ ਸਮਾਂ ਬਿਤਾਓ, ਰੋਟੀ ਖਾਓ,
ਚਾਹ ਪੀਓ, ਮਾਂ-ਬਾਪ ਨੇ, ਬੱਚੇ ਨੇ, ਪਰਿਵਾਰ ਦੇ ਹੋਰ ਮੈਂਬਰ ਨੇ, ਉਹਨਾਂ ਦੇ ਨਾਲ ਬੈਠ ਕੇ ਸਮਾਂ ਬਿਤਾ ਸਕਦੇ ਹੋ। ਨਹੀਂ ਤਾਂ ਕੀ ਹੁੰਦਾ, ਆਪਾਂ ਸਾਰਿਆਂ ਨੂੰ ਪਤਾ ਹੈ ਕਿ ਸਿੱਖਾਂ ਨੇ 5-4 ਮਿੰਟ ਮਿਲਦੇ ਆ, ਉੱਥੇ 25-26 ਨਾਲ ਹੋਰ ਆਲੇ ਦੁਆਲੇ ਖੜੇ ਹੁੰਦੇ ਆ, ਨਾ ਗੱਲ ਸੁਣਦੀ ਹੁੰਦੀ ਆ ਨਾ ਹੋਰ। ਇਹ ਸਕੀਮ ਚੰਗੀ ਆ ਜੇ ਇਮਾਨਦਾਰੀ ਨਾਲ ਲਾਗੂ ਕੀਤੀ ਜਾਵੇ, ਕਿਉਂਕਿ ਉਹਦੇ ਵਿੱਚ ਫਿਰ ਇੱਕ ਤਾਂ ਹਰ 90 ਦਿਨਾਂ ਦੇ ਬਾਅਦ ਪਰਿਵਾਰ ਦੇ ਮੈਂਬਰਾਂ ਨੂੰ ਮਿਲਣ ਦਾ ਇੱਕ ਚਾਅ ਹੋਊ, ਇੱਕ ਖਿੱਚ ਹੋਊ, ਇੱਕ ਟੀਚਾ ਹੋਊ ਕਿ ਭਾਈ ਮੈਂ ਬੰਦਾ ਬਣ ਕੇ ਰਹਿਣਾ। ਜੇ ਮੈਂ ਬੰਦਾ ਬਣ ਕੇ ਰਹੂੰਗਾ ਤਾਂ ਬੀਬੀ ਨਾ, ਭਾਪੇ ਨਾ, ਪਤਨੀ ਨਾ, ਪਤੀ ਨਾ, ਬੱਚਿਆਂ ਦੇ ਨਾਲ ਮੈਂ ਘੰਟਾ ਕੁ ਹੱਸ ਖੇਡ ਲਊਂਗਾ, ਮੈਂ ਗੱਲਾਂ ਬਾਤਾਂ ਕਰ ਲਊਂਗਾ, ਹਿਰਖ ਮੱਠਾ ਜਿਹਾ ਹੋ ਜਾਂਦਾ ਨਾ ਬੰਦੇ ਦਾ। ਤੇ ਉਹਦੇ ਨਾਲ ਹੋ ਸਕਦਾ ਕਿ ਜਿਹੜੇ ਐਵੇਂ ਹੀ ਵੱਡਿਆਂ ਦੇ ਮਗਰ ਲੱਗ ਤੁਰਦੇ ਆ, ਕਾਨੂੰਨ ਦੀ ਉਲੰਘਣਾ ਕਰਦੇ ਆ, ਜੇਲ੍ਹਾਂ ਨੂੰ ਕੰਟਰੋਲ ਕਰਨਾ ਔਖਾ ਹੋ ਜਾਂਦਾ। ਉਧਰਲੇ ਪਾਸੇ ਕੰਮ ਜਿਹੜਾ ਥੋੜਾ ਜਿਹਾ ਦਰੁਸਤ ਹੋ ਜਾਵੇ। ਹਾਂ, ਪਰ ਬਹੁਤੀ ਵਾਰ ਇਦਾਂ ਹੁੰਦਾ ਜਿੱਦਾਂ ਇਹੀ ਮੰਤਰੀ ਸਾਹਿਬ ਹਰਜੋਤ ਸਿੰਘ ਬੈਂਸ ਹੋਰੀ ਉਹਨਾਂ ਇੱਕ ਵਾਰੀ ਕਿਹਾ ਸੀ ਨਾ ਕਿ ਭਾਈ ਉਹ ਬੰਦਾ ਯੂਪੀ ਦਾ ਪੰਜਾਬ ਦੀ ਜੇਲ੍ਹ 'ਚ ਸਪੈਸ਼ਲ ਰੱਖਿਆ, ਟੱਬਰ ਉਹਦਾ ਨਾਲ ਹੀ ਰੱਖਿਆ, ਸਹੂਲਤਾਂ ਉਹਨੂੰ ਪੂਰੀਆਂ, ਟੀਵੀ ਉਹਨੂੰ, ਗੱਦਾ ਉਹਨੂੰ, ਵਾਰਡਨ ਦੇ ਕਹਿੰਦੇ ਕੁਆਟਰ ਦੇ ਵਿੱਚ ਵੀ ਰੱਖਿਆ। ਤਾਂ ਜੇ ਇਦਾਂ ਦੀ ਮਾਨਸਿਕਤਾ ਹੇਠਲੇ ਪਾਸੇ ਕੰਮ ਚੱਲਿਆ, ਫਿਰ ਹੋ ਸਕਦਾ ਲਾਹਾ ਕੋ ਹੋਰ ਹੀ ਲੈ ਜਾਣ। ਨਹੀਂ, ਦੇਖੋ ਗੱਲ ਇਹ ਆ ਵੀ ਜਿੱਦਾਂ ਆਪਾਂ ਅੱਗੇ ਵੀ ਜ਼ਿਕਰ ਕਰਦੇ ਹੁੰਦੇ ਵੀ ਜੇਲ੍ਹ ਦੀ ਜਗ੍ਹਾ ਤੇ ਸੁਧਾਰ ਘਰ ਲਿਖਿਆ ਹੁੰਦਾ ਜੀ, ਚੰਗੀ ਗੱਲ ਹੈ, ਉੱਥੋਂ ਲੋਕ ਸੁਧਰਨ। ਆਮ ਤੌਰ ਤੇ ਵਾਹਵਾ ਸਾਲਾਂ ਤੋਂ ਇਹ ਦੋਸ਼ ਲੱਗਣ ਲੱਗ ਪਏ ਵੀ ਬੰਦਾ ਥੋੜਾ ਜਿਹਾ ਕਾਣਾ ਹੋ ਕੇ ਅੰਦਰ ਜਾਂਦਾ ਤੇ ਪੂਰਾ ਸੈੱਟ ਹੋ ਕੇ ਬਾਹਰ ਨਿਕਲਦਾ। ਉਹ ਕਹਿੰਦਾ ਲੈ ਤੇ ਗੱਲ ਹੀ ਕੁਝ ਨਹੀਂ ਹੈਗੀ। ਆਪਾਂ ਨੂੰ ਬੰਦੇ ਅੰਦਰ ਜਿਹੜੇ ਮਿਲੇ ਨਾ, ਫਿਰ ਉਹ ਕਹਿੰਦੇ ਲੈ ਤੂੰ ਤਾਂ ਗੁਰੂ ਉਰੇ ਹੀ ਤੁਰਿਆ ਫਿਰਦਾ, ਇੰਨੇ ਬਲੇਡ ਨਾਲ ਨਿੱਗੀ ਜੀ ਜੇਬ ਥੋੜਾ ਕੱਟ ਕੇ ਗੱਲ ਚੱਲਦੀ ਆ। ਤੇ ਇਹਨੂੰ ਹੋਰ ਚੀਜ਼ ਦੱਸਦੇ ਆ ਵੀ ਕਿੱਥੋਂ ਕਿਹੜੀ ਕੰਮ ਚੱਲਦਾ। ਉਹ ਦੋਸ਼ ਲੱਗਦੇ ਆ, ਸੱਚ ਝੂਠ ਚਲੋ ਆਪ ਦੇਖ ਲੈਣਗੇ। ਪਰ ਇੱਕ ਤੁਹਾਡੇ ਗੱਲ ਸੁਣਾਉਂਦੇ ਨਾ ਮੇਰੇ ਦਿਮਾਗ 'ਚ ਕੁਦਰਤੀ ਗੱਲ ਆ ਗਈ। ਮੈਂ ਕਿਹਾ ਵੀ ਦੇਖੋ ਇੱਥੇ ਤੇ 3 ਮਹੀਨੇ ਬੰਦੇ ਨੇ ਆਪਣਾ ਚਾਲ ਚੱਲਣ ਸਹੀ ਰੱਖਣਾ ਤੇ ਫਿਰ ਇੱਕ ਦਿਨ ਮਿਲਣਾ ਹੈ, 1 ਘੰਟਾ। 1 ਘੰਟਾ, ਹਾਂਜੀ ਹਾਂਜੀ ਹਾਂਜੀ, ਇੱਕ ਦਿਨ 'ਚ 1 ਘੰਟਾ ਮਿਲਣਾ। ਹਾਂਜੀ ਹਾਂਜੀ। ਹੁਣ ਤੁਸੀਂ ਇਹ ਵੀ ਦੇਖਿਆ ਹੋਣਾ ਵੀ ਪਿਛਲੇ ਸਮੇਂ ਦੇ ਵਿੱਚ ਕਹਿੰਦੇ ਵੀ ਚਾਲ ਚੱਲਣ ਬਹੁਤ ਅੱਛਾ ਸੀਗਾ ਕੁਝ ਬੰਦਿਆਂ ਦਾ, ਉਹਨਾਂ ਨੂੰ ਵਾਹਵਾ ਦਿਨ ਮਿਲ ਜਾਂਦੇ ਰਹੇ। ਉਹਨਾਂ ਬਾਰੇ ਤੇ ਮੰਤਰੀ ਸਾਹਿਬ ਵੀ ਬਿਆਨ ਦਿੰਦੇ ਨੇ, ਉਹ ਕਹਿੰਦੇ ਲੈ ਇੱਦਾਂ ਦੀ ਗੱਲ ਕੋਈ ਨਹੀਂ, ਅਜੇ ਤੇ 20-25 ਦਿਨ ਹੋਰ ਉਹਨਾਂ ਨੂੰ ਮਿਲ ਸਕਦੇ ਆ, ਥੋੜੇ ਕੁ ਦਿਨਾਂ ਬਾਅਦ ਉਹ ਫਿਰ ਆ ਜਾਣਗੇ ਬਾਹਰ। ਉਹ ਬਾਹਰ ਜਾ ਕੇ ਵੀ ਚਲੇ ਜਾਂਦੇ। ਉਹਦੇ ਵਿੱਚ ਤੇ ਆਮ ਬੰਦੇ ਦੇ ਦਿਨਾਂ 'ਚ ਕੀ ਫਰਕ, ਮੈਨੂੰ ਇਹ ਨਹੀਂ ਸਮਝ ਆਈ ਗੱਲ ਵੀ ਉਹ ਕੋਈ ਸਜ਼ਾ ਹੋਰ ਹੁੰਦੀ ਹੈ ਜਾਂ ਇਹ ਸਜ਼ਾ ਹੋਰ ਹੁੰਦੀ ਹੈ। ਇਹ ਬਿਲਕੁਲ ਉਨਾ ਹੀ ਫਰਕ ਹੈ ਸੰਧਾਲੀਆ ਸਾਹਿਬ। ਜਦੋਂ ਤੁਹਾਡੀਆਂ ਗੱਡੀਆਂ ਲੰਘਣੀਆਂ ਤਾਂ ਲੋਕ ਰੋਕ ਦੇਣੇ ਆ, ਜਦੋਂ ਆਮ ਬੰਦੇ ਨੇ ਲੰਘਣਾ ਤਾਂ ਸੜਕ ਰੋਕ ਦੇਣੀ ਆ। ਗੱਲ ਇਹੋ ਹੀ ਆ। ਹੁਣ ਦੇਖੋ ਇਸ ਗੱਲ ਦੇ ਨਾਲ ਹਰਜੋਤ ਸਿੰਘ ਬੈਂਸ ਹੋਰਾਂ ਦੀ ਉਸ ਬਿਆਨ ਦਾ ਜਾਂ ਉਹਨਾਂ ਵੱਲੋਂ ਲਿਆਂਦੀ ਸਕੀਮ ਦਾ ਕੋਈ ਲੈਣਾ ਦੇਣਾ ਨਹੀਂ। ਉਂਝ ਇੱਕ ਸਵਾਲ ਮਨਾਂ ਦੇ ਵਿੱਚ ਆ ਜਾਂਦਾ, ਕਿਉਂਕਿ ਹਰੇਕ ਦੇ ਮਨ ਦੇ ਵਿੱਚ ਆਈ ਹੋਣੀ ਗੱਲ ਵੀ ਯਾਰ ਗੱਲ ਤਾਂ ਠੀਕ ਆ ਵੀ ਹੁਣ ਜੇ ਮਾਤੜ ਬੰਦਾ ਤੇ ਉਹ ਵਿਚਾਰਾ ਪਰੋਲ ਡੀਕਦਾ ਰਹਿੰਦਾ ਹੀ, ਜਾਂ ਇੱਕ ਦਿਨ ਮਿਲੂਗਾ ਜੀ 1 ਘੰਟਾ ਪਰਿਵਾਰ ਦੇ ਨਾਲ ਬਿਤਾਉਣ ਦੇ ਲਈ, ਤੇ ਕਿੱਥੇ ਅਗਲਾ ਕਹਿੰਦਾ ਉਹ ਕਹਿੰਦਾ ਸਾਡਾ ਅਧਿਕਾਰ ਹੈ ਵੀਰ ਜੀ। ਵਕੀਲ ਸਾਹਿਬ ਉੱਧਰ ਗਏ ਨੇ ਵੱਡੀ ਫਾਈਲ ਲੈ ਕੇ, ਉਹ ਕਹਿੰਦਾ ਇਸ ਤਰ੍ਹਾਂ ਕਿਸ ਤਰ੍ਹਾਂ ਜੀ ਫਲਾਨੀ ਧਾਰਾ ਦੇ ਅਕੋਰਡਿੰਗਲੀ ਇਹਦੇ ਮਨੁੱਖੀ ਅਧਿਕਾਰ ਦੇ ਮੁਤਾਬਕ ਇਹਨੂੰ ਆਹ ਚੀਜ਼ ਮਿਲਣੀ ਚਾਹੀਦੀ ਹੈ। ਤੇ ਜਦੋਂ ਬੰਦਾ ਸਧਾਰਨ ਦੇਖਦਾ ਉਹ ਕਹਿੰਦੇ ਮਨੁੱਖੀ ਅਧਿਕਾਰ ਬਾਕੀ ਛੱਡ ਦਿਓ, ਪਹਿਲਾਂ ਮਨੁੱਖ ਤੇ ਸਮਝ ਲਓ ਮਹਾਰਾਜ। ਸੰਧਾਲੀਆ ਸਾਹਿਬ ਇਹਦੇ ਨਾਲ ਹੀ ਨਾ ਬੇਕਰੀ ਦੀਆਂ ਚੀਜ਼ਾਂ ਬਣਾਉਣੀਆਂ ਸ਼ੁਰੂ ਕੀਤੀਆਂ ਸੀ ਜੇਲ੍ਹਾਂ 'ਚ। ਤੁਹਾਨੂੰ ਯਾਦ ਹੋਣਾ ਕੁਝ ਮਹੀਨੇ ਪਹਿਲਾਂ ਐਲਾਨ ਹੋਇਆ ਸੀ ਕਿ ਕੈਦੀਆਂ ਨੂੰ ਆਪਾਂ ਹਵਾਲਾਤੀਆਂ ਨੂੰ, ਕੈਦੀਆਂ ਨੂੰ ਕੰਮ ਦੇਣਾ। ਹਵਾਲਾਤੀ ਤੋਂ ਕੰਮ ਲੈਂਦੇ ਨੇ ਮੇਰੇ ਖਿਆਲ। ਉਹਦੇ ਵਿੱਚ ਉਹ ਕਹਿੰਦੇ ਸੀ ਜੀ ਪਹਿਲਾਂ ਪੁਰਾਣੀਆਂ ਚੀਜ਼ਾਂ ਬਣਾਉਂਦੇ ਸੀ, ਹੁਣ ਆਪਾਂ ਬੇਕਰੀ ਦਾ ਸਮਾਨ ਬਣਾਉਣਾ ਸ਼ੁਰੂ ਕਰਨਾ, ਟ੍ਰੇਨਿੰਗ ਵੀ ਦਿਆਂਗੇ, ਕਈਆਂ ਨੂੰ ਕੰਮ ਆਉਂਦਾ ਹੁੰਦਾ। ਹੁਣ ਉਹ ਕਹਿੰਦੇ ਜੀ ਉਹ ਕੰਮ ਤਕਰੀਬਨ ਚੱਲ ਪਿਆ। ਬੇਕਰੀ ਦਾ ਸਮਾਨ ਜੇਲ੍ਹਾਂ ਦੇ ਵਿੱਚੋਂ ਬਣੂਗਾ, ਬਾਹਰ ਬਾਜ਼ਾਰ ਦੇ ਵਿੱਚ ਸਪਲਾਈ ਹੋਊਗਾ, ਲੋਕ ਖਰੀਦਣਗੇ ਤੇ ਉਹਦੇ ਪੈਸੇ ਜਿਹੜੇ ਆ ਪੰਜਾਬ ਸਰਕਾਰ ਦੇ ਖਜ਼ਾਨੇ 'ਚ ਆਉਣਗੇ। 4 ਪੈਸੇ ਕੈਦੀਆਂ ਨੂੰ ਮਿਹਨਤਾਨੇ ਦੇ ਰੂਪ 'ਚ ਵੀ ਦਿੱਤੇ ਜਾਣਗੇ। ਫਿਰ ਉਹਨਾਂ ਨੇ ਕਿਹਾ ਕਿ ਜੇਲ੍ਹਾਂ ਦੇ ਨੇੜੇ ਆਪਾਂ ਪੰਪ ਲਾਉਣੇ ਆ, ਉਹਦੇ ਵਿੱਚੋਂ ਵੀ ਕਮਾਈ ਆਊਗੀ। ਜੇਲ੍ਹਾਂ ਦੇ ਉੱਤੇ ਜਿਹੜਾ ਖਰਚਾ ਹੁੰਦਾ ਉਹਦਾ ਭਾਰ ਥੋੜ੍ਹਾ ਜਿਹਾ ਘਟ ਜੂਗਾ ਤੇ ਜਿਹੜੇ ਕੈਦੀ ਨੇ ਉਹਨਾਂ ਨੂੰ ਵੀ ਲਾਲਚ ਹੋਊਗਾ ਕਿ ਭਾਈ ਆਪਾਂ ਕੰਮ ਕਰਨਾ ਹੀ। ਮੈਂ ਨਹੀਂ ਕਹਿੰਦਾ ਕਿ ਉਹਨਾਂ ਪੰਪਾਂ ਦੇ ਉੱਤੇ ਤੇਲ ਇਹਨਾਂ ਕੈਦੀਆਂ ਨੇ ਪਾਉਣਾ, ਪਰ ਕਹਿਣ ਦਾ ਭਾਵ ਉਹਨਾਂ ਨੇ 2 ਪ੍ਰੋਸੀਜਰ ਦੱਸੇ। ਪਰ ਬੈਂਸ ਸਾਹਿਬ ਦੇ ਸਾਹਮਣੇ ਇੱਕ ਬਹੁਤ ਵੱਡੀ ਚੁਣੌਤੀ ਹੈ, ਛੋਟੀ ਚੁਣੌਤੀ ਨਹੀਂ। ਸੰਧਾਵਾਲੀਆ ਸਾਹਿਬ ਗੁਜਰਾਤ ਦੇ ਨੇੜਿਓਂ ਸਮੁੰਦਰ ਦੇ ਵਿੱਚੋਂ ਇੱਕ ਕਿਸ਼ਤੀ ਫੜੀ ਹੈ, ATS ਆ ਗੁਜਰਾਤ ਦੀ ਜਿਹੜੀ ਸਪੈਸ਼ਲ ਫੋਰਸ। ਉਹਨਾਂ ਨੇ ਕਿਸ਼ਤੀ ਫੜੀ, ਵਿੱਚੋਂ ਦਾਅਵਾ ਕੀਤਾ ਕਿ ਕੁਝ ਪਾਕਿਸਤਾਨੀ ਬੰਦੇ ਫੜਿਆ ਤੇ ਨਾਲ 40 ਕਿਲੋ ਨਸ਼ੀਲਾ ਪਦਾਰਥ ਫੜਿਆ। 200 ਕਰੋੜ ਦਾ 200 ਕਰੋੜ ਦਾ। ਆਮ ਬੰਦਾ, ਸਧਾਰਨ ਬੰਦਾ ਸਾਡੇ ਵਰਗਾ ਦਿੱਲੀ ਨੂੰ ਜਾਵੇ ਤੇ ਉਹਦੇ ਕੋਲ ਰੁਪਈਆ ਹੋਵੇ 2,500। ਘਰ ਦੇ ਵਿੱਚ ਜੀ ਹੁਣ 6, ਇੱਕੋ ਚੱਲਾ ਬਾਕੀ 5, ਇੱਕ ਨਿਆਣਾ ਉਹਨੂੰ ਸਮਝ ਨਹੀਂ ਬਾਕੀ 4। ਉਹ 4 ਜਣੇ ਨਾ ਬਾਕੀਆਂ ਤੋਂ ਚੋਰੀ ਹੋ ਕੇ ਪੈਸੇ 2 ਜਗ੍ਹਾ ਕਰਕੇ ਪਾਈ। ਪੈਸੇ 2 ਜਗ੍ਹਾ ਕਰਕੇ ਪਾਈ ਦੇ ਹੁੰਦੇ, ਕਿਰਾਏ ਦੇ ਇੱਕ ਹੋਰ ਪਾਸੇ ਪਾ ਲਈ ਦੇ ਹੁੰਦੇ ਆ, ਦੂਜੇ ਹੋਰ ਪਾਸੇ ਪਾ ਲਈ ਦੇ ਹੁੰਦੇ ਆ। ਜਰਾਬ 'ਚ ਪਾ ਲਈ ਥੋੜ੍ਹੇ ਜਿਹੇ ਪੈਸੇ ਚੋਰ ਜੇਬ 'ਚ ਪਾ ਲਈ। ਜਿੱਥੇ ਪੈਸੇ ਪਾਏ ਹੁਣ ਉੱਥੇ ਬਾਰ-ਬਾਰ ਹੱਥ ਨਹੀਂ ਮਾਰੀ ਤਾਂ ਅਗਲੇ ਨੂੰ ਸ਼ੱਕ ਪੈ ਜਾਂਦੀ ਹੈ। ਜਾਣੀ ਆਮ ਬੰਦਾ 2500 ਨੂੰ 2500 ਵਾਰੀ ਸਾਂਭਦਾ, ਫੇਰ ਵੀ ਜੇਬ ਘਟਾਇਆ ਹੁੰਦਾ ਕਈ ਵਾਰੀ। ਹੁਣ ਤੁਸੀਂ ਦੇਖੋ ਕਿ 40 ਕਿਲੋ ਨਸ਼ੀਲਾ ਪਦਾਰਥ,
ਬਾਜ਼ਾਰ ਦੇ ਵਿੱਚ ਕੀਮਤ 200 ਕਰੋੜ। ਪਰ ਜਿਹੜੀ ਹੈਰਾਨੀ ਵਾਲੀ ਗੱਲ ਹੈ, ਜਦੋਂ ਜਾਂਚ ਪੜਤਾਲ ਕੀਤੀ ਤੇ ATS ਵਾਲੇ ਕਹਿੰਦੇ ਜੀ ਸਿੱਧਾ ਪੰਜਾਬ ਨਾਲ ਕਨੈਕਸ਼ਨ ਜੁੜਦਾ ਹੈ। ਕੋਈ ਨਹੀਂ, ਹੋ ਸਕਦਾ ਹੈ ਕਿ ਪੰਜਾਬ ਦੇ ਕਿਸੇ ਬੰਦੇ ਨੇ ਆਰਡਰ ਦਿੱਤਾ ਹੋਵੇ ਕਿ ਭਾਈ ਇੱਦਾਂ ਦਾ ਕਰਕੇ ਕਰੇ ਨਸ਼ੀਲਾ ਪਦਾਰਥ ਮੇਰੇ ਤੱਕ ਪਹੁੰਚਾ ਦਿਓ, ਰੁਪਈਆਂ ਨਾਲ ਤਾਂ ਤੁਹਾਡੀਆਂ ਨਾਸਾਂ ਬੰਦ ਕਰ ਦੂੰ। ਪਰ ਨਹੀਂ, ਉਹ ਵੀ ਨਹੀਂ। ਜਿਨ੍ਹਾਂ 2 ਬੰਦਿਆਂ ਦਾ ਨਾਮ ਆਇਆ ਉਹਦੇ ਵਿੱਚੋਂ ਇੱਕ ਨਾਈਜੀਰੀਆ ਦਾ ਬੰਦਾ ਅੰਮ੍ਰਿਤਸਰ ਦੀ ਜੇਲ੍ਹ 'ਚ ਹੈ, ਦੂਸਰਾ ਬੰਦਾ ਕਪੂਰਥਲੇ ਦੀ ਜੇਲ੍ਹ 'ਚ ਹੈ। ਉਹਨਾਂ 2 ਬੰਦਿਆਂ ਨੇ ਕਹਿੰਦੇ ਜੀ ਵਿਦੇਸ਼ 'ਚ ਆਰਡਰ ਕੀਤੀ ਹੈ, ਉੱਥੋਂ ਗੁਜਰਾਤ ਦੇ ਸਮੁੰਦਰੀ ਤੱਟ ਤੱਕ ਸਪਲਾਈ ਹੋਣੀ ਸੀ, ਫਿਰ ਦਿੱਲੀੋਂ 2 ਬੰਦਿਆਂ ਨੇ ਜਾਣਾ ਸੀ, ਉੱਥੋਂ ਲਿਆ ਕੇ ਤਾਂ ਪੰਜਾਬ 'ਚ ਸਪਲਾਈ ਕਰਨੀ ਸੀ। ਜੇਲ੍ਹ 'ਚ ਬੈਠੇ ਨੇ 2 ਬੰਦੇ, ਸਾਨੂੰ ਨਹੀਂ ਪਤਾ ਆਰਡਰ 5 ਦਿਨ ਪਹਿਲਾਂ ਦਿੱਤਾ ਕਿ 15 ਮਹੀਨੇ ਪਹਿਲਾਂ ਦਿੱਤਾ, ਉਹ ਤਾਂ ਜਾਂਚ ਪੜਤਾਲ ਤੋਂ ਪਤਾ ਲੱਗੂ। ਗੁਜਰਾਤ ਦੀਆਂ ਟੀਮਾਂ ਪੰਜਾਬ ਨੂੰ ਤੁਰ ਪਈਆਂ। ਪਰ ਸਭ ਤੋਂ ਵੱਡੀ ਗੱਲ ਹੈ ਕਿ ਜੇ ਪੰਜਾਬ ਦੀਆਂ 2 ਜੇਲ੍ਹਾਂ 'ਚ ਬੈਠੇ ਵੱਖ-ਵੱਖ ਬੰਦੇ, ਇਹਦਾ ਮਤਲਬ ਆਪਸ 'ਚ ਸੰਪਰਕ 'ਚ ਨੇ, ਉਹ ਸੌਦਾ ਮਾਰਿਆ ਦੂਜੇ ਦੇਸ਼ 'ਚ ਮਾਰਿਆ, ਕੋਈ ਕਾਨੂੰਨੀ ਗੱਲ ਨਹੀਂ। ਇਹ ਕਿਹੜਾ ਐਪ ਤੇ ਚੈੱਕ ਕਰ ਲੈਣਾ ਕਿ ਸਾਡਾ ਸਮਾਨ ਤੁਰ ਪਿਆ ਕਿ ਨਹੀਂ ਤੁਰ ਪਿਆ। ਇਹਦਾ ਮਤਲਬ ਹੈ ਕਿ ਉਹਨਾਂ ਦੇ ਕੋਲੇ ਗੈਰ ਕਾਨੂੰਨੀ ਤਰੀਕੇ ਕਪੂਰਥਲਾ ਤੇ ਅੰਮ੍ਰਿਤਸਰ ਦੀਆਂ ਜੇਲ੍ਹਾਂ ਦੇ ਵਿੱਚ ਉਹ ਸਹੂਲਤ ਹੈ ਕਿ ਆਪਸ ਦੇ ਵਿੱਚ ਉਹ ਕਨੈਕਸ਼ਨ ਜੋੜ ਸਕਦੇ ਆ। ਫਿਰ ਉਹਨਾਂ ਦੇ ਕਨੈਕਸ਼ਨ ਵਿਦੇਸ਼ ਤੱਕ ਹੈ। ਇਹ ਨਹੀਂ ਕਿ ਟੈਲੀਫੋਨ ਕਰ ਦਿੱਤਾ ਕਿ ਭਾਜੀ ਇੱਦਾਂ ਕਰੋ 40 ਕਿਲੋ ਨਸ਼ੀਲਾ ਪਦਾਰਥ ਭੇਜ ਦਿਓ ਨਾ। ਜੇ 200 ਕਰੋੜ ਕੀਮਤ ਹੈ, 20-25 ਕਰੋੜ ਰੁਪਈਆ ਤਾਂ ਉੱਥੇ ਪਹੁੰਚਦਾ ਕੀਤਾ ਹੀ ਹੋਣਾ, ਉਹਦੇ ਲਈ ਵੀ ਕਿਸੇ ਨੂੰ ਟੈਲੀਫੋਨ ਕੀਤਾ ਹੋਣਾ। ਫਿਰ ਜਿਹੜੇ ਦਿੱਲੀੋਂ 2 ਬੰਦੇ ਤਿਆਰ ਕੀਤੇ ਆ ਕਿ ਭਾਈ ਸੌਦਾ ਆ ਜਾਊਗਾ ਗੁਜਰਾਤ ਤੱਕ, ਅੱਗੋਂ ਪੰਜਾਬ ਤੱਕ ਅੱਪੜਦਾ ਤੁਸੀਂ ਕਰਨਾ ਹੈ, ਉਹਨਾਂ ਦਾ ਪ੍ਰਬੰਧ ਵੀ ਅੰਦਰੋਂ ਹੀ ਕੀਤਾ ਹੋਣਾ। ਫਿਰ ਜਿਨ੍ਹਾਂ ਤੱਕ ਪੰਜਾਬ 'ਚ ਅੱਪੜਦਾ ਕਰਨਾ ਹੈ, ਉਹਨਾਂ ਨੇ ਕਿਹਨਾਂ ਤੋਂ ਲੈਣਾ ਹੈ, ਕਿੱਥੇ ਫੜਾਉਣਾ ਹੈ, ਬਾਕੀ ਪੇਮੈਂਟ ਕਿੱਦਾਂ ਲੈਣੀ ਹੈ, ਉਹ ਸਾਰਾ ਹਿਸਾਬ ਕਿਤਾਬ ਲਵਾਇਆ ਹੋਣਾ। ਜੇ ਇੱਕ ਵਿਦੇਸ਼ੀ ਮੂਲ ਦਾ ਬੰਦਾ ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਬੈਠ ਕੇ ਦੂਸਰੇ ਦੇਸ਼ ਦੇ ਤਸਕਰ ਦੇ ਨਾਲ ਸੌਦਾ ਮਾਰ ਸਕਦਾ, ਇਹਦਾ ਮਤਲਬ ਹੈ ਸੰਧਾਲੀਆ ਸਾਹਿਬ ਕਿ ਅਜੇ ਪੰਜਾਬ ਦੇ ਸੁਧਾਰ ਘਰਾਂ ਦੇ ਵਿੱਚ ਬਹੁਤ ਸਾਰੇ ਸੁਧਾਰ ਕਰਨ ਦੀ ਲੋੜ ਹੈ। ਮੈਂ ਇੱਕ ਗੱਲ ਕਲੀਅਰ ਕਰਦਾ, ਥੋੜੇ ਸਮਾਂ ਪਹਿਲਾਂ ਪੌਣੇ 400 ਕਰੋੜ ਦਾ ਨਸ਼ੀਲਾ ਪਦਾਰਥ ਫੜਿਆ ਸੀ, 75 ਕਿਲੋ ਸੀ ਮੇਰਾ ਖਿਆਲ, ਉਹ ਵੀ ਗੁਜਰਾਤ ਤੋਂ ਫੜਿਆ ਸੀ। ਤੇ ਉਸ ਨਸ਼ੀਲੇ ਪਦਾਰਥ ਦਾ ਆਰਡਰ ਜਿਹੜਾ ਫਰੀਦਕੋਟ ਦੀ ਜੇਲ੍ਹ ਦੇ ਵਿੱਚ ਬੈਠੇ ਬੰਦੇ ਨੇ ਦਿੱਤਾ ਸੀ, ਉਹ ਵੀ ਕਲੀਅਰ ਹੋ ਗਿਆ ਸੀ। ਮੁੜ ਕੇ ਪੁੱਛਗਿੱਛ ਕਰਨ ਵੀ ਅਗਲੇ ਆਏ ਸੀ। ਜਾਣੀ ਕਿ ਬਹੁਤ ਜ਼ਰੂਰੀ ਹੈ ਕਿ ਭਾਈ ਜੇਲ੍ਹਾਂ ਦੇ ਵਿੱਚ ਬੈਠ ਕੇ, ਆਮ ਤੌਰ ਤੇ ਹੁੰਦਾ ਉਹ ਫਿਰ ਜੇਲ੍ਹ ਜੋ ਕੈਦ ਭੁਗਤਦਾ, ਹੁਣ ਉਹਨੂੰ ਨਾਨੀ ਚੇਤੇ ਆ, ਉਹ ਅਗਲੇ ਕਾਰੋਬਾਰ ਕਰਦੇ ਫਿਰਦੇ ਆ। ਨਹੀਂ, ਤੁਸੀਂ ਦੇਖੋ ਇਹਦੇ 'ਚ ਨਾ 2 ਗੱਲਾਂ ਨੋਟ ਕਰਨ ਵਾਲੀਆਂ। ਪਹਿਲਾਂ ਤਾਂ ਆਪਾਂ ਇਹੋ ਦੇਖ ਲਈ, ਜੇ ਮੰਨ ਲਓ ਵੀ ਪਰਮਵੀਰ ਸਿੰਘ ਬਾਠ ਵੱਡਾ ਬਦਮਾਸ਼ ਫੜਿਆ ਗਿਆ ਹੈ, ਗੱਲ ਕਰਦੇ ਆਪਾਂ 15 ਸਾਲ ਲਈ ਵੱਜ ਗਿਆ ਜੀ, ਪਿੰਡ ਦੇ ਵਿੱਚ ਇੱਧਰ ਉੱਧਰ ਸ਼ਰੀਕੇ 'ਚ ਬੜਾ ਬਈ ਪੱਲੇ ਪੱਲੇ ਲੈ, ਹੁਣ ਧੱਕਿਆ ਗਿਆ 15 ਸਾਲਾਂ ਲਈ ਅੰਦਰ, ਹੁਣ ਨਹੀਂ ਨਿਕਲਦਾ। ਤੇ ਜੇ 15 ਸਾਲ ਇਹੋ ਜਿਹਾ ਕਾਰੋਬਾਰ ਵੀ ਹੁੰਦਾ ਰਿਹਾ, ਮੰਨ ਲਓ 1 ਸਾਲ ਦੀ ਇੱਕੋ ਖੇਪ ਹੀ ਮੰਗਾਉਣੀ ਇੱਦਾਂ ਦੀ 200 ਕਰੋੜ ਵਾਲੀ, ਤੁਸੀਂ 15 ਸਾਲਾਂ ਦੇ ਬਾਅਦ ਤੁਸੀਂ ਜਦੋਂ ਨਿਕਲਣਾ, ਉਦੋਂ ਬਾਅਦ ਦੋਸ਼ ਤੁਹਾਡੇ ਤੇ ਕੋਈ ਨਹੀਂ, ਤੁਸੀਂ ਜੇਲ੍ਹ ਕੱਟਣ ਆ ਕਿ ਆਲਰੇਡੀ ਕਿਹੜਾ ਕੰਮਾਂ 'ਚੋਂ ਕੰਮ, ਤੇ ਬਾਦਸ਼ਾਹਾਂ ਵਾਲੀ ਜ਼ਿੰਦਗੀ ਹੋਣੀ। ਦੇਖੋ ਇਹ ਤੋਂ ਵਧੀਆ ਧੰਦਾ ਕਿਹੜਾ ਹੋ ਸਕਦਾ। ਹੁਣ ਦੂਜੀ ਗੱਲ ਇਹ, ਮੇਰੀ ਬੇਨਤੀ ਸੁਣੋ, ਮੇਰੇ ਕੋਲ ਜੋ ਸਮਾਨ ਮੰਗਾਉਣ ਜੋਗੇ ਪੈਸੇ ਹੋਏ, ਮੈਂ ਮੰਗਾਉਣਾ ਹੀ ਨਹੀਂ ਕੁਛ। ਨਹੀਂ ਅਗਲੀ ਗੱਲ ਸੁਣ, ਮੈਨੂੰ ਨਹੀਂ ਪਤਾ, ਨਹੀਂ ਗਰੀਬ ਸੋਚ ਨਹੀਂ ਰੱਖਣੀ, ਅਮੀਰ ਹੋਣਾ। ਅਗਲੀ ਸੁਣੋ, ਅਗਲੀ ਗੱਲ ਇਹ ਆ ਵੀ ਤੁਸੀਂ ਕਿਹਾ ਵੀ 40 ਕਿਲੋ ਸੌਦਾ, 40 ਕਿਲੋ ਆਮ ਤੌਰ ਤੇ ਦਾਣੇ ਹੁੰਦੇ ਆ ਭਿਉਣ ਲਈ, ਜਿਹੜੇ ਆਪਾਂ ਚੱਕੀ ਤੇ ਲੈ ਕੇ ਜਾਈਦੇ ਆ। ਉਹ ਵੀ ਮੁੰਡੇ ਨੂੰ 100 ਤਰਲਾ ਮਾਰਨਾ, ਜਾ ਪੁੱਤ ਛੱਡਿਆ, ਉਹਨੇ ਕਹਿਣਾ ਨਹੀਂ ਹੁਣ ਗਰਮੀ ਆ, ਚੱਲ ਤਕਾਲੀ ਜਾ ਆਈ, ਨਹੀਂ ਸ਼ਾਮੀ ਮੱਛਰ ਆ, ਚੱਲ ਸਵੇਰੇ ਜਾਏ, ਸਵੇਰੇ ਮੈਂ ਸਕੂਲ ਜਾਣਾ। ਉਹ 3 ਦਿਨ ਉਹਦੇ ਤਰਲੇ ਮਾਰਨੇ, ਫੇਰ ਉਹਨੇ ਜਾ ਕੇ ਤੇ ਉਹ 40 ਕਿਲੋ ਵਾਲਾ ਤੋੜਾ ਚੱਕੀ ਤੱਕ ਲੈ ਕੇ ਜਾਣਾ। ਤੇ ਉਹ ਵੀ ਪਤਾ ਨਹੀਂ ਵੀ ਸਬੂਤਾ ਜਾਵੇ ਨਾ ਜਾਵੇ, 3 ਵਾਰੀ ਤਾਂ ਮੂੰਹ ਦੇਖਣਾ, ਘੁੱਟ ਕੇ ਬੰਨੀ ਮੈਂ ਫੜਦੀ ਆ ਉੱਪਰ, ਹੈ ਨਾ। ਵੀ ਜੇ ਤੇ ਉਹਨੂੰ ਪਿੱਛੇ ਰੱਖ ਲਿਆ ਕੈਰੀਅਰ ਜੇ ਤੇ ਉਹ ਮਗਰਲੀ ਕੁੰਡੀ ਜੀ ਚੁੱਭ ਜਾਣੀ ਆ ਤੋੜੇ 'ਚ। ਜੇ ਉਹ ਮੰਨ ਲਓ ਡੰਡੇ ਦੇ ਵਿਚਾਲੇ ਦੇ ਰਿਹਾ ਤੇ ਉੱਥੇ ਕੋਈ ਪਤਾ ਨਹੀਂ ਵੀ ਪੈਡ ਲੀਕ ਹੋ ਜੇ, ਚਲੋ ਪਹੁੰਚਦਾ ਕਰ ਲਿਆ, ਉੱਥੋਂ ਪਰਚੀ ਲਿਆਣ ਕੇ ਘਰੇ ਦਿੰਦਾ ਜਾਂ ਫਿਰ ਚੀਤਾ ਹੀ ਭੁਲਾ ਲੈਂਦਾ, ਇਹਦੀ ਵੀ ਕੋਈ ਗਰੰਟੀ ਨਹੀਂ। ਤੁਸੀਂ ਪ੍ਰਬੰਧ ਵੇਖੋ ਅਗਲਿਆਂ ਦਾ ਵੀ ਕਿੱਥੋਂ ਬਹਿ ਕੇ ਕਿਹੜਾ ਸੌਦਾ ਕਿੱਦਾਂ ਮੰਗਾਉਂਦੇ। ਵੱਡੇ ਬੰਦਿਆਂ ਦੀਆਂ ਆਹੀ ਗੱਲਾਂ, ਸਾਨੂੰ ਤਾਂ ਕਦੇ ਕਿਸੇ ਚੱਕੀ ਵਾਲੇ ਨੇ ਪਰਚੀ ਦਿੱਤੀ ਨਹੀਂ। ਤੁਸੀਂ ਹਾਈਟੈਕ ਚੱਕੀ ਤੇ ਜਾਂਦੇ ਹੋਣੇ। ਨਹੀਂ ਪਰਚੀ ਯਾਰ, ਪਰਚੀ ਘਰ ਵਾਲਿਆਂ ਦੀ, ਮੂੰਹ ਜਵਾਨੀ ਸਹੀ, ਮੂੰਹ ਜਵਾਨੀ। ਪਰਚੀ ਦਾ ਮਤਲਬ ਇਹ ਹੋ ਗਿਆ ਵੀ ਮੈਂ ਸੁੱਟਿਆ ਆ ਦਾਣੇ, ਨਹੀਂ ਉਹ ਲਿਖ ਕੇ ਨਹੀਂ ਦਿੰਦੇ ਹੁੰਦੇ ਵੀ ਇੰਨੇ ਕਿਲੋ, ਚੇਤਾ ਰੱਖਿਓ। ਨਹੀਂ ਠੀਕ ਹੈ ਜੀ। ਅੱਛਾ, ਦੂਜੀ ਗੱਲ, ਜਿਹੜੇ ਤੁਸੀਂ ਕਹਿੰਦੇ ਵੀ 200 ਕਰੋੜ ਜਾਂ 300 ਕਰੋੜ, ਹੁਣ ਤੁਸੀਂ ਦੇਖੋ ਵੀ 200 ਕਰੋੜ, ਮੰਨ ਲਓ ਮੈਂ ਹੈਗਾ ਬਾਠ, 200 ਕਰੋੜ ਦਾ ਸੌਦਾ, ਕੰਮ ਕੁਛ ਨਹੀਂ ਕਰਨਾ, ਤੂੰ ਬਾਅਦ ਫੋਨ ਇੱਥੋਂ ਲੈ ਕੇ ਨਾ ਤੇ ਫਲਾਣੇ ਥਾਂ ਫੜਾ ਕੇ ਆਉਣਾ, ਤੁਸੀਂ ਤੇਰਾ ਕਿੱਦਾਂ ਜਿੱਦਾਂ ਕਹਿ ਕਰ ਲਾਂਗੇ। ਗੱਡੀ ਕਿਹੜੀ ਪਸੰਦ ਮੰਨ ਲਓ, ਅੱਛਾ, ਤੁਸੀਂ ਆਖੋ ਵੀ ਉਹ ਜੀ ਠੀਕ ਆ ਫਲਾਨੀ ਗੱਡੀ,
ਕੋਈ ਨਹੀਂ ਫਿਰ ਕਰਾ ਦਿੰਦੇ ਬੁੱਕ ਤੇਰੇ ਲਈ। ਮਹਾਰਾਜ ਆਪਾਂ ਨਹੀਂ ਕਰਨੀ, ਮੁੜ ਕੇ ਅਗਲੇ ਕਹਿੰਦੇ ਰਿਸ਼ਤੇਦਾਰਾਂ ਦੀ ਸੀ ਯਾਰ, ਮੇਰੀ ਤਾਂ ਹੈ ਹੀ ਨਹੀਂ। ਸਮਝ ਗਏ ਤੁਸੀਂ? ਨਹੀਂ ਮੈਂ ਤਾਂ ਹੀ ਮੈਂ ਗੱਡੀ ਦੀ ਗੱਲ ਕੀਤੀ। ਹੁਣ ਤੁਸੀਂ ਵੇਖੋ ਵੀ ਬੰਦਾ ਕਹਿੰਦਾ ਵੀ ਯਾਰ ਗੱਲ ਤੇ ਕੁਛ ਵੀ ਨਹੀਂ, ਕਿ ਮੈਂ ਤੇ ਫੋਨ ਹੀ ਫੜਾ ਕੇ ਆਉਣਾ ਉਤੋਂ, ਉਸ ਫੋਨ ਤੋਂ ਕੀ ਕਰਦਾ ਕੀ ਨਹੀਂ ਕਰਦਾ ਸਾਨੂੰ ਕੋਈ ਲੈਣ ਦੇਣਾ ਨਹੀਂ। ਪਰ ਗੱਲ ਇਹ ਆ ਵੀ ਇੰਨੇ ਕਰੋੜ ਦੇ ਵਿੱਚੋਂ ਜੇ ਇੰਨਾ ਕਮਾ ਲਓ, ਗੱਡੀ ਕਿੰਨੇ ਦੀ ਆ ਜੇ ਵੱਧ ਤੋਂ ਵੱਧ, ਮੈਨੂੰ ਪਤਾ ਵੀ ਜੇ ਤੁਸੀਂ ਵੱਧ ਤੋਂ ਵੱਧ ਡਿਮਾਂਡ ਹੋਈ ਗੱਲ 20 ਲੱਖ ਤੋਂ ਵੱਧ ਦੀ ਗੱਡੀ ਦੀ ਨਹੀਂ ਮੰਗਦੇ। 200 ਕਰੋੜ ਦਾ ਸੌਦਾ ਕਰਾਉਣ ਵਾਲਾ ਸਾਧਨ ਜੇ ਤੁਸੀਂ 20 ਲੱਖ ਦੀ ਗੱਡੀ ਦੀ ਲਿਆਣ ਕੇ ਕਰ ਦਿਓ, ਤੁਸੀਂ ਆਣਾ ਮੈਂ ਕਿਹੜਾ ਕੁਛ ਕੀਤਾ, ਪਰ ਗੱਲਾਂ ਦਾ ਸਾਰਾ ਕੰਮ ਹੋ ਜਾਂਦਾ। ਤੇ ਇੱਦਾਂ ਦੇ ਬੰਦੇ ਇੱਕ ਨਾ ਕਰ ਦੂ, ਦੂਜਾ ਕਰ ਦੂ, ਤੀਜਾ ਕਰ ਦੂ, ਕੋਈ ਨਾ ਕੋਈ ਤੇ ਹਾਂ ਕਰਨ ਵਾਲਾ ਹੋਣਾ ਹੀ ਆ। ਸੋ ਮੈਨੂੰ ਲੱਗਦਾ ਹੁੰਦਾ ਵੀ ਇਹ ਜਿਹੜਾ ਤੰਤਰ ਐਸਾ ਚੱਲ ਪਿਆ ਨਾ, ਜਿਹਦੇ ਵਿੱਚ ਹਰੇਕ ਬੰਦੇ ਨੇ ਪੈਸਾ ਮੁੱਖ ਰੱਖ ਲਿਆ, ਕਿੰਨਾ ਕੁ ਮੂੰਹ ਬੰਨ ਲਵਾਂਗੇ ਆਪਾਂ ਚੀਜ਼ਾਂ ਦਾ। ਨਹੀਂ ਜ਼ਰੂਰੀ ਹੈ। ਦੇਖੋ ਸੰਧਾਵਾਲੀਆ ਸਾਹਿਬ, ਪਿਛਲੇ ਦਿਨੀ ਨਾ ਭਾਰਤੀ ਜਨਤਾ ਪਾਰਟੀ ਦੇ ਕਈ ਲੀਡਰ ਸੀ, ਪੰਜਾਬ ਦੇ ਵੀ, ਪੰਜਾਬ ਤੋਂ ਬਾਹਰਲੇ, ਉਹ ਕਹਿੰਦੇ ਪੰਜਾਬ ਦੇ ਪ੍ਰਤੀ ਸੋਚ ਸਾਡੀ ਬਹੁਤ ਵਧੀਆ, ਕੋਈ ਧੱਕੇ ਧੁੱਕੇ ਵਾਲੀ ਗੱਲ ਨਹੀਂ ਹੈ। ਸਿਰਸਾ ਸਾਹਿਬ ਨੇ ਕਿਹਾ, ਚੁੱਗ ਸਾਹਿਬ ਨੇ ਕਿਹਾ, ਅਸ਼ਵਨੀ ਸ਼ਰਮਾ ਸਾਹਿਬ ਨੇ ਕਿਹਾ, ਬਾਕੀ ਬਹੁਤ ਸਾਰੇ ਉੱਪਰਲੇ ਲੀਡਰਾਂ ਕਿਹਾ। ਆਮ ਆਦਮੀ ਪਾਰਟੀ ਵਾਲੇ ਤਾਂ ਕਹਿੰਦੇ ਅਸੀਂ ਹੈ ਹੀ ਪੰਜਾਬ ਪੱਖੀ। ਪਿਛਲੀ ਕਾਂਗਰਸ ਪਾਰਟੀ ਦੀ ਸਰਕਾਰ ਸੀ, ਕੈਪਟਨ ਸਾਹਿਬ ਤੇ ਚੰਨੀ ਸਾਹਿਬ ਵਾਲੀ, ਉਹ ਕਹਿੰਦੇ ਜੀ ਸਾਡੇ ਤੋਂ ਚੰਗਾ ਪੰਜਾਬੀ ਕੌਣ ਹੋ ਸਕਦਾ, ਅਸੀਂ ਪੰਜਾਬ ਦੇ ਪ੍ਰਤੀ ਸਾਰਾ ਕੁਝ ਚੰਗਾ ਸੋਚਦੇ ਹਾਂ। ਬਾਦਲ ਸਾਹਿਬ ਕਹਿੰਦੇ ਜੀ ਪੰਜਾਬ ਨੂੰ ਤਾਂ ਜੇ ਮਾੜਾ ਮੋਟਾ ਚੱਕ ਕੇ ਰੱਖਿਆ ਹੱਥਾਂ ਤੇ ਮੈਂ ਹੀ ਰੱਖਿਆ। ਠੀਕ ਹੈ, ਮੈਨੂੰ ਜੋ ਇਹ ਨਹੀਂ ਸਮਝ ਆਉਂਦੀ ਕਿ ਜੇ ਸਾਰੇ ਬੰਦੇ ਸੁਹਿਰਦ ਸੀ, ਫਿਰ ਵੀ ਪੰਜਾਬ ਨੂੰ ਖੇਤ ਸਮਝ ਕੇ ਚਿੜੀਆਂ ਦੇ ਰੂਪ 'ਚ ਖਾਣ ਨੂੰ ਕੌਣ ਪੈ ਗਿਆ। ਤੁਸੀਂ ਇਹ ਦੇਖੋ, ਕੋਈ ਵੇਲਾ ਹੁੰਦਾ ਸੀ ਪੈਕਟ ਆਉਂਦੇ ਸੀ ਉੱਪਰੋਂ ਬਾਰਡਰ ਪਾਰੋਂ, ਅੱਜ ਜੀ ਇੰਨੇ ਪੈਕਟ ਫੜੇ ਗਏ, ਅੱਜ ਜੀ ਪਲਾਸਟਿਕ ਦਾ ਪਾਈਪ ਪਾ ਕੇ ਉਹਦੇ ਵਿੱਚ ਤਾਰ ਦੇ ਰਾਹੀਂ ਧੂੰਦੇ ਸੀ, ਅੱਜ ਜੀ ਸੁਰੰਗ ਕੱਢਣ ਦਾ ਯਤਨ ਕਰਦੇ ਫੜੇ ਗਏ, ਅੱਜ ਜਿਹੜਾ ਨੇੜਲਾ ਕਿਸਾਨ ਸੀ ਉਹਦੇ ਖੇਤ ਦੇ ਵਿੱਚੋਂ ਇੰਨਾ ਕੁਝ ਫੜਿਆ ਗਿਆ। ਉੱਪਰੋਂ ਦੀ ਆਉਂਦਾ ਸੀ, ਫਿਰ ਡਰੋਨ ਨਾਲ ਸ਼ੁਰੂ ਹੋ ਗਏ ਕਿ ਭਾਈ ਉਹ ਕੰਮ ਹੀ ਜਦੋਂ ਉੱਪਰੋਂ ਡਰੋਨ 40-50 ਫੁੱਟ ਉੱਪਰੋਂ ਆਊਗਾ, ਪੈਕਟ ਪੜਕ ਕਰਕੇ ਸਿੱਟ ਜਾਊਗਾ। ਫਿਰ ਉਹ ਕੰਮ ਬੰਦ ਹੋਇਆ ਇੱਕ ਵਾਰੀ, ਜਾਣੀ ਜਾਂਦਾ ਪੰਜਾਬ ਨੂੰ ਸੀ ਸੌਦਾ। ਫਿਰ ਹੋਇਆ ਜੀ ਹਿਮਾਚਲ ਪ੍ਰਦੇਸ਼ ਪੰਜਾਬ ਦੇ ਬਿਲਕੁਲ ਕਿਨਾਰੇ ਦੇ ਉੱਤੇ ਕਈ ਫੈਕਟਰੀਆਂ ਲੱਗੀਆਂ, ਦਵਾਈਆਂ ਬਣਾਉਣ ਦੇ ਨਾਂ ਤੇ ਨਸ਼ੇ ਬਣਾਉਂਦੀਆਂ, ਪੰਜਾਬ 'ਚ ਸਪਲਾਈ ਕਰਦੀਆਂ। ਫਿਰ ਪੰਜਾਬ, ਫਿਰ ਇੱਕ ਵਾਰੀ ਚਰਚਾ ਚੱਲੀ ਸੀ ਜੀ ਸੇਬਾਂ ਦੇ ਬਹਾਨੇ ਕਸ਼ਮੀਰ 'ਚੋਂ ਸੌਦਾ ਪੰਜਾਬ 'ਚ ਆਉਂਦਾ। ਫਿਰ ਇੱਕ ਵਾਰੀ ਰਾਜਸਥਾਨ ਤੋਂ ਚਰਚਾ ਚੱਲ ਪਈ। ਫਿਰ ਜਦੋਂ ਆਹ ਸਾਰਾ ਕੁਝ ਰਹਿ ਗਿਆ, ਗੁਜਰਾਤ ਤੋਂ ਕਿੰਨੀ ਵਾਰੀ ਹੋਇਆ। ਜਾਣੀ ਚਾਹੇ ਨਕਸ਼ੇ ਦੇ ਉੱਪਰਲੇ ਪਾਸੇ ਨੂੰ ਦੇਖ ਲਓ, ਉਧਰਲੇ ਪਾਸੇ ਨਸ਼ਾ ਵਗਦਾ ਪੰਜਾਬ ਵੱਲ ਨੂੰ, ਪਾਕਿਸਤਾਨ ਵਾਲੇ ਪਾਸੇ ਨਸ਼ਾ ਵਗਦਾ ਪੰਜਾਬ ਵੱਲ ਨੂੰ, ਹਿਮਾਚਲ 'ਚੋਂ ਨਸ਼ਾ ਵਗਦਾ ਪੰਜਾਬ ਵੱਲ ਨੂੰ, ਉਧਰ ਗੁਜਰਾਤ ਦੇ ਵਿੱਚੋਂ ਨਸ਼ਾ ਵਗਦਾ। ਯਾਰ ਹੋਰ ਕਿਸੇ ਪਾਸੇ ਨੂੰ ਸੜਕ ਹੀ ਨਹੀਂ ਜਾਂਦੀ, ਸਾਰਾ ਕੁਝ ਇੱਧਰਲੇ ਪਾਸੇ ਨੂੰ ਹੀ ਚੱਲਣਾ। ਤੇ ਰੋਕਣਾ ਕਿਹਨੇ ਸੀ? ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਨੇ, ਤੇ ਸਰਕਾਰਾਂ ਸਾਰਿਆਂ ਦੀਆਂ ਰਹੀਆਂ। ਤੇ ਹੁਣ ਫਿਰ ਵੀ ਆਖੀ ਜਾਂਦੇ ਅਸੀਂ ਪੰਜਾਬ ਲਈ ਚੰਗੇ। ਯਾਰ ਤੁਸੀਂ ਪੰਜਾਬ ਲਈ ਚੰਗੇ ਜਾਂ ਸੌਦਾ ਹੀ ਰੋਕ ਦਿੰਦੇ? ਇੱਦਾਂ ਕਿੱਦਾਂ ਰੋਕ ਦਿੰਦੇ? ਹੁਣੇ ਤਾਂ ਮੈਂ ਕਹਿ ਕੇ ਨਾ ਹੁਣ ਜੇ ਤੁਸੀਂ 20 ਲੱਖ ਦੀ ਗੱਡੀ ਦਾ ਮੰਨਦੇ, ਹੋ ਸਕਦਾ ਅਗਲਾ ਕਹਿੰਦਾ ਵੀ ਗੱਡੀ ਤੇ ਠੀਕ ਆ, ਆਹੋ ਠੀਕ ਆ, ਲੈ ਦੱਸ। ਚਲੋ ਮਤਲਬ ਕੁੱਲ ਮਿਲਾ ਕੇ ਗੱਲ ਇਹ ਆ ਵੀ ਇਹ ਤਾਣੀ ਇੰਨੀ ਕੁਲਝੀ ਹੈ ਵੀ ਇਹਨੂੰ ਸਾਰੇ ਕੁਛ ਨੂੰ ਦਰੁਸਤ ਕਰਨ ਤੇ ਸਮਾਂ ਲੱਗਣਾ। ਜੇ ਇਮਾਨਦਾਰੀ ਨਾਲ ਸਰਕਾਰ ਹੋਣ ਵਾਲੀ ਲਾ ਲਵੇ ਜੀ, ਤੇ ਕੁਛ ਨਾ ਕੁਛ ਇਹਦੇ ਚੋਂ ਲੱਭ ਜੂਗਾ, ਤੇ ਜੇ ਨਾ ਲਾਇਆ ਤੇ ਫਿਰ ਤੁਹਾਨੂੰ ਪਤਾ ਹੀ ਹੈ ਵੀ ਕੰਮ ਇਸ ਤਰ੍ਹਾਂ ਚੱਲਦਾ ਸੀ, ਚੱਲੀ ਜਾਣਾ। ਬਾਕੀ ਤੁਸੀਂ ਕੈਪਸੂਲ ਕਈ ਦਿਨ ਹੋ ਗਿਆ ਘਮਾਉਂਦੇ ਫਿਰਦੇ ਸੀਗੇ, ਜਾਨੀ ਗੱਲ ਉਧਰ ਆਉਣ ਹੀ ਲੱਗਿਆ ਸੀ, ਉਧਰ ਆਉਣ ਹੀ ਲੱਗਿਆ ਸੀ ਵੀ ਜਦੋਂ ਗੱਲ ਚੱਲੀ ਨਾ, ਉਹ ਕਹਿੰਦੇ ਜੀ ਪਰਾਲੀ ਦਾ ਕੇਂਦਰ ਸਰਕਾਰ ਦੇਵੇ 1500, 500 ਪਾ ਦਾਂਗੇ ਅਸੀਂ, 500 ਕੇਜਰੀਵਾਲ ਸਾਹਿਬ ਕੋਲੋਂ ਲੈ ਲਾਂਗੇ, 2500 ਦੇ ਦਿਆਂਗੇ ਏਕੜ ਦਾ, ਵੀ ਪਰਾਲੀ ਨੂੰ ਅੱਗ ਨਾ ਲਾਇਓ। ਕੇਂਦਰ ਵਾਲਿਆਂ ਨੇ ਪ੍ਰਪੋਜ਼ਲ ਮਾਰਿਆ, ਚਲਾ ਕੇ ਕਹਿੰਦਾ ਜਾਓ ਭੱਜੋ, ਇੱਦਾਂ ਕਿੱਦਾਂ, ਅਸੀਂ ਤੁਹਾਨੂੰ ਥੋੜ੍ਹਾ ਪੈਸੇ ਦੇਣੇ, ਬਾਕੀ ਸਟੇਟਾਂ ਵੀ ਤਾਂ ਆਪਣੀਆਂ ਹੀ ਆ। ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਜੋ ਮਰਜ਼ੀ ਕਰਨਾ ਪੈ ਜੇ, ਵੀ ਪਰਾਲੀ ਨਹੀਂ ਸੜ ਦਿੰਦੇ। ਨਾਲ ਹੀ ਵਿਰੋਧੀਆਂ ਗੱਲ ਚੱਕ ਲਈ ਸੀ, ਉਹ ਕਹਿੰਦੇ ਵੀ ਅੱਛਾ ਹੁਣ 2500 ਲੱਭਦੇ ਫਿਰਦੇ, ਉਦੋਂ ਤੁਸੀਂ ਕਹਿੰਦੇ ਵੀ ਲੈ ਐਡਾ ਕੁ ਕੈਪਸੂਲ ਬਣਾ ਲਿਆ ਇੱਕ। ਕੇਜਰੀਵਾਲ ਸਾਹਿਬ ਲਾਏ ਹੋਏ ਸੀ। ਹਾਂ, ਤੁਸੀਂ ਕਹਿੰਦੇ ਸੀ ਮਹਾਰਾਜ ਉਹ ਬਸ ਪਾਉਣ ਦੀ ਦੇਰ ਹੈ, ਨਾਲ ਹੀ ਪਰਾਲੀ ਖਤਮ। ਤੇ ਹੁਣ ਕਿੱਧਰ ਗਿਆ? ਮੈਨੂੰ ਲੱਗਦਾ ਵੀ ਉਹ ਗੱਲ ਪਹੁੰਚ ਗਈ ਖੇਤੀ ਮੰਤਰੀ ਢਾਲੀਵਾਲ ਸਾਹਿਬ ਕੋਲ, ਤੇ ਉਹ ਕਹਿੰਦੇ ਵੀ 5000 ਏਕੜ ਦੇ ਵਿੱਚ ਐਤਕੀ ਟਰਾਇਲ ਕਰ ਦੇਣਾ ਆਪਾਂ। ਜਿਹੜਾ ਲਿਖਿਆ ਪੂਸਾ ਡੀਕੰਪੋਜ਼ਰ ਕੈਪਸੂਲ, ਠੀਕ ਹੈ ਜੀ। ਉਹ ਕਹਿੰਦੇ ਵੀ 5000 ਏਕੜ ਦੇ ਵਿੱਚ ਆਪਾਂ ਉਹ ਪਾ ਕੇ ਦੇਖਣਾ ਟਰਾਇਲ। ਜੇ ਆਪਾਂ ਨੂੰ ਲੱਗਿਆ ਵੀ ਹਾਂਜੀ 5000 ਏਕੜ ਦੇ ਵਿੱਚ ਉਹ ਜਿਹੜੀ ਪਰਾਲੀ ਹੈ ਉਹ ਡੀਕੰਪੋਜ਼ ਹੋ ਗਈ, ਯਾਨੀ ਜੇ ਕੈਪਸੂਲ ਨੇ ਆਪਣਾ ਕੰਮ ਕਰਤਾ, ਗਲ ਗਈ, ਫਿਰ ਤਾਂ ਕਹਿੰਦੇ ਵੀ ਤੁਸੀਂ ਸਮਝੋ ਵੀ ਪੌਂ 12 ਹੀ ਆ ਨਾ, ਵੀ ਆਪਾਂ ਅਗਲੀ ਵਾਰ ਤੋਂ ਹਨੇਰੀ ਲਿਆ ਦੇਣੀ, ਵੀ ਪਰਾਲੀ ਵਾਲਾ ਕੰਮ ਰਹਿਣਾ ਹੀ ਨਹੀਂ। ਹੁਣ ਮੈਂ ਸੋਚਦਾ ਸੀ ਵੀ 5000 ਏਕੜ ਦੇ ਵਿੱਚ ਜੇ ਅਜੇ ਵੀ ਆਪਾਂ ਤਜਰਬਾ ਹੀ ਕਰਨਾ, ਇਹਦੇ 'ਚ 1 ਸਾਲ ਹੋਰ ਪੈ ਜਾਣਾ। ਅਗਲੇ ਸਾਲ ਜਾ ਕੇ ਆਪਾਂ ਨੂੰ ਕਲੀਅਰ ਹੋਊਗਾ ਵੀ ਐਤਕੀਆਂ ਵਾਲੇ 5000 ਏਕੜ ਦਾ ਕੀ ਬਣਿਆ ਕੀ ਨਹੀਂ ਬਣਿਆ। ਨਹੀਂ, ਜੇ ਤੇ ਮੰਨ ਲਓ ਤਜਰਬਾ ਕਾਮਯਾਬ ਹੋ ਗਿਆ ਫਿਰ ਠੀਕ ਹੈ। ਮੈਂ ਦੇਖੋ ਢਾਲੀਵਾਲ ਸਾਹਿਬ ਤੁਸੀਂ ਗੱਲ ਹੀ ਨਹੀਂ ਠੀਕ ਕੀਤੀ, ਕਹਿੰਦੇ ਉਹਨੇ ਸਵਾਲ ਹੀ ਗਲਤ ਹੈ। ਉਹ ਪਤਾ ਕਿਉਂ? ਉਹ ਕੇਜਰੀਵਾਲ ਸਾਹਿਬ ਨਾਲ ਬੈਠੇ, ਉੱਥੋਂ ਦੇ ਖੇਤੀਬਾੜੀ ਮੰਤਰੀ ਗੋਪਾਲ ਰਾਏ ਸਾਹਿਬ ਆ, ਉਹ ਵੀ ਨਾਲ ਬੈਠੇ। ਫਿਰ ਇਹਨਾਂ ਨੇ ਕਿਹਾ ਯਾਰ ਪਰਾਲੀ ਲਿਆਉਣੀ ਕਿੱਥੋਂ ਆ, ਹੈ ਹੀ ਨਹੀਂ ਪਰਾਲੀ ਪੰਜਾਬ 'ਚ। ਸੰਧਾਲੀਆ ਸਾਹਿਬ
ਐਦਾਂ ਨਾ ਕਰੀ, ਇੱਕ ਪਾਸੜ ਗੱਲ ਕਰਦੇ ਹੋ ਤੁਸੀਂ, ਬਿਲਕੁਲ ਬਾਇਸਡ ਕਹਿੰਦੇ ਹੁੰਦੇ ਆ। ਤੁਸੀਂ ਥੋੜੇ ਸਾਲ ਪਿੱਛੇ ਜਾਓ, ਮਨਪ੍ਰੀਤ ਸਿੰਘ ਬਾਦਲ ਸਾਹਿਬ ਨੇ ਕਿਹਾ ਸੀ ਨਾ ਅਗਲੇ ਸਾਲ ਉਹ ਸਾਡੀ ਪਤਾ ਨਹੀਂ ਬੰਗਲੌਰ ਦੀ ਕੰਪਨੀ ਨਾਲ ਸਮਝੌਤਾ ਹੋ ਗਿਆ, ਪਤਾ ਨਹੀਂ ਕਿਹੜੇ ਪਲਾਂਟ, ਬਾਇਓਮਾਸ ਪਲਾਂਟ ਜਾਂ ਲੱਗ ਜਾਣੇ ਆ, ਪਰਾਲੀ ਤਾਂ ਤੁਸੀਂ ਬੰਨਿਆਂ ਤੇ ਖੜ ਕੇ ਸੰਮਾਂ ਵਾਲੀ ਡਾਂਗ ਦੇ ਨਾਲ ਰੋਕਿਆ ਕਰਨੇ ਆ ਕਿ ਕੋਈ ਰਾਤ ਨੂੰ ਚੱਕ ਕੇ ਨਾ ਲੈ ਜਾਵੇ, ਕੱਲ ਨੂੰ ਅਗਲੇ ਨੇ ਭਰੀਆਂ ਬੰਨ ਕੇ ਤੇ ਪੈਸੇ ਨਕਦ ਇੱਥੇ ਫੜਾ ਕੇ ਬੱਟ ਤੇ ਅਗਲੇ ਨੇ ਕਹਿਣਾ ਗਿਣ ਲਓ ਸਰਦਾਰ ਸਾਹਿਬ, ਪੰਡ ਫੇ ਚੱਕਣੀ ਆ। ਉਹ ਯਾਰ ਸਾਰੀ ਤਾਂ ਉਹਨਾਂ ਨੇ ਚੱਕ ਲੈਣੀ ਆ ਜਿਹੜੇ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ ਸਰਕਾਰ ਦੇ ਵੇਲੇ ਉਹ ਪਲਾਂਟ 'ਚ ਲੱਗੇ ਹਰ ਇੱਕ ਬਲਾਕ ਦੇ ਵਿੱਚ। ਆ ਧਾਰੀਵਾਲ ਸਾਹਿਬ ਤੁਸੀਂ 5000 ਏਕੜ ਦਾ ਤਜਰਬਾ ਹਿਮਾਚਲ 'ਚ ਕਰਨਾ ਹੀ। ਇਹ ਵੀ ਗੱਲ ਠੀਕ ਆ। ਬਾਕੀ ਜਿਹੜੀ ਰਹਿੰਦੀ ਖੁੰਦੀ ਰਹਿ ਗਈ ਉਹ ਬਠਿੰਡੇ ਵਾਲੇ ਥਰਮਲ 'ਚ ਬਲ ਜਾਣੀ। ਬਠਿੰਡੇ ਵਾਲਾ ਥਰਮਲ ਹੈ ਨਹੀਂ ਹੋਣਾ। ਨਹੀਂ ਉਹ ਤਾਂ ਹੀ ਢਾਉਣਾ ਪੈ ਗਿਆ ਨਾ, ਪਰਾਲੀ ਉਹਨਾਂ ਨੂੰ ਲੱਭੀ। ਆ ਦੇਖੋ ਗੱਲ ਆ ਵੀ ਇਹ ਉਹ ਚੀਜ਼ਾਂ ਨੇ, ਇਹ ਉਹ ਗੱਲਾਂ ਨੇ ਜਿਹੜੀਆਂ ਨਹੀਂ ਅਸੀਂ ਇਹ ਵੀ ਬੇਨਤੀ ਕਰਦੇ ਕੈਪਸੂਲ ਦਾ ਹਾਲ ਉਦਾਂ ਹੀ ਨਾ ਹੋਵੇ। ਤਾਂ ਹੀ ਮੈਂ ਕਿਹਾ ਵੀ ਉਹ ਗੱਲਾਂ ਨੇ ਜਿਹੜੀਆਂ ਅਸੀਂ ਵਾਰ-ਵਾਰ ਸੁਣਦੇ ਆਉਂਦੇ। ਆਪਾਂ ਨੂੰ ਕੁਲਦੀਪ ਸਿੰਘ ਧਾਲੀਵਾਲ ਹੋਰਾਂ ਤੇ ਕੋਈ ਇਤਰਾਜ਼ ਨਹੀਂ, ਉਹ ਕਹਿੰਦੇ ਆ ਵੀ ਅਸੀਂ ਕਰਨਾ ਜੀ ਸਦਕੇ ਕਰੋ ਜੀ, ਪਰ ਗੱਲ ਇਹ ਆ ਵੀ ਇਹ ਨਾ ਹੋਵੇ ਵੀ ਐਤਕੀ ਆਪਾਂ ਤਜਰਬਾ ਕੀਤਾ, ਅਗਲੇ ਸਾਲ ਆਖੀ ਨਹੀਂ ਉਹ ਤਜਰਬਾ ਠੀਕ ਨਹੀਂ ਸੀ ਰਿਹਾ, ਹੁਣ ਆਪਾਂ ਆਹ ਤਜਰਬਾ ਕਰਨਾ, ਅਗਲੇ ਨਹੀਂ ਉਹਨਾਂ ਤਜਰਬਾ ਠੀਕ ਨਹੀਂ ਰਿਹਾ। ਸਾਲ ਤਾਂ 5 ਹੀ ਨੇ ਜੀ, ਉਹ ਲੰਘਦੇ ਲੰਘ ਜਾਣੇ ਆ। ਇੱਕ ਵਾਰ ਉਹ ਸਮਾਂ ਲੰਘ ਗਿਆ, ਮੁੜ ਕੇ ਵਿਰੋਧੀਆਂ ਨੇ ਗੱਲ ਉਹੀ ਚੱਕਣੀ, ਹਾਂ ਤੁਹਾਡੇ ਕੋਲੋਂ ਫਿਰ ਪਰਾਲੀ ਦਾ ਕੁਝ ਨਹੀਂ ਬਣਿਆ, ਕਿਉਂ ਨਹੀਂ। ਆਪਾਂ ਮੇਰਾ ਖਿਆਲ 2-3 ਦਿਨ ਪਹਿਲਾਂ ਮੈਂ ਵੀ ਜ਼ਿਕਰ ਕੀਤਾ ਸੀ ਵੀ ਇੱਕ ਦੇਸ਼ ਨੇ ਪਰਾਲੀ ਤੋਂ ਯਾਰ ਭਾਂਡੇ ਬਣਾਉਣੇ ਸ਼ੁਰੂ ਕਰ ਲਏ। ਖਾਦ ਵਾਲਾ ਕੰਮ ਤਾਂ ਆਪਾਂ ਪਹਿਲਾਂ ਹੀ ਦੇਖਿਆ ਸੀਗਾ, ਖਾਦ ਤੋਂ ਬੰਦਾ ਸੋਚਦਾ ਯਾਰ ਕਿੰਨੀ ਖਾਦ ਪਾਈ ਜਾਓਗੇ ਤੁਸੀਂ, ਹੁਣ ਦੱਸੋ। ਡਿਸਪੋਜ਼ੇਬਲ ਭਾਂਡੇ ਤੇ ਆਪਾਂ ਸਾਰੇ ਹੀ ਵਰਤਦੇ ਹਾਂ ਹੁਣ। ਪਹਿਲਾਂ ਕੰਮ ਜ਼ਰੂਰ ਹੁੰਦਾ ਸੀ ਆਪਣੇ ਪਿੰਡਾਂ ਥਾਵਾਂ 'ਤੇ ਵੀ ਹੋਰ ਕੋਈ ਨਹੀਂ, ਚਲੋ ਵੀ ਟੈਂਟ ਤੋਂ ਭਾਂਡੇ ਲੈ ਆਓ, ਗੁਰਦੁਆਰਾ ਸਾਹਿਬ ਤੋਂ ਲੈ ਆਓ। ਹੁਣ ਤਾਂ ਆਪਾਂ ਵੀ ਹੁਣ ਫੈਸ਼ਨ ਪੱਟੇ ਫਿਰਦੇ ਹਾਂ ਭਾਈ ਸਾਹਿਬ। ਅਗਲਾ ਕਹਿੰਦਾ ਨਾ ਡਿਸਪੋਜ਼ੇਬਲ ਲਿਆਓ, ਫਿਰ ਉਹ ਠੀਕ ਰਹਿੰਦੀਆਂ, ਉਦੋਂ ਚੱਕ ਕੇ ਟੱਪ ਜਾ ਭਰ ਕੇ ਪਰੇ ਰੂੜੀ 'ਤੇ ਮਾਰੀਦਾ। ਹੁਣ ਤੁਸੀਂ ਇਹ ਦੇਖੋ ਵੀ ਜੇ ਉਹੋ ਜਿਹਾ ਕੰਮ ਇੱਧਰ ਵੀ ਕੋਈ ਬਣ ਸਕਦਾ ਤੇ ਭਰਨਾ ਉੱਦਾਂ ਹੀ ਟੱਪ ਪਿਆ, ਆਪਾਂ ਰੂੜੀ 'ਤੇ ਵੀ ਉੱਦਾਂ ਹੀ ਢੇਰੀ ਕਰਨਾ। ਉਹਦੇ 'ਚ ਫਾਇਦਾ ਆਪਾਂ ਨੂੰ ਇਹ ਹੋਣਾ ਵੀ ਉਹ ਜਿਹੜਾ ਪਹਿਲਾਂ ਰੂੜੀ ਦੇ ਵਿੱਚ ਮੁੜ ਕੇ ਇੱਕ ਨਾਲ ਸੁੱਟਿਆ ਹੁੰਦਾ, ਜਦੋਂ ਸਾਲ ਬਾਅਦ ਰੂੜੀ ਚੁੱਕਣੀ ਫਿਰ ਕੱਲੇ ਕਿੱਲੇ 'ਚ ਪਲੇਟ ਤੁਰੀ ਫਿਰਦੀ ਹੁੰਦੀ ਹੈ ਨਾ, ਘੱਟੋ ਘੱਟ ਉਹ ਕੰਮ ਨਹੀਂ ਹੋਊਗਾ ਵੀ ਉਹ ਗਲ ਸੜ ਜਾਊਗੀ ਵਿੱਚ। ਨਹੀਂ ਦੂਰੋਂ ਅਜੇ ਤਾਂ ਫਸਲ ਨਹੀਂ ਉੱਗੀ ਹੁੰਦੀ, ਲੱਗਦਾ ਹੁੰਦਾ ਯਾਰ ਪਲੇਟਾਂ ਬੀਜੀਆਂ ਇਹਨਾਂ ਨੇ। ਚਲੋ ਮਹਾਰਾਜ ਜੀ ਹੈ ਜੀ। ਹੁਣ ਸੰਧਾਲੀਆ ਸਾਹਿਬ ਥੋੜਾ ਜਿਹਾ ਆਪਾਂ ਅਗਲੇ ਪਾਸੇ ਨੂੰ ਜੇ ਚੱਲੀਏ ਤਾਂ ਇੱਕ ਚਰਚਾ ਅਰਸ਼ਦੀਪ ਸਿੰਘ ਦੀ ਚੱਲੀ ਸੀ, ਭਾਰਤੀ ਕ੍ਰਿਕਟਰ, ਪੰਜਾਬ ਦਾ ਖਿਡਾਰੀ ਹੈ, ਦਸਤਾਰ ਬੰਨ੍ਹਦਾ ਹੈ, ਉਹਨੂੰ ਲੈ ਕੇ ਕਿੱਡੀਆਂ ਵੱਡੀਆਂ ਟਿੱਪਣੀਆਂ ਹੋਈਆਂ ਸੀ। ਇੱਕ ਕੈਚ ਛੁੱਟ ਗਿਆ ਜਾਂ ਕਿੱਧਰਲੇ ਪਾਸੇ ਨੂੰ ਗੱਲ ਗਈ, ਸੋਸ਼ਲ ਮੀਡੀਆ ਤੇ ਲਾਲਾ ਹੋ ਗਈ, ਕੋਈ ਗਦਾਰ ਕਹਿਣ ਲੱਗ ਪਿਆ, ਕੋਈ ਕੁਛ ਕਹਿਣ ਲੱਗ ਪਿਆ। ਉਹ ਹੁਣ ਕਿਉਂਕਿ ਟੀਮ ਵਾਪਸ ਆ ਗਈ ਹੈ, ਜੋ ਵੀ ਨਤੀਜੇ ਆਏ ਉਹਦੇ ਤੋਂ ਬਾਅਦ ਅਗਲੀ ਟੀਮ ਦੇ ਵਿੱਚ ਉਹਨੂੰ ਚੁਣ ਵੀ ਲਿਆ ਗਿਆ। ਬਹੁਤ ਛੋਟੀ ਉਮਰ ਦਾ ਖਿਡਾਰੀ ਆ ਜੀ, ਉਹ ਤੋਂ ਬੜੀਆਂ ਸੰਭਾਵਨਾਵਾਂ ਨੇ। ਖੇਡ ਮੰਤਰੀ ਪੰਜਾਬ ਸਰਕਾਰ ਗੁਰਮੀਤ ਸਿੰਘ ਮੀਤਹੇਰ ਹੋਰੀ ਜਿੱਥੇ ਉਹ ਪ੍ਰੈਕਟਿਸ ਕਰਦੇ ਸੀ ਉੱਥੇ ਗਏ, ਵਾਹਵਾ ਲੰਬਾ ਸਮਾਂ ਉਹਦੇ ਨਾਲ ਬਿਤਾਇਆ, ਫੋਟੋ ਫਾਟੋ ਖਿੱਚੀਆਂ, ਉਹਨੂੰ ਇਹ ਵੀ ਕਿਹਾ ਕਿ ਘਬਰਾਉਣਾ ਨਹੀਂ, ਤੇਰੇ ਤੋਂ ਆਸਾਂ ਬੜੀਆਂ ਨੇ, ਲੋਕ ਪੰਜਾਬ ਦੇ ਭਾਰਤ ਦੇ ਤੇਰੇ ਨਾਲ ਨੇ। ਆ ਚੰਦ ਲੋਕ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਉਲਟੀਆਂ ਕਰਦੇ ਫਿਰਦੇ ਆ, ਇਹਨਾਂ ਤੋਂ ਨਹੀਂ ਘਬਰਾਉਣਾ। ਉਹਨੇ ਵੀ ਕਹਿੰਦੇ ਜੀ ਬੜੀਆਂ ਵਧੀਆ ਗੱਲਾਂ ਬਾਤਾਂ ਕੀਤੀਆਂ। ਮੈਨੂੰ ਲੱਗਦਾ ਕਿ ਇਹ ਚੰਗਾ ਹੈ ਕਿਉਂਕਿ ਬਹੁਤ ਸਾਰੇ ਸਿਆਸੀ ਲੀਡਰ ਸੀ ਜਿਨ੍ਹਾਂ ਨੇ ਜਦੋਂ ਅਰਸ਼ਦੀਪ ਖੇਡਦਾ ਸੀ ਇਹ ਸਾਰਾ ਕੁਝ ਹੋ ਰਿਹਾ ਸੀ, ਵੰਡਣ ਦਾ ਯਤਨ ਕੀਤਾ ਜਾ ਰਿਹਾ ਸੀ, ਉਹਦੇ ਪਰਿਵਾਰ ਨਾਲ ਟੈਲੀਫੋਨ ਤੇ ਗੱਲ ਕੀਤੀ, ਮੀਤਹੇਰ ਹੋਰਾਂ ਨੇ ਵੀ ਕੀਤੀ ਸੀ, ਵਿਰੋਧੀ ਪਾਰਟੀਆਂ ਦੇ ਲੀਡਰਾਂ ਵੀ ਕੀਤੀ, ਉਹਦੇ ਘਰੇ ਜਾ ਕੇ ਵੀ ਮਿਲ ਕੇ ਆਏ। ਹੁਣ ਜਦੋਂ ਉਹ ਅਭਿਆਸ ਕਰਦਾ, ਉੱਥੇ ਜਦੋਂ ਖੇਡ ਮੰਤਰੀ ਸਾਹਿਬ ਗਏ, ਲੰਬਾ ਸਮਾਂ ਬਿਤਾਇਆ, ਹੌਸਲਾ ਤਾਂ ਵੱਧਦਾ ਹੀ ਆ ਨਾ ਕਿ ਭਾਈ ਕਹਿਣ ਵਾਲੇ ਜੋ ਮਰਜ਼ੀ ਕਹੀ ਜਾਣ, ਸਰਕਾਰ ਨਾਲ ਖੜੀ ਹੈ, ਲੋਕ ਨਾਲ ਖੜੇ ਆ, ਤੇ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਖੇਡ ਮੰਤਰੀ ਸਾਹਿਬ ਨੂੰ ਕਿਤੇ ਜਾਣਾ ਹੀ ਨਾ ਪਵੇ, ਇਦਾਂ ਦੀ ਗੱਲ ਕਿਤੇ ਹੋਵੇ ਹੀ ਨਾ, ਕਿਉਂਕਿ ਜਿਹੜਾ ਘੰਟਾ ਡੂਢ ਘੰਟਾ ਉਹਨਾਂ ਨੇ ਇੱਥੇ ਲਾਇਆ, ਇਹ ਕਦੇ ਪਿੰਡ ਦਾ ਦੌਰਾ ਕਰਦੇ ਅਗਲੇ। ਨਹੀਂ ਹੋ ਸਕਦਾ ਸੀ। ਬਾਕੀ ਚਲੋ ਮੈਂ ਨਾ ਵਾਹਵਾ ਚਿਰ ਬਾਅਦਾਂ ਮਤਲਬ ਪੰਜਾਬ ਤੋਂ ਕੋਈ ਇਸ ਤਰ੍ਹਾਂ ਦਾ ਖਿਡਾਰੀ ਜਿਹੜਾ ਨੈਸ਼ਨਲ ਟੀਮ 'ਚ ਗਿਆ ਤੇ ਉਹਦੀ ਵੀ ਚਰਚਾ ਹੁੰਦੀ ਹੈ। ਮਤਲਬ ਤੁਸੀਂ ਇਹ ਦੇਖੋ, ਨਹੀਂ ਤਾਂ ਪਿਛਲੀ ਪਰਫਾਰਮੈਂਸ ਤੋਂ ਬਾਅਦ ਜੋ ਕੁਛ ਰੌਲਾ ਰੱਪਾ ਪੈ ਗਿਆ ਸੀ, ਇਹ ਵੀ ਹੋ ਸਕਦਾ ਸੀ T20 ਟੀਮ ਦੇ ਵਿੱਚ ਨਾ ਜਗ੍ਹਾ ਮਿਲਦੀ ਉਹਨੂੰ, ਹੈ ਨਾ, ਪਰ ਅਗਲੇ ਨੇ ਦੇਖੋ ਜਗ੍ਹਾ ਵੀ ਦਿੱਤੀ। ਇਟ ਮੀਨਸ ਕਿ ਜਿਹੜੇ ਬੰਦੇ ਖੇਡ ਨੂੰ ਦੇਖਣ ਵਾਲੇ ਨੇ ਉਹਨਾਂ ਨੂੰ ਖਿਡਾਰੀ ਦੀ ਪਰਖ ਆ, ਉਹਨਾਂ ਨੂੰ ਇਹ ਪਤਾ ਵੀ ਯਾਰ ਇਹ ਇੱਕ ਕੋਈ ਠੀਕ ਹੈ ਕੈਚ ਕਿਸੇ ਕੋਲੋਂ ਵੀ ਛੁੱਟ ਸਕਦਾ, ਛਿੱਕੇ ਚੌਕੇ ਕਿਸੇ ਨੂੰ ਵੀ ਪੈ ਸਕਦੇ ਆ, ਕੋਈ ਬੰਦਾ ਪਹਿਲੀ ਬਾਲ ਤੇ ਆਊਟ ਵੀ ਹੋ ਸਕਦਾ, ਉਹ ਤਾਂ ਪਰਫਾਰਮੈਂਸ ਆ ਵੀ ਕਿਸੇ ਵੇਲੇ ਕਿਸੇ ਤਰ੍ਹਾਂ ਦੀ ਵੀ ਹੋ ਸਕਦੀ ਹੈ। ਪਰ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਖਿਡਾਰੀ ਨੂੰ ਜਮਾਂ ਫੇਲ ਕਰ ਦਿਓ। ਪਰ ਇੱਕ ਚੀਜ਼ ਮੈਨੂੰ ਲੱਗਦਾ ਇਹਦੇ ਤੋਂ ਇਹ ਵੀ ਆ ਵੀ ਜਿਹੜਾ ਪਿਛਲੇ ਸਮੇਂ ਤੋਂ ਚੱਲਦਾ ਆ ਰਿਹਾ, ਉਹ ਮੇਰਾ ਖਿਆਲ ਇਹ ਖੇਡ ਮੇਲਾ ਜਾਂ ਮੁੱਕਿਆ ਤਾਂ ਨਹੀਂ, ਇਹ ਚੱਲੀ ਜਾ ਰਿਹਾ। ਉਹਦੇ ਲਈ ਕਹਿੰਦੇ ਹੁਣ ਹੋਰ ਨੋਡਲ ਅਫਸਰ ਵੀ ਤੈਅ ਕਰ ਦਿੱਤੇ ਨੇ ਮੀਤਹੇਰ ਸਾਹਿਬ ਨੇ ਵੀ ਜਿਹਨੂੰ ਰਜਿਸਟ੍ਰੇਸ਼ਨ 'ਚ ਪ੍ਰੋਬਲਮ ਆਉਂਦੀ ਆਓ ਜ਼ਰੂਰ ਤੁਸੀਂ, ਜਾਂ ਜਿਹੜੀ ਉਹਨਾਂ ਨੇ ਪਿਛਲੇ ਦਿਨੀ ਬਲਬੀਰ ਸਿੰਘ ਸੀਨੀਅਰ ਹੋਰਾਂ ਦੇ ਨਾਂ ਦੇ ਉੱਪਰ ਵਜ਼ੀਫਾ ਸਕੀਮ ਚਲਾ ਦੇਣੀ ਆ ਵੀ ਹਾਂਜੀ ਵਜ਼ੀਫਾ ਦਿਆ ਕਰਾਂਗੇ, ਹਰੇਕ ਮਹੀਨੇ 8000 6000 ਖਿਡਾਰੀਆਂ ਨੂੰ ਰੁਪਈਏ ਮਿਲਿਆ ਕਰਨੇ ਆ। ਇਹ ਇੱਕ ਚੰਗੀ ਸ਼ੁਰੂਆਤ ਹੈ। ਹੋ ਸਕਦਾ ਵੀ ਅਜੇ ਸਿਰਫ 1 2 3 ਖਬਰਾਂ ਲੱਗਦੀਆਂ ਹੋਣ, ਪਰ ਮੈਨੂੰ ਲੱਗਦਾ ਵੀ ਜੇ ਮੀਤਹੇਰ ਹੋਰੀਂ ਲੱਗੇ ਰਹੇ 2-3 ਸਾਲ ਲਗਾਤਾਰ, ਤੇ ਹੋ ਸਕਦਾ ਪੰਜਾਬ ਦੇ ਵਿੱਚ ਦੁਬਾਰਾ ਉਹ ਖੇਡ ਕਲਚਰ ਬਣ ਜਾਵੇ।
ਲੋਕਾਂ ਨੂੰ ਆਮ ਲੱਗਣ ਲੱਗ ਪਏ ਵੀ ਯਾਰ ਫਲਾਨਾ ਦਾ ਮੁੰਡਾ ਕ੍ਰਿਕਟਰ ਆ, ਫਲਾਨਾ ਦਾ ਮੁੰਡਾ ਹਾਕੀ 'ਚ ਹੈ। ਐਤਕੀ ਤੋਂ ਜਿਹੜੀ ਹਾਕੀ ਦੀ ਟੀਮ ਗਈ ਹੈ 11 ਖਿਡਾਰੀ ਜੋ ਪੰਜਾਬ ਦੀ ਸੀਗੀ ਜੀ। ਸੋ ਇਹ ਸਾਰਾ ਕੁਝ ਹੋ ਸਕਦਾ। ਸੋ ਮੈਨੂੰ ਲੱਗਦਾ ਵੀ ਜੇ ਇਮਾਨਦਾਰੀ ਨਾਲ ਲੱਗੇ ਰਹੇ ਤਾਂ ਸ਼ਾਇਦ ਆਉਣ ਵਾਲੇ 20-25 ਸਾਲ ਬਾਅਦ ਜਦੋਂ ਕਿਤੇ ਵਾਕਈ ਪੰਜਾਬ ਖੇਡਾਂ 'ਚ ਫਿਰ ਚੰਗੇ ਥਾਂ ਆਊਗਾ, ਤੇ ਜਦੋਂ ਕਿਤੇ ਖੇਡ ਮੰਤਰੀਆਂ ਦਾ ਇਤਿਹਾਸ ਲਿਖਿਆ ਜਾਊਗਾ ਤੇ ਹੋ ਸਕਦਾ ਮੀਂਹ ਧੀਰ ਹੋਰਾਂ ਦਾ ਨਾਮ ਵੀ ਚੰਗੇ ਥਾਂ ਲਿਖਿਆ ਹੋਵੇ। ਨਹੀਂ, ਜ਼ਰੂਰੀ ਹੈ ਜੀ। ਬਾਕੀ ਕਹਿੰਦੇ ਆ ਪੰਜਾਬ ਸਰਕਾਰ ਨੇ ਇੱਕ ਐਲਾਨ ਕੀਤਾ ਕਿ ਅਕਤੂਬਰ ਦੇ ਵਿੱਚ ਅਸੀਂ ਪੁਲਿਸ ਡਿਪਾਰਟਮੈਂਟ 'ਚ ਭਰਤੀਆਂ ਸ਼ੁਰੂ ਕਰਨੀਆਂ, ਕਾਂਸਟੇਬਲ, ASI, ਵੱਖ-ਵੱਖ ਵਰਗਾਂ ਦੀਆਂ ਭਰਤੀਆਂ ਡਾਇਰੈਕਟ। ਬੜੀ ਚੰਗੀ ਗੱਲ ਹੈ। ਜੇ ਖਾਲੀ ਅਸਾਮੀ ਪਈ ਹੈ ਤਾਂ ਜ਼ਰੂਰ ਭਰਤੀ ਕਰਨੀ ਚਾਹੀਦੀ ਹੈ। ਸਾਡੇ ਮੁੰਡੇ ਕੁੜੀਆਂ ਨੂੰ ਰੁਜ਼ਗਾਰ ਮਿਲੂਗਾ, ਉਹ ਰੁਜ਼ਗਾਰ ਭਾਲਦੇ ਆ, ਤੁਹਾਨੂੰ ਬੰਦੇ ਚਾਹੀਦੇ ਆ। ਦੋਨੋਂ ਚੀਜ਼ਾਂ ਪੰਜਾਬ 'ਚ ਹੈਗੀਆਂ। ਤੁਸੀਂ ਭਰਤੀ ਕਰੋ, ਇਮਾਨਦਾਰੀ ਨਾਲ ਕਰੋ। ਉਹਦਾ ਤਰੀਕਾ ਵੀ ਕਹਿੰਦੇ ਜੀ ਦੱਸ ਦਿੱਤਾ ਕਿ ਇਸ ਤਰੀਕੇ ਨਾਲ ਭਰਤੀ ਹੋਊਗੀ ਜਿਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੱਕ ਦੀ, ਧੋਖੇ ਦੀ ਗੁੰਜਾਇਸ਼ ਹੀ ਨਹੀਂ। ਤਰੀਕਾ ਉਹੀ ਚਾਹੀਦਾ। ਮੁੜ ਕੇ ਅਦਾਲਤਾਂ ਦੇ ਵਿੱਚ ਧੱਕੇ ਖਾਂਦੇ ਫਿਰਦੇ ਆ, ਕੋਈ ਫਾਇਦਾ ਨਹੀਂ, ਭਰਤੀਆਂ ਰੁਕ ਜਾਂਦੀਆਂ। ਇਹਦੇ ਨਾਲ ਨਾਲ ਇੱਕ ਆਵਾਜ਼ ਆਉਣ ਵਾਲੇ ਦਿਨਾਂ 'ਚ ਉੱਠੂਗੀ ਜੀ, ਪੁਰਾਣੀਆਂ ਭਰਤੀਆਂ ਜੇ ਕੋਈ ਰਹਿੰਦੀਆਂ, ਕਿਉਂਕਿ 6-7 ਸਾਲ ਪਹਿਲਾਂ ਵੀ ਜਿਹੜੀ ਭਰਤੀ ਪ੍ਰਕਿਰਿਆ ਦੂਸਰੀਆਂ ਸਰਕਾਰਾਂ ਨੇ ਸ਼ੁਰੂ ਕੀਤੀ ਸੀ, ਕਈ ਉਹ ਭਰਤੀਆਂ ਮੁਕੰਮਲ ਨਹੀਂ ਹੋਈਆਂ। ਕੰਮ ਉਹਨਾਂ ਨੇ ਕੀਤਾ, ਗਾਲ ਇਹਨਾਂ ਦੇ ਪੈ ਗਈਆਂ। ਪਰ ਚੰਗਾ ਹੋਵੇ ਕਿ ਜੇ ਉਹਨਾਂ ਸਾਰੀਆਂ ਜਥੇਬੰਦੀਆਂ ਨਾਲ ਜਿਹੜੇ ਕਿ ਉਸ ਭਰਤੀ ਨੂੰ ਮੁਕੰਮਲ ਕਰਨ ਦੀ ਮੰਗ ਕਰਦੇ ਆ, ਉਹਨਾਂ ਨਾਲ ਮੁਲਾਕਾਤਾਂ ਕਰ ਲਓ, ਉਹਨਾਂ ਦੇ ਕੇਸ ਵਿਚਾਰ ਲਓ। ਨਵੇਂ ਮੁੰਡੇ ਵੀ ਭਰਤੀ ਕਰੋ, ਆਪਾਂ ਨਹੀਂ ਕਹਿੰਦੇ ਮੁੰਡੇ ਕੁੜੀਆਂ ਦੋਨੋਂ ਭਰਤੀ ਕਰੋ, ਪਰ ਪੁਰਾਣਿਆਂ ਨੂੰ ਇਹ ਨਾ ਲੱਗੇ ਕਿ ਭਾਈ ਸਾਨੂੰ ਪਿਛਾਂ ਹੀ ਧੱਕ ਦਿੱਤਾ ਗਿਆ ਤੇ ਹੁਣ ਸਾਰਾ ਕੁਝ ਅਗਲਿਆਂ ਨੂੰ ਦੇ ਦਿੱਤਾ। ਥੋੜਾ ਜਿਹਾ ਉਹਨਾਂ ਦਾ ਮਸਲਾ ਵਿਚਾਰ ਲਓ। ਜੇ ਕਾਨੂੰਨ ਕਿਤੇ ਆਗਿਆ ਦਿੰਦਾ ਤਾਂ ਥੋੜੇ ਬਹੁਤ ਐਡਜਸਟਮੈਂਟ ਕਰ ਲਓ ਉਹਨਾਂ ਦੀ ਵੀ। ਚੰਗੀ ਗੱਲ ਹੈ। ਪਰ ਮੈਨੂੰ ਲੱਗਦਾ ਹੁੰਦਾ ਵੀ ਇਹਦੇ ਤੋਂ ਇਲਾਵਾ ਜਿਹੜੀ ਚੀਜ਼ ਨਹੀਂ ਹੁੰਦੀ ਪਈ ਜੀ, ਤੁਸੀਂ ਮੈਨੂੰ ਦਰੁਸਤ ਕਰਿਓ ਜੇ ਤੁਸੀਂ ਕਿਤੇ ਕੋਈ ਸੁਣਿਆ ਹੋਵੇ ਕੋਈ ਨਵਾਂ ਡਿਪਾਰਟਮੈਂਟ ਬਣਾ ਕੇ, ਕੋਈ ਨਵਾਂ ਵਿੰਗ ਬਣਾ ਕੇ, ਕੋਈ ਨਵੀਂ ਤਰ੍ਹਾਂ ਦੇ ਕੰਮ ਦੇ ਲਈ ਕੋਈ ਨਵੀਆਂ ਭਰਤੀਆਂ ਸੋਚੀਆਂ ਗਈਆਂ ਹੋਣ। ਉਹ ਕਿਤੇ ਵੀ ਨਹੀਂ ਹੈਗਾ। ਹੁਣ ਤੱਕ ਇਹ ਹੁੰਦਾ ਫਲਾਣੇ ਮਹਿਕਮੇ ਨੂੰ ਕਹਿ ਦਿੱਤਾ ਗਿਆ ਜੀ ਤੁਸੀਂ ਆਪਣੇ ਮਹਿਕਮੇ ਦੇ ਵਿੱਚ ਝਾਤੀ ਮਾਰ ਕੇ ਸਾਨੂੰ ਇਹ ਦੱਸਣਾ ਕਿ ਵੀ ਕਿੰਨੀਆਂ ਅਸਾਮੀਆਂ ਤੁਹਾਡੇ ਕੋਲੇ ਖਾਲੀ ਨੇ। ਉਹ ਵੀ ਫਿਰ ਚੈੱਕ ਕਰਕੇ ਦੱਸ ਦਿੰਦੇ ਸਰ ਸੀਗੀਆਂ ਦਾ ਆਪਣੇ ਕੋਲੇ 700, ਵਿੱਚੋਂ ਫਲਾਨੀ ਸਰਕਾਰ ਨੇ ਫਿਰ 250 ਉਦੋਂ ਖਤਮ ਕਰਤੀਆਂ ਸੀਗੀਆਂ, ਹੁਣ ਸਾਡੇ ਕੋਲੇ ਇੰਨੀਆਂ ਕੀ ਬਚੀਆਂ ਨੇ ਜੀ। ਇਹਦੇ ਹਿਸਾਬ ਨਾਲ ਵੀ ਤੁਸੀਂ ਅੰਦਾਜ਼ਾ ਲਾਓ ਵੀ 100-150 ਦੀ ਤਾਂ ਲੋੜ ਪੈਣੀ ਨਹੀਂ, ਤੇ ਇੰਨੀਆਂ ਕੁ ਭਰ ਲਓ, ਆਪਣਾ ਟਾਈਮ ਸਰ ਜਾਣਾ, ਇੰਨੇ ਕੁ ਆਪਣੇ ਕੋਲੇ ਠੇਕੇ 'ਤੇ ਹੈਗੇ। ਹੁਣ ਉਹਦੇ ਨਾਲ ਹੁੰਦਾ ਕੀ ਆ ਵੀ ਤੁਸੀਂ ਦੇਖੋ ਜਦੋਂ ਪੰਜਾਬ ਬਣਿਆ ਸੀ, ਪੰਜਾਬ ਤੇ ਉੱਡੇ ਦਾ ਉੱਡਾ ਹੀ ਹੈ ਨਾ, ਪੰਜਾਬ ਦਾ ਘਟ ਨਹੀਂ ਗਿਆ। ਉਦੋਂ ਬਾਅਦ ਵੀ ਬੰਦਾ ਆਖੇ ਵੀ ਹਾਂ ਭਾਈ ਸਾਹਿਬ ਨਹੀਂ ਪੰਜਾਬ ਸੁੰਗੜਦਾ ਆਉਂਦਾ 66 ਤੋਂ ਬਾਅਦ ਤਾਂ ਮਾਰੇ ਜ਼ਿਲ੍ਹੇ ਸਗੋਂ ਵੱਧ ਗਏ, ਤਹਿਸੀਲਾਂ ਵੱਧ ਗਈਆਂ, ਬਲਾਕ ਵੱਧ ਗਏ, ਜਨਸੰਖਿਆ ਵੱਧ ਗਈ, ਪਰ ਜਿਹੜੇ ਅਹੁਦੇ ਸੀਗੇ ਜਾਂ ਜਿਹੜੀਆਂ ਅਸਾਮੀਆਂ ਸੀਗੀਆਂ ਉਹ ਘਟਦੀਆਂ ਆ ਰਹੀਆਂ ਜੀ। ਚਾਹੀਦਾ ਤਾਂ ਇਹ ਆ ਸਗੋਂ ਵੀ ਜਿਹੜੇ ਜਿੰਨੇ ਅਹੁਦੇ ਜਿਸ ਹਿਸਾਬ ਨਾਲ ਬਣੇ ਸੀ ਕਰਮਚਾਰੀ ਜਿੱਥੇ ਜਿੱਥੇ ਚਾਹੀਦੇ ਉਨੇ ਪੂਰੇ ਹੋਣ, ਪਲੱਸ ਉਹਨਾਂ ਦੇ ਵਿੱਚ ਲੋੜ ਪੈਣ ਦੇ ਹਿਸਾਬ ਨਾਲ ਵਾਧਾ ਕੀਤਾ ਜਾਂਦਾ। ਜਾਂ ਮੈਂ ਸੋਚਦਾ ਸੀ ਵੀ ਬਹੁਤ ਸਾਰੇ ਵਿੰਗ ਬਣਾਏ ਜਾ ਸਕਦੇ ਹੁੰਦੇ, ਜਿੱਦਾਂ ਆਪਾਂ ਇੱਥੇ ਆਪਾਂ ਕਈ ਦੇਖਦੇ ਨਾ ਕੋਈ ਕੰਮ ਇਹ ਜੀ ਇਹ ਕਿਹੜਾ ਬੰਦਾ ਜੀ ਇਹ ਸਿਰਫ ਬਾਏ ਲਾ ਦੇਖਦਾ ਜੀ ਬੰਦਾ ਜੀ। ਬਾਏ ਲਾ ਦਾ ਮਤਲਬ ਇਹ ਹੋ ਗਿਆ ਵੀ ਜੋ ਲਾਅ ਦੇ ਹਿਸਾਬ ਨਾਲ ਵੀ ਹੋਰ ਕੁਝ ਵੀ ਨਹੀਂ ਹੈਗਾ ਜੀ। ਆਹ ਇੱਕ ਪਾਰਕਿੰਗ ਆ ਵੀ ਇਹ ਬੰਦੇ ਨੇ ਪਾਰਕਿੰਗ ਠੀਕ ਕੀਤੀ, ਵੀ ਜੇ ਨਹੀਂ ਕੀਤੀ ਤੇ ਭਾਈ ਸਾਹਿਬ ਆ ਇਹਨੇ ਮੌਕੇ 'ਤੇ ਟਿਕਟ ਦੇਣੀ ਆ ਤੇ ਗੱਲ ਖਤਮ। ਹੁਣ ਉਹਨੂੰ ਰੁਜ਼ਗਾਰ ਮਿਲਿਆ, ਜਿਹੜਾ ਉੱਥੋਂ ਟਿਕਟ ਦੇ ਰੂਪ ਦੇ ਵਿੱਚ ਜੋ ਵੀ ਹਰਜਾਨਾ ਜੁਰਮਾਨਾ ਹੁੰਦਾ ਉਹ ਮਹਿਕਮੇ ਨੂੰ ਚਲੇ ਜਾਂਦਾ, ਸਰਕਾਰ ਨੂੰ ਚਲੇ ਜਾਂਦਾ ਇੱਕ ਤਰ੍ਹਾਂ ਦਾ। ਇਹੋ ਜਿਹੀਆਂ ਚੀਜ਼ਾਂ ਵੀ ਤਾਂ ਸੋਚੀਆਂ ਜਾ ਸਕਦੀਆਂ। ਤੁਹਾਨੂੰ ਯਾਦ ਹੋਣਾ ਮੈਂ ਤੇ ਹੁਣ ਵੈਸੇ ਹੁਣ ਵਾਹਵਾ ਚਿਰ ਹੋ ਗਿਆ ਨਾ ਤਾਂ ਉਹ ਲਾਲ ਜੀ ਪਾਗੀ ਦੀਦੀ ਕਿਤੇ, ਤੇ ਨਾ ਸਾਈਕਲ ਹੀ ਦੀਦਾ, ਨਾ ਟੋਕਰੀ, ਤੇ ਨਾ ਲੱਭਦੀ ਕਈ। ਪਹਿਲਾਂ ਬਹੁਤ ਹੁੰਦੇ ਸੀ ਸਾਈਕਲ ਦੇ ਕੋਲ, ਸਾਈਕਲ ਲੈ ਕੇ ਆਮ ਹੀ ਸੜਕ ਦੇ ਕੰਢੇ 'ਤੇ ਕਿਤੇ ਨਾ ਕਿਤੇ ਤਾਸ਼ ਖੇਡਦੇ ਬੰਦੇ ਆਪਾਂ ਨੂੰ ਮਿਲ ਜਾਂਦੇ। ਉਹ PWD ਮਹਿਕਮੇ ਮਿਲ ਹੁੰਦੇ, ਉਹਨਾਂ ਦਾ ਕੰਮ ਹੁੰਦਾ ਕਿੱਦਾਂ ਫਿਰ ਇੱਥੇ ਆ ਜਾਣ, ਇੱਥੇ ਫਿਰ ਅੱਜ ਸੜਕ ਦੇ ਇੱਥੇ ਮਿੱਟੀ ਜੀ ਪਾ ਕੇ ਤੈਨੂੰ ਆਪਾਂ ਸੈੱਟ ਕਰ, ਹੈ ਨਾ, ਕਿਨਾਰਿਆਂ ਦੇ ਹੁਣ ਆਪਾਂ ਦੇਖਦੇ ਨਹੀਂ। ਇਹਦਾ ਮਤਲਬ ਇਹ ਹੋ ਗਿਆ ਵੀ ਹੌਲੀ ਹੌਲੀ ਉਹ ਜਿਹੜੀਆਂ ਚੀਜ਼ਾਂ ਸਗੋਂ ਖਤਮ ਕੀਤੀਆਂ ਗਈਆਂ, ਤੇ ਜੇ ਉਹ ਸੀਗੀਆਂ ਉਹਨਾਂ ਦੀ ਲੋੜ ਸੀ ਤਾਂ ਹੀ ਸੀ। ਤੇ ਜੇ ਹੁਣ ਆਪਾਂ ਜ਼ਿਆਦਾ ਵੀ ਨਵੀਆਂ ਲੋੜਾਂ ਨੇ ਤੇ ਨਵੀਆਂ ਨੌਕਰੀਆਂ ਬਣਾਉਣੀਆਂ ਜਾਂ ਦੇਖੋ ਸੰਧਾਲੀਆ ਸਾਹਿਬ ਆਮ ਹੀ ਹੁਣ ਨਹੀਂ ਉਹ ਕੰਮ ਆਉਂਦਾ। ਅੱਗੇ ਨਾ ਸਪਰੇਅ ਜੀ ਕਰਨ ਵਾਲੇ ਆਉਂਦੇ ਹੁੰਦੇ, ਆਹੋ ਉਹਨਾਂ ਨੇ ਪੱਕਾ ਹੀ ਪੰਪ ਜਿਹਾ ਪਾਇਆ, ਨਿਆਣਾ ਨੇ ਭੱਜੇ ਫਿਰਨਾ ਉਹਨਾਂ ਦੇ ਪਿੱਛੇ, ਤੇ ਘਰਦਿਆਂ ਨੇ ਇੱਥੇ ਕੁ ਵੀ ਧਮੋੜੀਆਂ ਲੱਗੀਆਂ, ਇੱਥੇ ਕੁ ਮਾੜਾ ਜਿਹਾ ਖੱਖਰ ਜਿਹਾ ਲੱਗਾ, ਉਹਨਾਂ ਨੇ ਮਨ ਪ੍ਰੈਸ਼ਰ ਫੁਰ ਦੇਣੀ, ਉਹ ਸਾਰੀਆਂ ਥੱਲੇ ਐਂ ਕਰਦੀਆਂ ਫਿਰਨੀਆਂ, ਮੱਛਰ ਮਾਰਦੇ ਸੀ, ਪਤਾ ਨਹੀਂ ਕੀ ਮਾਰਦੇ ਸੀ। ਅੱਗੇ ਟੀਕੇ ਲਾਉਣ ਦੀ ਪ੍ਰਕਿਰਿਆ ਪਸ਼ੂਆਂ ਦੇ ਆਮ ਹੀ ਪਿੰਡਾਂ ਦੇ ਵਿੱਚ ਚੱਲਦੀ ਹੁੰਦੀ ਸੀ ਕਿ ਭਾਈ ਟੀਕੇ, ਹੁਣ ਤਾਂ ਚਲੋ ਜਾ ਕੇ ਲਵਾਉਣੇ ਪੈਂਦੇ ਜਾਂ ਕਿਤੇ ਜਲਦੀ, ਪਰ ਉਹ ਕੰਮ ਹੁਣ ਆਮ ਦੀਦੇ ਨਹੀਂ। ਉਹ ਬੰਦੇ ਕਿੱਥੇ ਨੂੰ ਗਏ। ਸਾਡੇ ਕੋਲ ਹੋਰ ਤਾਂ ਤੁਸੀਂ ਇਹ ਦੇਖੋ ਸੰਧਾਲੀਆ ਸਾਹਿਬ ਖੇਤੀਬਾੜੀ ਪ੍ਰਧਾਨ ਸੂਬਾ ਨਾ, ਖੇਤੀਬਾੜੀ ਬਿਜਲੀ ਦੇ ਸਿਰ ਤੇ ਚੱਲਦੀ, ਨਹਿਰੀ ਪਾਣੀ ਤਾਂ ਬਹੁਤਾ ਹੈ ਨਹੀਂ, ਬਿਜਲੀ ਤਾਰਾਂ ਨਾ ਜਾਣੀ ਆ, ਤਾਰਾਂ ਟੁੱਟ ਗਈਆਂ, ਢਿੱਲੀਆਂ ਹੋ ਗਈਆਂ, ਕੋਈ ਸਮੱਸਿਆ ਹੋ ਗਈ, ਸਭ ਤੋਂ ਵੱਧ ਕੰਮ ਕਿਹਨੂੰ ਕਰਨਾ ਪੈਂਦਾ? ਲਾਈਨਮੈਨ ਨੂੰ। ਤੇ ਲਾਈਨਮੈਨਾਂ ਦੀਆਂ ਕਿੰਨੀਆਂ ਅਸਾਮੀਆਂ ਖਾਲੀ ਆ, ਭਰਨੀਆਂ ਹੀ ਨਹੀਂ। ਜਾਣੀ ਜਿਹੜਾ ਕੰਮ ਸਭ ਤੋਂ ਵੱਧ ਲੋੜੀਂਦਾ, ਜੇ ਅਸੀਂ ਉਹੀ ਨਹੀਂ ਮੁਕੰਮਲ ਕਰਨਾ ਤਾਂ ਫਿਰ ਅਸੀਂ ਹੋਰ ਕਿਸੇ ਦੀ ਆਸ ਜਿਹੜੀ ਉਹ ਰੱਖ ਵੀ ਕੀ ਸਕਦੇ ਹਾਂ। ਹੁਣ ਮੈਂ ਤੁਹਾਨੂੰ ਅਕਾਲੀ ਦਲ ਨਾਲ ਲੈ ਕੇ ਜਾਣਾ ਹੈ, ਸ਼੍ਰੋਮਣੀ ਅਕਾਲੀ ਦਲ ਨਹੀਂ, ਤੇ ਉਹਨਾਂ ਨੂੰ ਅੰਦਰੇ ਰਹਿੰਦੀ ਹੈ ਜੀ, ਜ਼ਮਾਨਤ ਮਿਲ ਗਈ ਉਹਨਾਂ ਨੂੰ। ਕਿਹਨਾਂ ਨੂੰ? ਦਲੇਰ ਮਹਿੰਦੀ ਸਾਹਿਬ।
ਦੇਖੋ ਫੇਰ ਤੁਸੀਂ ਗੁੱਸਾ ਕਰਨਾ। ਨਹੀਂ ਮੈਂ ਨਹੀਂ ਗੁੱਸਾ ਕਰਦਾ, ਗੁੱਸਾ ਉਹਨਾਂ ਕਰ ਲੈਣਾ। ਕਹਿੰਦਾ ਯਾਰ ਜਿੱਦਣ ਮੈਂ ਅੰਦਰ ਗਿਆ ਸੀ ਮੇਰੀ ਖਬਰ ਹਰੇਕ ਨੇ ਦਿੱਤੀ, ਹੁਣ ਮੈਨੂੰ ਜ਼ਮਾਨਤ ਮਿਲ ਗਈ, ਹੁਣ ਤੁਸੀਂ ਮੇਰੀ ਗੱਲ ਨਹੀਂ ਕਰਦੇ। ਦੇਖੋ ਸੰਧਾਲੀਆ ਸਾਹਿਬ 19 ਸਾਲ ਪਹਿਲਾਂ ਦਲੇਰ ਮਹਿੰਦੀ ਸਾਹਿਬ ਨੇ ਸੋਚਿਆ ਨਹੀਂ ਹੋਣਾ ਕਿ ਭਾਈ ਆਹ ਕੁਝ ਵੀ ਹੋ ਸਕਦਾ, ਕਿਉਂਕਿ ਉਦੋਂ ਬਾਬਾ ਤੁਨਕ ਤੁਨ ਤਾਰਾ ਰਾ ਚੱਲਦਾ ਹੁੰਦਾ ਸੀ। ਨਹੀਂ ਉਹੀ ਚੱਲਿਆ ਉਦੋਂ ਬਾਅਦ ਗਾਣਾ, ਜਦੋਂ ਵੀ ਦਲੇਰ ਮਹਿੰਦੀ ਸਾਹਿਬ ਆਉਂਦੇ ਆ ਉਹ ਤੁਨਕ ਤੁਨਕ ਤੋਂ ਹੀ ਗਾਣਾ ਦਿਮਾਗ 'ਚ ਆਉਂਦਾ, ਹੋਰ ਤੇ ਕੋਈ ਬਹੁਤਾ ਆਉਂਦਾ ਨਹੀਂ। ਨਹੀਂ ਹੋ ਸਕਦਾ ਫਿਲਮਾਂ 'ਚ ਕਿਤੇ ਚੱਲੇ ਹੁਣ। ਤੁਹਾਡੇ ਕੋਲ ਮੁੜ ਕੇ ਤੁਸੀਂ ਸਿਆਸਤ 'ਚ ਆ ਗਏ। ਅੱਛਾ, ਮੁੜ ਕੇ ਤੁਹਾਨੂੰ ਟਾਈਮ ਕਸੂਰ ਮੇਰਾ। ਓਕੇ, ਮੈਂ ਮੰਨ ਲਿਆ। ਹਾਂ, ਹੁਣ ਹੋਇਆ ਕੀ ਹੈ ਕਿ ਉਹਨਾਂ ਤੇ ਦੋਸ਼ ਲੱਗਾ ਸੀ ਕਿ ਉਹਨਾਂ ਨੇ 2 ਨੰਬਰ ਦੇ ਵਿੱਚ ਬੰਦੇ ਬਾਹਰ ਕੱਢੇ ਕਬੂਤਰ ਬਣਾ ਕੇ, ਕਿ ਲੈ ਜਾਂਦੇ ਸੀ ਕਿ ਇਹ ਜੀ ਤੂੰ ਵੀ ਆਉਣ ਵਾਲਾ, ਇਹ ਜੀ ਘੜਾ ਵੀ ਆਉਣ ਵਾਲਾ ਵਿੱਚ ਮੁੰਦੀਆਂ ਜੀਆਂ ਪਾ ਕੇ, ਇਹ ਜੀ ਬੰਦਾ ਡਫਲੀ ਹੁੰਦੀ ਉਹ ਕੀ ਹੁੰਦਾ ਕੁਛ ਵੀ ਕੈਂਗ ਵਜਾਉਣੇ। ਹਾਂ, ਉਹ ਕਹਿੰਦੇ ਲੈ ਜਾਂਦੇ ਸੀ, ਥੋੜੇ ਜਿਹੇ ਛੱਡੇ ਆਉਂਦੇ ਸੀ, ਪੈਸੇ ਲੈਂਦੇ ਉਹਨਾਂ ਤੋਂ। ਚਲੋ ਪਰਚਾ ਹੋ ਗਿਆ, ਇੱਕ ਬੰਦਾ ਬਰੀ ਕਰ ਦਿੱਤਾ ਅਦਾਲਤ ਨੇ, 2 ਬੰਦੇ ਦੁਨੀਆ ਤੋਂ ਚਲੇ ਗਏ। ਇਹਨਾਂ ਨੂੰ 2018-19 'ਚ ਫਿਰ ਸਜ਼ਾ ਹੋ ਗਈ 2 ਸਾਲ ਦੀ ਕਿ ਭਾਈ ਤੁਸੀਂ ਗਲਤ ਕੀਤਾ, ਦੋਸ਼ੀ ਕਰਾਰ ਦੇ ਦਿੱਤੇ। ਇਹਨਾਂ ਨੇ ਅਰਜ਼ੀ ਦੇ ਦਿੱਤੀ, ਸਜ਼ਾ ਸਸਪੈਂਡ ਹੋ ਗਈ, ਆਰਜੀ ਤੌਰ ਤੇ ਮੁਲਤਵੀ ਹੋ ਗਈ। 2 ਮਹੀਨੇ ਪਹਿਲਾਂ ਐਸੇ ਸਾਲ ਜੁਲਾਈ ਦੇ ਵਿੱਚ ਉਹਦਾ ਫੈਸਲਾ ਆ ਗਿਆ, ਉਹ ਕਹਿੰਦੇ ਨਾ 2 ਸਾਲ ਦੀ ਸਜ਼ਾ ਦਾ ਭੁਗਤਣੀ ਪਊ। ਅਗਲਿਆਂ ਨੇ ਸਿੱਧਾ ਪਟਿਆਲੇ ਜੇਲ੍ਹ ਦੇ ਵਿੱਚ ਨਵਜੋਤ ਸਿੰਘ ਸਿੱਧੂ ਵਾਲੀ ਕੋਠੜੀ 'ਚ ਕਿ ਭਾਈ ਉੱਥੇ ਚੱਲੋ। ਹੁਣ ਫਿਰ ਅਗਲਿਆਂ ਨੇ ਫਿਰ ਬੇਨਤੀ ਲਾਤੀ, ਹੁਣ ਸਜ਼ਾ ਫਿਰ ਸਸਪੈਂਡ ਹੋ ਗਈ ਤੇ ਨਿਕਲ ਆਏ ਬਾਹਰ ਜਾਂ ਨਿਕਲ ਆਉਣਗੇ ਬਾਹਰ। ਪਰ ਅਜੇ ਤੱਕ ਇਹ ਨਹੀਂ ਕਿ ਖਤਰਾ ਟਲ ਗਿਆ। ਉੱਪਰਲੀ ਅਦਾਲਤ 'ਚ 2 ਸਾਲ ਹੋਰ ਲੱਗ ਜਾਣਗੇ, ਫੈਸਲਾ ਅਦਾਲਤ ਦਾ ਕੀ ਆਉਂਦਾ ਸਾਨੂੰ ਉਡੀਕਣਾ ਪਊਗਾ। ਨਹੀਂ ਉੱਤੇ ਸਮਾਂ ਲੱਗ ਜਾਣਾ। ਤੇ ਅਕਾਲੀ ਦਲ ਦੀ ਤੁਸੀਂ ਗੱਲ ਕਰਦੇ ਸੀ, ਖਬਰ ਜਦੋਂ ਇੱਕ ਲਾਈਨ ਦੀ ਆਈ ਨਾ, ਜਗਮੀਤ ਸਿੰਘ ਬਰਾੜ ਨੇ ਦਿੱਤਾ ਅਸਤੀਫਾ। ਹਰੇਕ ਬੰਦੇ ਨੂੰ ਲੱਗਾ ਵੀ ਇਹ ਜਗਮੀਤ ਸਿੰਘ ਬਰਾੜ ਹੋਰਾਂ ਕੋਲ ਉਹਦਾ ਕਿਹੜਾ ਸੀ ਜਿੱਤੋਂ ਉਹਨਾਂ ਨੇ ਅਸਤੀਫਾ ਦਿੱਤਾ। ਫਿਰ ਪਤਾ ਲੱਗਿਆ ਵੀ ਸ਼ਾਇਦ ਉਹ ਹਲਕਾ ਇੰਚਾਰਜ ਸੀਗੇ, ਉਤੋਂ ਉਹਦਾ ਅਸਤੀਫਾ ਮੋੜ ਤੋਂ। ਹਾਂਜੀ, ਨਹੀਂ ਪਰ ਮਤਲਬ ਜਿੰਨੀ ਕਿ ਮੈਨੂੰ ਸਮਝ ਆਉਂਦੀ, ਜਦੋਂ ਅਕਾਲੀ ਦਲ ਸਾਰਾ ਭੰਗ ਹੀ ਕਰ ਦਿੱਤਾ ਸੀ ਤੇ ਫਿਰ ਉਹਨਾਂ ਕੋਲ ਉਹਦਾ ਕਿੱਦਾਂ ਰਹਿ ਗਿਆ। 2-3 ਚੀਜ਼ਾਂ ਸੀ ਸੰਧਾਲੀਆ ਸਾਹਿਬ। ਪਿਛਲੇ ਦਿਨਾਂ ਦੇ ਵਿੱਚ ਨਾ ਇੱਕ ਖਬਰ ਆਈ ਸੀ ਕਿ ਮੋੜ ਦੇ ਬਹੁਤ ਸਾਰੇ ਅਕਾਲੀ ਅਹੁਦੇਦਾਰ ਤੇ ਵਰਕਰਾਂ ਨੇ ਪਾਰਟੀ ਪ੍ਰਧਾਨ ਨੂੰ ਮਤਾ ਪਾਸ ਕਰਕੇ ਭੇਜਿਆ ਕਿ ਜਗਮੀਤ ਸਿੰਘ ਬਰਾੜ ਸਾਨੂੰ ਇੰਚਾਰਜ ਨਹੀਂ ਚਾਹੀਦੇ। ਜਗਮੀਤ ਸਿੰਘ ਬਰਾੜ ਦੀ ਜਗ੍ਹਾ ਦੇ ਉੱਤੇ ਹੋਰ ਕੋਈ ਲੋਕਲ ਬੰਦਾ, ਜਿਹੜਾ ਪੁਰਾਣਾ ਟਕਸਾਲੀ ਬੰਦਾ, ਉਹਨੂੰ ਇੰਚਾਰਜ ਲਾਓ, ਅਸੀਂ ਨਹੀਂ ਖੁਸ਼ ਨਹੀਂ ਹੈਗੇ। ਉਦੋਂ ਹੀ ਲੱਗਦਾ ਸੀ ਕਿ ਕੋਈ ਨਾ ਕੋਈ ਪੰਗਾ ਪੈ ਜਾਣਾ। ਹੁਣ ਜਗਮੀਤ ਸਿੰਘ ਬਰਾੜ ਹੋਰੀ, ਇਹ ਗੱਲ ਠੀਕ ਹੈ ਤੁਹਾਡੀ ਕਿ ਜਦ ਸਾਰਾ ਜਥੇਬੰਦਕ ਢਾਂਚਾ ਹੀ ਭੰਗ ਹੈ, ਅਨੁਸ਼ਾਸਨੀ ਕਮੇਟੀ ਕਾਇਮ ਹੈ, ਤਾਂ ਫਿਰ ਅਸਤੀਫਾ ਕਿੱਦਾਂ ਦਿੱਤਾ ਜਾ ਸਕਦਾ। ਪਰ ਉਹਨਾਂ ਨੇ ਵੀ ਕਿਹਾ, ਉਹ ਕਹਿੰਦੇ ਜੀ ਦੇਖੋ ਪਹਿਲਾਂ ਤਾਂ ਸੁਨੇਹੇ ਭੇਜੇ ਗਏ ਕਿ ਅਸੀਂ ਜਗਮੀਤ ਸਿੰਘ ਬਰਾੜ ਨੂੰ ਪਾਰਟੀ 'ਚੋਂ ਕੱਢ ਦੇਣਾ, ਤੁਸੀਂ ਅੱਜ ਹੀ ਮਤਾ ਪਾਸ ਕਰਕੇ ਭੇਜ ਦਿਓ, ਕੋਈ ਗੱਲ ਨਹੀਂ। ਉਹ ਕਹਿੰਦੇ ਜਦ ਮਤਾ ਹੀ ਪਾਸ ਕਰ ਦਿੱਤਾ, ਜਦ ਵਰਕਰ ਤੇ ਅਹੁਦੇਦਾਰਾਂ ਨੂੰ ਕਹਿ ਦਿੱਤਾ ਗਿਆ ਕਿ ਭਾਈ ਇਹ 'ਚ ਵਿਸ਼ਵਾਸ ਨਾ ਰੱਖੋ, ਆਹ ਲਓ ਮੈਂ ਅਸਤੀਫਾ ਦਿੱਤਾ, ਅਗਲਾ ਸਵਾਲ ਪਤਾ ਕਿਹੜਾ ਮਨ 'ਚ ਆਇਆ ਸੀ ਕਿ ਜਗਮੀਤ ਸਿੰਘ ਬਰਾੜ ਪੁਰਾਣੇ ਬੰਦੇ ਨੇ, ਭਾਸ਼ਣ ਚੰਗਾ ਕਰਦੇ, ਇਤਿਹਾਸ ਦੀ ਜਾਣਕਾਰੀ ਰੱਖਦੇ ਆ, ਪੰਜਾਬ ਦੇ ਮੁੱਦਿਆਂ ਦੇ ਉੱਤੇ ਪਕੜ ਹੈ, ਪਰ ਹੁਣ ਜਾਣਗੇ ਕਿਹੜੀ ਪਾਰਟੀ 'ਚ। ਉਹਨਾਂ ਨੇ ਨਵੀਂ ਗੱਲ ਕਹਿਤੀ, ਉਹ ਕਹਿੰਦੇ ਕਿਤੇ ਨਹੀਂ ਜਾਣਾ, ਮੁੱਢਲੀ ਮੈਂਬਰਸ਼ਿਪ ਰੱਖੂੰਗਾ, ਆਖਰੀ ਸਾਹ ਵੀ ਹੁਣ ਸ਼੍ਰੋਮਣੀ ਅਕਾਲੀ ਦਲ 'ਚ ਹੀ ਆਊ, ਕਿਉਂਕਿ ਪੰਜਾਬ ਨੂੰ ਇੱਕ ਖੇਤਰੀ ਪਾਰਟੀ ਦੀ ਲੋੜ ਹੈ। ਨਾਲ ਹੀ ਉਹਨਾਂ ਨੇ ਕਹਿਤਾ, ਕਹਿੰਦੇ ਝੁੰਦਾ ਸਾਹਿਬ ਦੀ ਕਮੇਟੀ ਸੀ ਨਾ ਜਿਹੜੀ, ਉਹਨਾਂ ਦੀ ਇੱਕ ਰਿਪੋਰਟ ਸੀ, ਵਿੱਚ ਇੱਕ ਮੱਦ ਸੀ ਕਿ ਸਾਨੂੰ ਅਸਤੀਫੇ ਦੇ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾਣਾ ਚਾਹੀਦਾ, ਭੁੱਲ ਬਖਸ਼ਾਉਣੀ ਚਾਹੀਦੀ ਸਾਰਿਆਂ ਨੂੰ ਕਿ ਗਲਤੀਆਂ ਹੋਈਆਂ ਨੇ ਤੇ ਉਹਨਾਂ ਗਲਤੀਆਂ ਦੀ ਭੁੱਲ ਬਖਸ਼ਾ ਲਈਏ। ਉਹ ਕਹਿੰਦੇ ਪੰਜਾਬ ਦੇ ਲੋਕ ਸੰਗਤ ਬੜੀ ਵਿਸ਼ਾਲ ਹਿਰਦੇ ਵਾਲੀ ਹੈ, ਉਹਨਾਂ ਨੇ ਸਾਨੂੰ ਦੁਬਾਰਾ ਤਾਕਤ ਦੇ ਦੇਣੀ ਸੀ, ਪਰ ਕਹਿੰਦੇ ਜੀ ਆਹ ਕੁਛ ਕੀਤਾ ਹੀ ਨਹੀਂ। ਬਾਕੀ ਕਹਿੰਦੇ ਮੈਂ ਬੇਬਾਕੀ ਦੇ ਨਾਲ ਆਪਣੀ ਗੱਲ ਰੱਖਦਾ ਰਹੂੰਗਾ। ਹੁਣ ਜਦੋਂ ਉਹਨਾਂ ਨੇ ਫੇਰ ਕਹਿਤਾ ਕਿ ਸਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਣਾ ਚਾਹੀਦਾ, ਭੁੱਲ ਬਖਸ਼ਾਉਣੀ ਚਾਹੀਦੀ ਹੈ, ਗਲਤੀਆਂ ਦੀ ਖਿਮਾ ਜਾਚਨਾ ਕਰਨੀ ਚਾਹੀਦੀ ਹੈ, ਇਹਦਾ ਮਤਲਬ ਹੈ ਕਿ ਜਿਹੜਾ ਸਟੈਂਡ ਇੱਕ ਮੀਟਿੰਗ ਦੇ ਵਿੱਚ ਮਾਝੇ 'ਚ ਲਿਆ ਸੀ ਉਹ ਅਜੇ ਤੱਕ ਵੀ ਬੈਠੇ ਆ। ਕਹਿੰਦੇ ਮੈਨੂੰ ਫੋਨ ਵੀ ਆ ਗਿਆ ਕਈਆਂ ਬੰਦਿਆਂ ਦਾ। ਨਹੀਂ ਚਲੋ ਚੰਗੀ ਗੱਲ ਹੈ, ਪਰ ਮੈਨੂੰ ਲੱਗਦਾ ਵੀ ਜਿਹੜੀ ਚੀਜ਼ ਉਹਨਾਂ ਨੇ ਕਹੀ ਹੈ ਨਾ, ਉਹਨਾਂ ਕੋਲ ਉਹੀ ਰਹਿਣੀ ਹੈ। ਕੀ? ਮੁੱਢਲੀ ਮੈਂਬਰਸ਼ਿਪ। ਅੱਛਾ, ਕਿਉਂਕਿ ਇਹ ਤਾਂ ਗੱਲ ਕਲੀਅਰ ਹੀ ਆਪਾਂ ਪਿਛਲੇ ਸਮੇਂ 'ਚ ਵੀ ਵੇਖਦੇ ਰਹੇ ਵੀ ਜਿਹੜਾ ਵੀ ਬੰਦਾ ਪਾਰਟੀ ਹਾਈ ਕਮਾਂਡ ਦੇ ਅਗੇਂਸਟ ਟੱਕਰਦਾ ਰਿਹਾ, ਉਹ ਜਾਂ ਤੇ ਜੇ ਉਹਨੇ ਪਾਰਟੀ 'ਚ ਰਹਿਣਾ ਤੇ ਬੜੇ ਲੋਅਰ ਲੈਵਲ ਤੇ ਰਹਿਣਾ, ਤੇ ਜੇ ਫਿਰ ਨਹੀਂ ਤੇ ਫਿਰ ਪਾਰਟੀ ਤੋਂ ਬਾਹਰ। ਨਹੀਂ ਤਾਂ ਫਿਰ ਅਗਲਿਆਂ ਨੂੰ ਪਤਾ ਹੀ ਆ ਵੀ ਕਿੱਥੇ ਰਹਿਣਾ। ਬਾਕੀ ਅਕਾਲੀ ਦਲ ਨੇ ਹੁਣ ਨਾ ਹਰ ਇੱਕ ਜ਼ਿਲ੍ਹੇ ਦੇ ਅਬਜ਼ਰਵਰ ਲਾਤੇ ਆ ਕਿ ਆਪਣੇ ਜਾਣ ਦਾ ਵੀ ਸਮਾਂ ਹੋ ਗਿਆ, ਵੇਖਿਓ ਕਿਤੇ। ਚਲੋ ਕੋਈ ਗੱਲ ਨਹੀਂ ਮਹਾਰਾਜ, 2 ਮਿੰਟ ਵੱਧ ਕੀ ਘੱਟ ਕੀ ਮੈਂ ਤਾਂ ਕਿਹਾ ਫਟਾਫਟ ਕਰ ਲਓ ਤੁਸੀਂ ਗੱਲ। ਉਹ ਭਾਈ ਸਾਹਿਬ ਜਿਹੜੇ ਕੈਮਰੇ ਦੇ ਪਿੱਛੇ ਉਹ ਇਸ਼ਾਰਾ ਕਰਦੇ ਵੀ ਭਾਜੀ ਐਂ ਕਰਕੇ ਰੋਜ਼ ਉਹਨਾਂ ਦੀਆਂ ਉਂਗਲਾਂ ਤੇ ਨੱਚਦੇ ਆ, ਅੱਜ 2 ਮਿੰਟ ਵੱਧ ਨਹੀਂ ਲਾ ਸਕਦੇ। ਨਹੀਂ ਲਾਓ ਸਰ, ਗੱਲ ਕਿਹੜੀ ਹੈ ਜਾਨੀ ਸਾਨੂੰ ਦਿਨ ਮਹਾਰਾਜ 25 ਸਾਲ ਹੀ ਆਉਂਦਾ, ਸਾਰੀ ਉਮਰ ਤੁਹਾਡੀਆਂ ਮੰਨੀ ਦੀਆਂ ਚੰਮ ਦੀਆਂ ਚਲਾਉਂਦੇ ਹੋ ਤੁਸੀਂ। ਜਿੱਦਣ ਲੋਕਾਂ ਦੀ ਕਚਹਿਰੀ ਚੋਣਾ ਪੈ ਗਿਆ, ਲੋਕ ਨਹੀਂ ਛੱਡਦੇ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ, ਕਿਉਂਕਿ ਬੰਦਾ ਦੁਬਾਰਾ ਛਿੜ ਗਏ, 10 ਮਿੰਟ ਲਾ ਦੇਣੇ, ਤੇ ਕੱਲ ਨੂੰ ਆਪਾਂ ਦੁਬਾਰਾ ਮਿਲਾਂਗੇ। ਤੁਸੀਂ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।